ਸਤਨਾਮ ਸ੍ਰੀ ਵਾਹਿਗੁਰੂ ਜੀ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂ ਪੁਰਖ ਜਨਦਾਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੋਲੈਨੀ। ਜੋ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਏ। ਜਬ ਲਗ ਜੋਵਨ ਸਾਸ ਹੈ, ਤਬ ਲਗ ਇਹ ਤਨ ਦੇ। ਸੁਣ ਮਨ ਮਿੱਤਰ ਪਿਆਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ ਹਜ਼ੂਰ ਦੇ ਉਚਾਰਨ ਕੀਤੇ ਹੋਏ ਮੁੱਖ ਵਾਕ ਬਚਨਾਂ ਨੂੰ ਵਿਚਾਰੀਏ। ਸ੍ਰੀ ਰਾਗ ਦੇ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ 17ਵਾਂ ਸ਼ਬਦ ਹੈ, ਜਿੱਥੋਂ ਕਥਾ ਆਰੰਭ ਹੋ ਰਹੀ। ਹਜ਼ੂਰ ਸਾਡੇ ਤਾਈਂ ਆਪਣੇ ਮਨ ਨੂੰ ਸਮਝਾਉਣ ਦਾ ਉਪਦੇਸ਼ ਦੇ ਰਹੇ ਹਨ। ਉੱਤਮ ਭਗਤੇ ਦੇ ਰੂਪ ਵਿੱਚ ਇੱਕ ਕਨਿਸ਼ਟ ਭਗਤਾ ਹੁੰਦਾ, ਵਤੰਡਾਵਾਦੀ, ਝਗੜੇ ਝਾਂਜੇ ਕਰਦਾ। ਇੱਕ ਮੱਧਮ ਭਗਤਾ ਉਪਦੇਸ਼ ਦੂਜਿਆਂ ਨੂੰ ਦਿੰਦਾ ਹੈ, ਆਪ ਭਾਵੇਂ ਨਹੀਂ ਕਮਾਉਂਦਾ ਪਰ ਉਪਦੇਸ਼ ਚੰਗਾ ਹੁੰਦਾ। ਇੱਕ ਉੱਤਮ ਭਗਤਾ ਹੁੰਦਾ, ਉਹ ਦੂਜਿਆਂ ਨੂੰ ਉਪਦੇਸ਼ ਦੇਣ ਦੀ ਰੁਚੀ ਨਹੀਂ ਰੱਖਦਾ, ਆਪਣੇ ਮਨ ਦੇ ਤਾਈਂ ਸਮਝਾਉਂਦਾ। ਅਗਰ ਉਹਦੇ ਪਾਸ ਕੋਈ ਉਪਦੇਸ਼ ਦੀ ਜਾਚਨਾ ਵੀ ਕਰੇ ਤਾਂ ਵੀ ਉਹ ਮਨ ਨੂੰ ਹੀ ਮੁੱਖ ਰੱਖ ਕੇ ਉਪਦੇਸ਼ ਕਥਨ ਕਰਦਾ। ਇਉਂ ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਹੇ ਮਨ ਸੁਣ, ਗੁਰਾਂ ਦੀ ਸਿੱਖਿਆ ਸੁਣ। ਹੇ ਪਿਆਰੇ ਮਿੱਤਰ ਜੀ, ਮਿਲ ਵੇਲਾ ਹੈ ਇਹ। ਵਾਹਿਗੁਰੂ ਪਰਮਾਤਮਾ ਨੂੰ ਮਿਲ, ਕਿਉਂਕਿ ਵਾਹਿਗੁਰੂ ਜੀ ਨੂੰ ਮਿਲਣ ਦਾ ਵੇਲਾ ਸਮਾਂ ਇਹੋ ਹੀ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੈ ਹਰੇ ਮਨ ਸਾਰੰਗ ਪਾਣੀ। ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਿਉਂਕਿ ਹੋਰ ਜੂਨਾਂ ਵਿੱਚ, ਟੇਢੀਆਂ ਮੇਢੀਆਂ ਤ੍ਰਿਗਦ ਜੂਨਾਂ 'ਚ, ਪਸ਼ੂ ਜਾਨਵਰਾਂ ਪੰਛੀਆਂ ਦੀਆਂ ਜੂਨਾਂ ਵਿੱਚ ਇਹ ਸਬੱਬ ਨਹੀਂ ਬਣ ਸਕਦਾ। ਇੱਕ ਮਨੁੱਖ ਹੀ ਹੈ ਜਿਸ ਨੂੰ ਗਿਆਨ ਪ੍ਰਾਪਤ ਹੋ ਸਕਦਾ। ਅੱਖਰਾਂ ਦੁਆਰਾ ਗਿਆਨ ਵੀ ਇਹੀ ਪ੍ਰਾਪਤ ਕਰ ਸਕਦਾ ਹੈ। ਹੋਰਨਾਂ ਜੀਆਂ ਨੂੰ ਇਹ ਸੋਝੀ ਸਮਝ ਜਾਂ ਸਬੱਬ ਜਾਂ ਵਾਹਿਗੁਰੂ ਵੱਲੋਂ ਦਾਤ ਨਹੀਂ ਮਿਲੀ ਹੋਈ। ਇਸ ਕਰਕੇ ਮਨੁੱਖਾ ਦੇਹੀ ਦਾ ਪ੍ਰਯੋਜਨ ਤਾਂ ਇਹੀ ਹੈ ਕਿ ਵਾਹਿਗੁਰੂ ਜੀ ਨੂੰ ਮਿਲਣ ਵਾਲੇ ਪਾਸੇ ਤੁਰੀਏ। ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ। ਜਦੋਂ ਤੱਕ ਸਰੀਰ ਦੇ ਉੱਤੇ ਜੋਬਨ ਜਵਾਨੀ ਹੈ, ਭਾਵ ਸਰੀਰ 'ਚ ਬਲ ਹੈ। ਕਿਉਂਕਿ ਭੈ ਸਾਗਰ ਕੇ ਤਰਨ ਕੋ, ਭੈ ਸਾਗਰ ਕੇ ਤਰਨ ਕੋ, ਤਰਨ ਅਵਸਥਾ ਆਹੇ। ਜਰਾ ਉਪਾਉ ਨਾ ਹੋ ਸਕੈ, ਜਰਾ ਅਵਸਥਾ ਮਾਹੇ। ਜਰਾ ਕਹਿੰਦੇ ਨੇ ਬੁਢੇਪੇ ਨੂੰ, ਅਤੇ ਜਰਾ ਥੋੜ੍ਹਾ ਜਿੰਨਾ ਵੀ ਉਪਾਉ, ਯਤਨ, ਭਗਤੀ, ਸਿਮਰਨ ਦਾ, ਸੇਵਾ ਦਾ ਨਹੀਂ ਹੋ ਸਕਦਾ ਬਿਰਧ ਅਵਸਥਾ 'ਚ। ਜਦੋਂ ਮੰਜੇ 'ਤੇ ਪੈ ਜੇ ਬੰਦਾ ਬਜ਼ੁਰਗ ਅਵਸਥਾ ਦੇ ਵਿੱਚ, ਉਦੋਂ ਇਹ ਸਾਧਨ ਨਹੀਂ ਹੋ ਸਕਦੇ। ਭੈ ਸਾਗਰ ਤੋਂ ਤਰਨ ਵਾਸਤੇ ਸਭ ਤੋਂ ਚੰਗੀ ਅਵਸਥਾ ਜਿਹੜੀ ਉਮਰ ਹੈ, ਉਹ ਤਾਂ ਜਵਾਨੀ ਤਰਨ ਅਵਸਥਾ ਹੀ ਹੈ। ਤਾਂ ਹੀ ਹਜ਼ੂਰ ਨੇ ਕਿਹਾ, ਬਿਰਧ ਭਇਓ ਸੂਝਿਆ ਨਹੀਂ, ਕਾਲ ਪਹੁੰਚਿਓ ਆਨ। ਬਿਰਧ ਹੋਣ ਵੇਲੇ ਵੀ ਨਹੀਂ ਮਨੁੱਖ ਨੂੰ ਸੂਝ ਬੂਝ ਪ੍ਰਾਪਤ ਹੁੰਦੀ, ਗਿਆਤ ਵੀ ਕਿਸ ਵਾਸਤੇ ਮੈਂ ਆਇਆ ਸੀ, ਕੀ ਕਰਨਾ ਚਾਹੀਦਾ ਸੀ, ਕੀ ਨਹੀਂ ਕੀਤਾ ਆਦਿਕ। ਹਜ਼ੂਰ ਕਹਿੰਦੇ ਤੈਨੂੰ ਚੇਤੇ ਕਰਾ ਰਹੇ ਹਾਂ, ਜਦੋਂ ਤੱਕ ਤੇਰੇ ਸਰੀਰ ਵਿੱਚ ਜੌਬਨ ਜਵਾਨੀ ਹੈ,
ਜਾਂ ਸਵਾਸ ਚੱਲ ਰਹੇ ਨੇ, ਸੌਖੇ ਸਾਹ ਲੈ ਰਹੇ ਹਾਂ, ਤਬ ਲਗ ਇਹ ਤਨ ਦੇ। ਉਦੋਂ ਤੱਕ ਇਹ ਜਿਹੜਾ ਤਨ ਹੈ, ਤਨ ਮਾਤਰ ਇੰਦਰੇ ਤੇ ਦੇਹ ਸਰੀਰ, ਉਦੋਂ ਤੱਕ ਹੀ ਇਹ ਹਰਕਤ ਕਰ ਸਕਦਾ ਜਦੋਂ ਤੱਕ ਬਲ ਵੀ ਹੈ ਤੇ ਸਵਾਸ ਵੀ ਚੱਲ ਰਹੇ ਨੇ, ਉਦੋਂ ਤੱਕ ਹੀ ਇਹ ਸਰੀਰ ਕੁਝ ਕਰ ਸਕਦਾ। ਦੂਜਾ ਅਰਥ ਕੀਤਾ ਤਬ ਲਗ ਇਹੋ ਤਨ ਦੇਹ, ਜਦੋਂ ਤੱਕ ਜੋਬਨ ਜਵਾਨੀ ਹੈ, ਸਰੀਰ 'ਚ ਗਰਮੈਸ਼ ਹੈ ਤੇ ਸਵਾਸ ਚੱਲ ਰਹੇ ਨੇ, ਉਦੋਂ ਤੱਕ ਆਪਣੇ ਇਸ ਤਨ ਨੂੰ ਦੇ ਪਰਮਾਤਮਾ ਵਾਲੇ ਪਾਸੇ, ਵਾਹਿਗੁਰੂ ਨੂੰ ਅਰਪਣ ਕਰ। ਇਹ ਤਨ ਭਗਤੀ ਵਿੱਚ ਦੇ ਦੇ, ਲਾ ਦੇ। ਬਿਨ ਗੁਣ ਕਾਮ ਨਾ ਆਵਈ, ਢਹਿ ਢੇਰੀ ਤਨ ਖੇ। ਬਿਨਾਂ ਨੇਕੀਆਂ ਤੋਂ, ਬਿਨਾਂ ਖੂਬੀਆਂ ਤੋਂ, ਅਥਵਾ ਪਰਮਾਤਮਾ ਦੇ ਜੋ ਗੁਣ ਹਨ ਉਹਨਾਂ ਨੂੰ ਚੇਤੇ ਕਰਨ ਤੋਂ ਬਗੈਰ, ਨੇਕੀਆਂ ਕਰਨ ਤੋਂ ਬਗੈਰ, ਸਤ ਸੰਤੋਖ ਆਦਿ ਗੁਣ ਧਾਰਨ ਕਰਨ ਤੋਂ ਬਗੈਰ ਇਹ ਜਿਹੜੀ ਦੇਹੀ ਹੈ ਕੰਮ ਨਹੀਂ ਆਵੇਗੀ। ਇਹ ਸਰੀਰ ਕੰਮ ਨਹੀਂ ਆਏਗਾ, ਵਿਅਰਥ ਜਾਏਗਾ। ਮਿਲਿਆ ਤਾਂ ਸਭ ਨੂੰ ਹੀ ਹੈ। ਤਾਂ ਹਜ਼ੂਰ ਕਹਿੰਦੇ ਨੇ ਦੁਲੱਭ ਜਨਮ ਪੁੰਨ ਫਲ ਪਾਇਓ, ਪੂਰਬਲੇ ਪੁੰਨਾਂ ਦੇ ਫਲ ਵਜੋਂ ਦੁਲੱਭ ਜਨਮ ਤਾਂ ਪ੍ਰਾਪਤ ਕੀਤਾ। ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਵੇਕ। ਵਿਵੇਕ ਕਹਿੰਦੇ ਨੇ ਗਿਆਨ ਨੂੰ, ਗਿਆਨ ਅਬਵੇਕ ਅਗਿਆਨ, ਗਿਆਨ ਨਾ ਹੋਣ ਕਰਕੇ, ਅਗਿਆਨ ਛਾਇਆ ਹੋਇਆ ਹੋਣ ਕਰਕੇ ਵਿਅਰਥ ਜਾ ਰਿਹਾ। ਢਹਿ ਢੇਰੀ ਤਨ ਖੇ, ਇਹ ਮਿੱਟੀ ਦੀ ਢੇਰੀ ਹੈ ਸਰੀਰ, ਤੇ ਫਿਰ ਇਹ ਢਹਿ ਪੈਣੀ ਆ ਤੇ ਇਹ ਤਨ ਖੇ ਦਾ ਖੇ ਹੋ ਜਾਣਾ। ਇਹ ਖੇ ਰੂਪ ਹੈ, ਖੇ ਵਿੱਚ ਹੀ ਮਿਲ ਜਾਣਾ। ਸੋ ਇਸ ਪ੍ਰਕਾਰ ਦੀ ਹਾਲਤ ਇਸ ਦੀ ਹੋਵੇਗੀ। ਫਰੀਦ ਨੇ ਕਿਹਾ ਕਿ ਉੱਪਰ ਘਾਹ ਜੰਮ ਪਏਗਾ, ਉੱਪਰ ਜੰਮੈ ਘਾਸ, ਇਹੋ ਜਿਹੀ ਹਾਲਤ ਹੋਵੇਗੀ। ਫਿਰ ਤੇ ਕੁਝ ਕਰਨ ਜੋਗੀ ਦੇਹੀ ਨਹੀਂ ਰਹੇਗੀ, ਔਰ ਹੈ ਵੀ ਇਹਦੀ ਪਾਇਆ ਇਹੋ ਹੀ ਕਿ ਅੰਤ ਨੂੰ ਖਾਕ ਇਸਨੇ ਹੋਣਾ। ਮੇਰੇ ਮਨ ਲੈ ਲਾਹਾ ਕਰ ਜਾਹੇ। ਫਿਰ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ 'ਚ ਮਨ ਨੂੰ ਸਮਝਾਉਣ ਦਾ ਉਪਦੇਸ਼ ਦੇ ਰਹੇ ਨੇ ਕਿ ਆਪਣੇ ਮਨ ਨੂੰ ਸਮਝਾਓ, ਮੇਰੇ ਮਨਾ ਲਾਹਾ ਲੈ ਲੈ। ਲੱਗਾ ਕਿਤ ਕੋ ਫਕੜੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਲਾਹਾ ਲਾਭ ਹਰ ਭਗਤ ਹੈ, ਹਰੀ ਦੀ ਭਗਤੀ ਦਾ ਹੀ ਲਾਭ ਤੇ ਲਾਹਾ ਹੈ। ਔਰ ਹੇ ਮੇਰੇ ਮਨਾ, ਲਾਹਾ ਲੈ ਕੇ ਆਪਣੇ ਸਰੂਪ ਰੂਪੀ ਘਰ ਵਿੱਚ ਚਲਿਆ ਜਾ, ਇਹੀ ਲਾਭ ਹੈ। ਜੇ ਸਰੂਪ ਰੂਪੀ ਘਰ ਦਾ ਗਿਆਨ ਨਾ ਹੋਇਆ, ਸਰੂਪ ਘਰ ਦਾ ਗਿਆਨ ਨਾ ਹੋਇਆ ਤਾਂ ਵਿਅਰਥ ਚਲਾ ਜਾਏਗਾ ਜੀਵਨ। ਗੁਰਮੁਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ। ਗੁਰਮੁਖ ਭਾਵ ਗੁਰਾਂ ਦੇ ਸਨਮੁਖ ਹੋ ਕੇ, ਗੁਰੂ ਮੁਖ ਤੋਂ ਉਪਦੇਸ਼ ਪ੍ਰਾਪਤ ਕਰਕੇ, ਉਸ ਉਪਦੇਸ਼ 'ਤੇ ਯਕੀਨ ਕਰਕੇ ਵਾਹਿਗੁਰੂ ਜੀ ਦੇ ਨਾਮ ਦੀ ਸਿਫਤੋ ਸਿਫਾਤ ਕਰਨੀ ਚਾਹੀਦੀ, ਨਾਮ ਦਾ ਕੀਰਤਨ ਕਰਨਾ ਚਾਹੀਦਾ, ਵਾਹਿਗੁਰੂ ਦੇ ਨਾਮ ਦੀਆਂ ਵਡਿਆਈਆਂ ਕਰਨੀਆਂ ਚਾਹੀਦੀਆਂ ਹਨ। ਸਲਾਹੁਣਾ ਚਾਹੀਦਾ ਕਿ ਬਹੁਤ ਵੱਡਾ ਹੈ ਵਾਹਿਗੁਰੂ ਦਾ ਨਾਮ, ਬਹੁਤ ਫਲ ਦੇਣ ਵਾਲਾ ਹੈ। ਹਉਮੈ ਨਿਵਰੀ ਪਾਹੇ, ਜਿਹੜੀ ਹੰਗਤਾ ਦੀ ਅੰਦਰ ਭਾਹੇ ਮੈਨੇ ਅੱਗ ਲੱਗੀ ਹੋਈ ਹੈ ਨਾ, ਉਹ ਨਿਵਰ ਜਾਏਗੀ, ਦੂਰ ਹੋ ਜਾਏਗੀ। ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ, ਮੈਂ ਵੱਡਾ ਹਾਂ, ਮੈਂ ਹੋਰ ਵੱਡਾ ਹੋ ਜਾਵਾਂ, ਇਹ ਇੱਛਾ ਬਣੀ ਰਹਿੰਦੀ ਹੈ। ਇਸ ਪ੍ਰਕਾਰ ਦੀ ਅੱਗ ਅੰਦਰ ਲੱਗੀ ਰਹਿੰਦੀ ਹੈ ਮਨੁੱਖ ਦੇ, ਜਿਸ ਕਰਕੇ ਵਾਹਿਗੁਰੂ ਦੇ ਨਾਮ ਵਾਲੇ ਪਾਸੇ ਨਹੀਂ ਜਾਂਦਾ। ਅਤੇ ਜੋ ਗੁਰਾਂ ਦੇ ਸਨਮੁਖ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਸਲਾਹੁਣ ਲੱਗ ਪੈਂਦੇ ਹਨ, ਨਾਮ ਨਾਲ ਚਿੱਤ ਜੋੜ ਲੈਂਦੇ ਹਨ, ਉਹਨਾਂ ਦੀ ਹੰਗਤਾ ਦੀ ਅੱਗ ਇਹ ਨਿਵਰ ਜਾਏਗੀ, ਹਟ ਜਾਏਗੀ, ਬੁਝ ਜਾਏਗੀ। ਰਹਾਓ। ਸੁਣ ਸੁਣ ਗੰਢਣ ਗੰਢੀਐ, ਲਿਖ ਪੜ੍ਹ ਬੁੱਝੈ ਭਾਰ। ਹਜ਼ੂਰ ਕਹਿੰਦੇ ਨੇ ਕਿ ਪੁਸਤਕਾਂ ਨੂੰ ਪੜ੍ਹ ਪੜ੍ਹ ਕੇ ਬੁੱਝਣਾ, ਸਮਝਣਾ, ਜਾਂ ਆਪ ਲਿਖਣਾ, ਜਾਂ ਲਿਖੀਆਂ ਹੋਈਆਂ ਪੁਸਤਕਾਂ ਦੇ ਭਾਰ ਪੰਡਾਂ ਦੀਆਂ ਪੰਡਾਂ ਪੜ੍ਹ ਲੈਣੀਆਂ, ਵਿੱਚੋਂ ਵਿਚਾਰ ਵੀ ਲੈਣੀਆਂ, ਬੁੱਝ ਸਮਝ ਲੈਣਾ ਕੀ ਲਿਖਿਆ। ਔਰ ਇਸੇ ਤਰ੍ਹਾਂ ਗਿਆਨ ਧਿਆਨ ਦੀਆਂ ਗੱਲਾਂ ਸੁਣ ਸੁਣ ਕੇ ਅਤੇ ਗੰਢਣਾ ਦਾ ਮਤਲਬ ਹੈ ਵੀ ਬੜੀਆਂ ਗੱਲਾਂ ਜੋੜ ਜੋੜ ਕੇ ਲੋਕਾਂ ਨੂੰ ਸੁਣਾਉਣੀਆਂ, ਪ੍ਰਭਾਵ ਪਾਉਣਾ ਵੀ ਮੈਂ ਬੜਾ ਸਮਝਦਾਰ, ਮੈਨੂੰ ਬੜਾ ਕੁਛ ਪਤਾ। ਇੰਜ ਕਰਨ ਦੇ ਨਾਲ ਵੀ ਗੱਲ ਨਹੀਂ ਬਣਦੀ। ਤ੍ਰਿਸ਼ਨਾ ਅਹਨਿਸ ਅਗਲੀ, ਹਉਮੈ ਰੋਗ ਵਿਕਾਰ। ਹਜ਼ੂਰ ਕਹਿੰਦੇ ਨੇ ਇਹ ਪੜ੍ਹ ਲੈਂਦੇ ਨੇ ਬਹੁਤ ਲੋਕ,
ਕਿਉਂਕਿ ਵੇਦ ਸ਼ਾਸਤਰ ਪੁਰਾਣ ਉਹਨਾਂ ਦੀਆਂ ਸਿਆਣਪਾਂ ਲਿਖੀਆਂ ਵਿਚਾਰਾਂ ਬੜੀਆਂ ਲੋਕਾਂ ਨੇ ਪੜ੍ਹੀਆਂ, ਬਹੁਤ ਕੁਝ ਉਹਨਾਂ ਨੇ ਇਹੋ ਜਿਹਾ ਗਿਆਨ ਇਕੱਠਾ ਕਰ ਲਿਆ, ਪਰ ਮਨ ਨੂੰ ਨਾ ਸਮਝਾਇਆ, ਉਸ ਗਿਆਨ ਨੂੰ ਅੰਦਰ ਨਾ ਵਸਾਇਆ, ਤਾਂ ਤ੍ਰਿਸ਼ਨਾ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਰਹੀ। ਤ੍ਰਿਸ਼ਨਾ ਰਾਤ ਦਿਨ ਅਗਲੀ ਬਹੁਤੀ। ਜਿਵੇਂ ਪੰਡਤ ਭੁੱਲ ਭੁੱਲ ਮਾਇਆ ਵੇਖਿਆ ਦਿਖਾ ਕਿਨੈ ਕਿਹੋ ਆਣ ਚੜਾਇਆ। ਪੰਡਤ ਕਥਾ ਕਰਦਾ ਅਤੇ ਕਥਾ ਭੁੱਲ ਭੁੱਲ ਜਾਂਦੀ ਹੈ, ਕਿਉਂਕਿ ਧਿਆਨ ਰਹਿੰਦਾ ਵੀ ਵੇਖਾਂ ਕਿਸੇ ਨੇ ਕੁਛ ਭੇਟਾ ਰੱਖੀਏ ਕਿ ਨਹੀਂ, ਕਿਸੇ ਨੇ ਮੇਰੇ ਅੱਗੇ ਕੁਛ ਚੜਾਇਆ ਕਿ ਨਹੀਂ ਚੜਾਇਆ। ਹਜ਼ੂਰ ਲਿਹਾਜ਼ ਨਹੀਂ ਕਿਸੇ ਦਾ ਕਰਦੇ, ਭਾਵੇਂ ਹੁਣ ਸਨਾਤਨ ਮਤ ਦੇ ਪੰਡਤ, ਭਾਵੇਂ ਹਿੰਦੂ ਸਿੱਖ ਮੁਸਲਮਾਨ ਈਸਾਈ, ਕੋਈ ਵੀ ਪੰਡਤ ਵਿਦਵਾਨ ਵਿਦਿਆ ਪੜ੍ਹਿਆ ਹੋਇਆ। ਅਤੇ ਹਜ਼ੂਰ ਕਹਿੰਦੇ ਨੇ ਤ੍ਰਿਸ਼ਨਾ ਬਹੁਤ ਜ਼ਿਆਦਾ ਅੰਦਰ ਵਿਆਪੀ ਹੋਈ ਹੈ, ਅਤੇ ਹਉਮੈ ਰੋਗ ਵਿਕਾਰ, ਅਤੇ ਹਉਮੈ ਦਾ ਰੋਗ ਬਹੁਤ ਵੱਡਾ ਲੱਗਾ ਹੋਇਆ। ਹਉਮੈ ਯੋਗ ਵਿਕਾਰ ਬੜਾ ਜ਼ਬਰਦਸਤ ਬਣ ਕੇ ਅੰਦਰ ਚੰਬੜਿਆ ਹੋਇਆ। ਹੰਗਤਾ ਦਾ ਰੋਗ, ਹੰਗਤਾ ਦਾ ਵਿਕਾਰ, ਹੰਗਤਾ ਦਾ ਰੋਗ ਅਤੇ ਹੋਰ ਵਿਕਾਰ ਵੀ, ਕਾਮ ਕ੍ਰੋਧ ਮੋਹ ਲੋਭ, ਉਹ ਵੀ ਨਾਲ ਹੀ ਨੇ, ਉਹ ਮੁੱਕਦੇ ਨਹੀਂ। ਉਹ ਵੇ ਪ੍ਰਵਾਹ ਅਤੁਲਵਾ ਗੁਰਮਤਿ ਕੀਮਤ ਸਾਰ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਪਰਮਾਤਮਾ ਉਹ ਅਕਾਲ ਪੁਰਖ, ਉਹ ਬੜਾ ਬੇਪਰਵਾਹ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ, ਕਾਣ ਕਣੌੜ ਨਹੀਂ, ਕਿਸੇ ਦੀ ਅਧੀਨਗੀ ਨਹੀਂ ਹੈ, ਔਰ ਅਤੁਲਵਾ ਹੈ, ਉਹਨੂੰ ਕਿਸੇ ਜਪ ਤਪ ਸੰਜਮ ਦਾਨ ਦੇ ਬਰਾਬਰ ਤੋਲਿਆ ਨਹੀਂ ਜਾ ਸਕਦਾ। ਅਤੇ ਇੰਨਾ ਕੁਛ ਕਰੀਏ ਅਤੇ ਵਾਹਿਗੁਰੂ ਨੂੰ ਮਿਲ ਪਏਗਾ, ਉਸ ਦਾ ਸਾਨੂੰ ਗਿਆਨ ਹੋਵੇਗਾ, ਪ੍ਰਾਪਤੀ ਹੋ ਜਾਏਗੀ, ਮਿਲਾਪ ਹੋ ਜਾਏਗਾ। ਨਹੀਂ, ਉਹ ਬੇਪਰਵਾਹ ਅਤੇ ਅਤੁਲਵਾ ਹੈ, ਉਹਨੂੰ ਤੋਲਿਆ ਨਹੀਂ ਜਾ ਸਕਦਾ। ਤੂੰ ਅਤੁੱਲ ਕਿਉਂ ਤੋਲਿਆ ਜਾਹੇ, ਗੁਰਮਤਿ ਕੀਮਤ ਸਾਰ। ਗੁਰੂ ਦੀ ਮੱਤ ਸਿੱਖਿਆ ਲੈ ਕੇ ਉਸ ਦੀ ਕਦਰ ਨੂੰ, ਕੀਮਤ ਮਤਲਬ ਕਦਰ ਨੂੰ, ਸਾਰ ਸਮਝ, ਉਹਦੀ ਕੀਮਤ ਦੀ ਸਾਰ ਲੈ ਵੀ ਗੁਰਮਤਿ ਦੁਆਰਾ ਪਤਾ ਲੱਗੇਗਾ ਵਾਹਿਗੁਰੂ ਦੀ ਕਿੰਨੀ ਕੁ ਮਹਾਨਤਾ ਹੈ, ਉਹਦੀ ਕਦਰ ਨੂੰ ਸਮਝ। ਲੱਖ ਸਿਆਣਪ ਜੇ ਕਰੀ, ਲੱਖ ਸਿਉ ਪ੍ਰੀਤ ਮਿਲਾਪ। ਹਜ਼ੂਰ ਕਹਿੰਦੇ ਨੇ ਜੇ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਉਹਨਾਂ 'ਚ ਲਿਖੀਆਂ ਵਿਚਾਰਾਂ ਦੁਆਰਾ ਲੱਖਾਂ ਸਿਆਣਪਾਂ ਜੇ ਕੋਈ ਕਰ ਲਵੇ, ਜਿਵੇਂ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਚਤੁਰਾਈ ਨਾ ਚਤੁਰ ਭੁਜ ਪਾਈ ਆਦਿਕ। ਹਜ਼ੂਰ ਨੇ ਕਿਹਾ ਜੇ ਲੱਖਾਂ ਸਿਆਣਪਾਂ ਜੇ ਮੈਂ ਕਰ ਲਵਾਂ ਅਤੇ ਲੱਖ ਸਿਉ ਪ੍ਰੀਤ ਪਿਆਰ, ਲੱਖਾਂ ਲੋਕਾਂ ਦੇ ਨਾਲ ਪ੍ਰੀਤ ਬਣ ਜਾਏ, ਉਸ ਪ੍ਰੀਤ ਕਰਕੇ ਮੇਲ ਮਿਲਾਪ ਬਣ ਜਾਏ। ਬਿਨ ਸੰਗਤ ਸਾਧ ਨਾ ਧਰਾਪੀਆ, ਬਿਨ ਨਾਵੈ ਦੂਖ ਸੰਤਾਪ। ਸਾਧੂ ਸਤਿਗੁਰੂ ਦੀ ਸੰਗਤ ਤੋਂ ਬਗੈਰ ਇਹ ਮਨ ਜਿਹੜਾ ਫਿਰ ਵੀ ਸੰਤੁਸ਼ਟ ਨਹੀਂ ਹੋ ਸਕਦਾ। ਧਰਾਪਣਾ ਹੁੰਦਾ ਰੱਜ ਜਾਣਾ, ਤ੍ਰਿਪਤ ਹੋ ਜਾਣਾ। ਇਹ ਮਨ ਜਿਹੜਾ ਹੈ ਸੰਤੋਖਿਆ ਨਹੀਂ ਜਾਂਦਾ, ਟਿਕਦਾ ਨਹੀਂ, ਇਹਨੂੰ ਸੰਤੁਸ਼ਟੀ ਨਹੀਂ ਆ ਸਕਦੀ ਬਿਨਾਂ ਸਾਧੂ ਸਤਿਗੁਰੂ ਦੀ ਸੰਗਤ ਤੋਂ, ਕਿਉਂਕਿ ਸਤਿਗੁਰੂ ਦੇ ਪਾਸੋਂ ਨਾਮ ਪ੍ਰਾਪਤ ਹੁੰਦਾ। ਨਾਨਕ ਧਰਾਪੇ ਹਰ ਨਾਮ ਸਵਾਦ, ਬਿਨ ਹਰ ਗੁਰ ਪ੍ਰੀਤਮ ਜਨਮ ਬਾਦ। ਸੋ ਇਸ ਪ੍ਰਕਾਰ ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ ਦੇਣਾ, ਟੁੱਟ ਪੈਂਦੇ ਨੇ, ਜਿਹੜਾ ਪਾਤਰ ਬਣਦਾ ਉਹਦੇ ਹਿਰਦੇ 'ਚ ਨਾਮ ਵਸਾ ਦਿੰਦੇ ਨੇ। ਉਸ ਨਾਮ ਦੁਆਰਾ ਮਨ ਧਰਾਪਿਆ ਜਾਂਦਾ, ਤ੍ਰਿਪਤ ਹੋ ਜਾਂਦਾ। ਤ੍ਰਿਪਤ ਅਗਾਨੇ ਹਰ ਗੁਣ ਹੈ ਗਾਏ। ਬਿਨਾਂ ਨਾਮ ਤੋਂ ਦੁੱਖ ਤੇ ਸੰਤਾਪ ਕਲੇਸ਼, ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਐ, ਜੇ ਕੀਚਨ ਲੱਖ ਉਪਾਵ ਕਹੀ ਨਾ ਭੁੱਲੀਐ। ਦੁੱਖ ਅਤੇ ਕਲੇਸ਼ ਨਾਮ ਤੋਂ ਬਗੈਰ ਜੀਵ ਨੂੰ ਵਿਆਪਦੇ ਹੀ ਹਨ। ਹਰ ਜਪ ਜੀਅਰੇ ਛੁਟੀਐ, ਗੁਰਮੁਖ ਚੀਨੈ ਆਪ। ਜੀਅਰੇ ਹੈ ਮੇਰੀ ਜਿੰਦੇ, ਹੇ ਮੇਰੇ ਮਨ, ਸਮਝ ਸਤਿਗੁਰਾਂ ਦੀ ਸਿੱਖਿਆ ਨੂੰ ਕਿ ਹਰੀ ਪਰਮਾਤਮਾ ਦੇ ਨਾਮ ਨੂੰ ਜਪ ਕੇ ਹੀ ਛੁੱਟੀ ਦਾ ਹੈ। ਜਮਾਂ ਤੋਂ, ਵਿਕਾਰਾਂ ਤੋਂ, ਜੰਮਣ ਮਰਨ ਤੋਂ ਇਸ ਤਰ੍ਹਾਂ ਹੀ ਛੁਟਕਾਰਾ ਹੁੰਦਾ। ਗੁਰਮੁਖ ਚੀਨ੍ਹੈ ਆਪ, ਉਹ ਛੁੱਟਦਾ ਹੈ ਜੋ ਗੁਰਾਂ ਦੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਆਪੇ ਨੂੰ ਚੀਨ ਲੈਂਦਾ। ਚੀਨਣਾ ਹੁੰਦਾ ਜਾਣਨਾ, ਆਪਣੇ ਆਤਮ ਸਰੂਪ ਨੂੰ ਜਾਣ ਲੈਂਦਾ ਹੈ ਜੋ ਗੁਰਮੁਖ ਹੈ, ਅਤੇ ਉਹ ਹਰੀ ਦਾ ਨਾਮ ਜਪ ਕੇ ਛੁੱਟ ਜਾਂਦਾ। ਤਨ ਮਨ ਗੁਰ ਪਹਿ ਵੇਚਿਆ, ਮਨ ਦੀਆ ਸਿਰ ਨਾਲ। ਜਿਸ ਗੁਰਮੁਖ ਨੇ ਤਨ ਅਤੇ ਮਨ ਦੋਵੇਂ ਹੀ
ਸਤਿਗੁਰਾਂ ਦੇ ਪਾਸ ਵੇਚ ਦਿੱਤੇ ਹਨ। ਮਨ ਦੀਆ ਸਿਰ ਨਾਲ, ਮਨ ਤੇ ਦਿੱਤਾ ਹੀ, ਸਿਰ ਵੀ ਆਪਣਾ ਨਾਲ ਹੀ ਵੇਚ ਦਿੱਤਾ। ਸਤਿਗੁਰੂ ਦੇ ਅੱਗੇ ਭੇਟਾ ਕਰ ਦਿੱਤਾ। ਸਿਰ ਵੇਚਣ ਦਾ ਮਤਲਬ ਆਪਣੇ ਹੰਕਾਰ ਦਾ ਸਿਰ ਵੱਢ ਕੇ ਭੇਟਾ ਕਰਨਾ। ਆਪਣੀ ਹਉਮੈ, ਆਪਣੇ ਮਨ ਦੀ ਸਿਆਣਪ ਨਾ ਕੋਲ ਰੱਖਣੀ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸੀ, ਲਹਿਣਿਆਂ ਬਾਹਰ ਨਿਕਲ ਕੇ ਵੇਖ ਰਾਤ ਕਿੰਨੀ ਕੁ ਬਤੀਤ ਹੋਈ। ਤਾਂ ਪਾਵਨ ਸ਼੍ਰੀ ਲਹਿਣਾ ਜੀ ਨੇ ਕਿਹਾ ਕਿ ਮਹਾਰਾਜ ਅੱਧੀ ਰਾਤ ਗੁਜ਼ਰ ਗਈ, ਅੱਧੀ ਰਹਿੰਦੀ ਹੈ। ਹਜ਼ੂਰ ਕਹਿੰਦੇ ਨਹੀਂ, ਭੁਲੇਖਾ ਲੱਗਾ, ਫਿਰ ਨਿਕਲ ਕੇ ਵੇਖੋ। ਫਿਰ ਆ ਕੇ ਕਿਹਾ ਵੀ ਮਹਾਰਾਜ ਜਿੰਨੀ ਤੁਸਾਂ ਲੰਘਾਈ ਉਨੀ ਲੰਘ ਗਈ, ਜਿੰਨੀ ਤੁਸੀਂ ਬਾਕੀ ਰੱਖੀ ਆ ਉਨੀ ਰਹਿੰਦੀ। ਹਜ਼ੂਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ, ਸਾਡੇ ਕੱਪੜੇ ਲੈ ਜਾ ਰਾਵੀ ਕੰਢੇ, ਜਾਂ ਧੋ ਕੇ ਸੁਕਾ ਕੇ ਲਿਆ ਬਾਹਰ, ਤਾਂ ਧੁੱਪ ਲੱਗੀ ਹੋਈ ਆ। ਹੁਣ ਬੁੱਧੀ ਤੇ ਆਪਣੀ ਸਿਆਣਪ ਤਾਂ ਇਹ ਗੱਲ ਕਹਿੰਦੀ ਆ ਕਿ ਧੁੱਪ ਨਹੀਂ ਲੱਗੀ ਹੋਈ, ਰਾਤ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਧੁੱਪ ਲੱਗੀ ਹੋਈ ਹੈ। ਅਤੇ ਆਪਣਾ ਆਪ ਗਵਾਇਆ ਹੋਣ ਕਰਕੇ ਸ਼੍ਰੀ ਲਹਿਣਾ ਜੀ ਨੇ ਇਹ ਬਚਨ ਮੰਨ ਲਿਆ ਕਿ ਜੋ ਸਤਿਗੁਰੂ ਕਹਿੰਦੇ ਉਹ ਸਹੀ ਹੋਵੇਗਾ, ਮੇਰੀ ਸਿਆਣਪ ਨਹੀਂ ਉੱਥੋਂ ਤੱਕ ਪਹੁੰਚ ਸਕਦੀ। ਔਰ ਫਿਰ ਜਾ ਕੇ ਕੱਪੜੇ ਧੋਤੇ, ਧੁੱਪ ਲੱਗੀ ਹੋਈ, ਸੁਕਾ ਕੇ ਲੈ ਆਂਦੇ। ਜਦੋਂ ਆਏ ਤੇ ਅੱਧੀ ਰਾਤ ਫਿਰ ਬਾਕੀ ਰਹਿੰਦੀ ਸੀ। ਦੁਨੀਆ ਵਾਸਤੇ ਅੱਧੀ ਰਾਤ ਰਹਿੰਦੀ ਸੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਤਮਿਕ ਬਲ ਨੂੰ ਤਾਂ ਉਹੀ ਸਮਝ ਸਕਦੇ ਸੀ। ਸੋ ਇਸ ਪ੍ਰਕਾਰ ਗੁਰੂ ਮਹਾਰਾਜ 'ਤੇ ਇਹੋ ਜਿਹਾ ਭਰੋਸਾ, ਇਹੋ ਜਿਹੀ ਭਾਵਨਾ, ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ। ਇਸ ਵਾਸਤੇ ਤਨ ਮਨ ਗੁਰ ਪਹਿ ਵੇਚਿਆ, ਨਾ ਤਨ ਆਪਣਾ ਸਮਝਿਆ ਨਾ ਮਨ ਆਪਣਾ ਸਮਝਿਆ, ਗੁਰੂ ਮਹਾਰਾਜ ਦੇ ਪਾਸ ਵੇਚ ਦਿੱਤਾ। ਕਿਉਂਕਿ ਸਤਿਗੁਰੂ ਧੰਨ ਧੰਨ ਸੋ ਗੁਰਸਿੱਖ ਕਹੀਏ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਔਰ ਮਨ ਦੀਆ ਸਿਰ ਨਾਲ, ਸਿਰ ਦੀਆਂ ਚਤੁਰਾਈਆਂ, ਸਿਆਣਪਾਂ, ਅਹੰਕਾਰ, ਇਹ ਸਤਿਗੁਰੂ ਨੂੰ ਨਾਲ ਦੇ ਦਿੱਤਾ। ਤ੍ਰਿਭਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ। ਪਹਿਲਾਂ ਜਿਸ ਪਰਮਾਤਮਾ ਨੂੰ ਤਿੰਨਾਂ ਭਵਨਾਂ 'ਚ ਖੋਜ ਕੇ ਢੰਡੋਲਿਆ, ਖੋਜਦਿਆਂ ਢੰਡੋਲਦਿਆਂ ਸਮਾਂ ਬਤੀਤ ਕੀਤਾ, ਨਹੀਂ ਸੀ ਵਾਹਿਗੁਰੂ ਦਾ ਗਿਆਨ ਹੋਇਆ। ਪਰ ਗੁਰਾਂ ਦੇ ਸਨਮੁਖ ਹੋ ਕੇ ਗੁਰਮੁਖਾਂ ਨੇ ਖੋਜਿਆ ਅਤੇ ਉਹ ਨਿਹਾਲ ਹੋ ਗਏ। ਜਿਸ ਨੂੰ ਲੋਕ ਤਿੰਨਾਂ ਭਵਨਾਂ 'ਚ ਖੋਜਦੇ ਫਿਰਦੇ ਨੇ, ਸਿੱਧ ਸਮਾਧੀਆਂ ਲਾਉਂਦੇ ਹਨ। ਜਿਵੇਂ ਕੈਲਾਸ਼ ਪਰਬਤ 'ਤੇ ਬੈਠੇ ਸ਼ਿਵ ਜੀ 88,000 ਵਰ੍ਹਾ ਕਹਿੰਦੇ ਸਮਾਧੀ ਲਾਈ ਰੱਖਦੇ ਆ। ਇਸ ਤਰ੍ਹਾਂ ਹੀ ਅਨੇਕਾਂ ਵੇਦਾਂ, ਸ਼ਾਸਤਰਾਂ, ਪੁਰਾਣਾਂ ਨੂੰ ਪੜ੍ਹਨ ਵਾਲੇ, ਤਪੱਸਿਆ ਕਰਨ ਵਾਲੇ ਤਿੰਨਾਂ ਭਵਨਾਂ 'ਚ ਖੋਜ ਢੰਡੋਲਿਆ, ਪਰ ਨਹੀਂ ਵਾਹਿਗੁਰੂ ਮਿਲੇ। ਗੁਰਮੁਖ ਖੋਜ ਨਿਹਾਲ, ਗੁਰਾਂ ਦੇ ਸਨਮੁਖ ਹੋ ਕੇ, ਗੁਰੂ ਦੇ ਅਨੁਸਾਰੀ ਹੋ ਕੇ ਖੋਜਿਆ ਤਾਂ ਨਿਹਾਲ ਹੋ ਗਏ। ਜਿਵੇਂ ਭਗਤ ਪੀਪਾ ਜੀ ਕਹਿੰਦੇ ਨੇ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪਰ ਨਾਲ ਉਹਨਾਂ ਕਿਹਾ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੇ। ਸਤਿਗੁਰੂ ਪੂਰਾ ਮਿਲਿਆ ਤਾਂ ਉਹ ਲਿਖਾ ਦਿੰਦਾ, ਜਣਾ ਦਿੰਦਾ ਵਾਹਿਗੁਰੂ ਦੇ ਗਿਆਨ ਨੂੰ, ਨਹੀਂ ਤਾਂ ਨਹੀਂ। ਪੂਰੇ ਗੁਰੂ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ। ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਮੇਲ ਕੇ ਆਪਣੇ ਨਾਲ ਮਿਲਾਇਆ ਹੈ, ਜਾਂ ਵਾਹਿਗੁਰੂ ਜੀ ਨੇ ਸਤਿਗੁਰੂ ਦੇ ਨਾਲ ਮਿਲਾਪ ਕਰਾਇਆ, ਸਤਿਗੁਰੂ ਦੁਆਰਾ ਫਿਰ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ। ਸਤਿਗੁਰੂ ਨੇ ਮੇਲ ਕੇ ਸਤਸੰਗਤ ਵਿੱਚ, ਸਤਿਗੁਰੂ ਨੇ ਮੇਲ ਕੇ ਨਾਮ ਦੇ ਨਾਲ, ਉਪਦੇਸ਼ ਨਾਲ, ਸ਼ਬਦ ਨਾਲ ਇੱਕ ਵਾਰੀ ਜਦੋਂ ਮਿਲਾ ਦਿੱਤਾ, ਨਾਨਕ ਸੋ ਪ੍ਰਭ ਨਾਲ, ਤਾਂ ਹਜ਼ੂਰ ਕਹਿੰਦੇ ਨੇ ਉਹ ਪ੍ਰਭੂ ਪਰਮਾਤਮਾ ਹੁਣ ਨਾਲ ਹੀ ਨਾਲ ਹੈ ਹਮੇਸ਼ਾ, ਦੂਰ ਨਾ ਹੀ ਮੇਰੋ ਪ੍ਰਭ ਪਿਆਰੋ। ਹੈ ਤਾਂ ਵਾਹਿਗੁਰੂ ਜੀ ਨਾਲ ਹੀ ਸੀ ਪਹਿਲਾਂ ਵੀ, ਪਰ ਗਿਆਨ ਦੀ ਪ੍ਰਾਪਤੀ ਨਹੀਂ ਸੀ, ਵਾਹਿਗੁਰੂ ਦਾ ਮਿਲਾਪ ਹਾਸਲ, ਵਸਲ ਨਹੀਂ ਸੀ, ਵਿਛੋੜਾ ਹੀ ਸੀ। ਪਰ ਹੁਣ ਸਤਿਗੁਰੂ ਦੀ ਬਖਸ਼ਿਸ਼ ਨਾਲ ਸਦਾ ਵਾਸਤੇ ਵਾਹਿਗੁਰੂ ਦਾ ਮਿਲਾਪ ਹਾਸਲ ਹੋਇਆ। ਸ੍ਰੀ ਰਾਗ ਮਹੱਲਾ ਪਹਿਲਾ। ਮਰਣਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਹਜ਼ੂਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅਗਲਾ 18ਵਾਂ ਸ਼ਬਦ ਉਚਾਰਦੇ ਹਨ ਕਿ ਗੁਰਮੁਖ ਪਿਆਰਿਆਂ ਦੀ ਜੋ ਅਵਸਥਾ ਹੈ ਉਹ ਇਹ ਹੈ ਕਿ ਉਹਨਾਂ ਨੂੰ ਮਰ ਜਾਣ ਦੀ ਚਿੰਤਾ ਨਹੀਂ ਹੈ, ਕਿਉਂਕਿ ਸਰੀਰ ਤੋਂ ਪਰੇ ਹੋ ਗਏ। ਸਰੀਰ ਉਹਨਾਂ ਦਾ ਆਪਣਾ ਰੂਪ ਨਹੀਂ, ਐਸਾ ਉਹਨਾਂ ਦੀ ਅਵਸਥਾ 'ਚ ਹੈ। ਬਾਕੀ ਸਾਰੇ ਸੰਸਾਰ ਦੇ ਜੀਵ ਮਰਨ ਦੀ ਚਿੰਤਾ ਰੱਖਦੇ ਨੇ। ਕਿਸੇ ਵੀ ਜੂਨ 'ਚ ਪਿਆ ਹੋਇਆ ਜੀਵ ਜਦੋਂ ਉਹਨੂੰ ਦਿਸੇ ਕਿ ਮੈਨੂੰ ਕੋਈ ਮਾਰਨ ਲੱਗਾ ਤਾਂ ਭੱਜਦਾ, ਜਾਨ ਬਚਾਉਂਦਾ, ਕਿਉਂਕਿ ਉਹਨੇ ਸਰੀਰ ਨੂੰ ਆਪਣਾ ਰੂਪ ਮੰਨ ਲਿਆ ਹੈ। ਅਤੇ ਜੋ ਗੁਰਮੁਖ ਉੱਚੀ ਅਵਸਥਾ ਵਾਲੇ ਨੇ,
ਉਹਨਾਂ ਨੂੰ ਮਰਨ ਦੀ ਚਿੰਤਾ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਚਿੰਤਾ ਤਾਂ ਕਿ ਕੀਜੀਐ ਜੋ ਅਨਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਸਥਿਰਤਾ ਕੋ ਹੈ ਨਹੀਂ। ਇਸੇ ਗੱਲ ਨੂੰ ਧਾਰਨ ਕਰਕੇ ਉਹਨਾਂ ਨੇ ਕਮਾਈ ਕੀਤੀ ਹੈ ਤੇ ਇਹ ਗਿਆਨ ਪ੍ਰਾਪਤ ਕਰ ਲਿਆ ਹੈ ਕਿ ਸਰੀਰ ਸਾਡਾ ਸਰੂਪ ਨਹੀਂ ਹੈ। ਜਿਵੇਂ ਭਾਈ ਕਲਿਆਣਾ ਜੀ ਆਏ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ, ਤਾਂ ਉਪਦੇਸ਼ ਸੁਣਦੇ ਰਹੇ ਤੇ ਇੱਕ ਦਿਨ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਮੈਨੂੰ ਸਰੂਪ ਦਾ ਗਿਆਨ ਬਖਸ਼ੋ। ਤੁਹਾਡੇ ਦਰਬਾਰ ਵਿੱਚੋਂ ਸੁਣਿਆ ਕਿ ਬੰਦਗੀ ਕਰਕੇ ਗੁਰੂ ਦੀ ਬਖਸ਼ਿਸ਼ ਨਾਲ ਸਰੂਪ ਦਾ ਗਿਆਨ ਹੁੰਦਾ। ਤਾਂ ਹਜ਼ੂਰ ਕਹਿਣ ਲੱਗੇ, ਭਾਈ ਕਲਿਆਣਾ ਜੀ ਤੁਸੀਂ ਕੀ ਆਪਣਾ ਰੂਪ ਮੰਨਿਆ, ਕੀ ਸਮਝਦੇ ਹੋ ਆਪਣੇ ਆਪ ਨੂੰ? ਕਹਿੰਦੇ, ਮਹਾਰਾਜ ਮੈਨੂੰ ਤਾਂ ਇੰਨਾ ਹੀ ਪਤਾ ਭਈ ਮੇਰਾ ਜਨਮ ਹੋਇਆ, ਬਾਲਕ ਅਵਸਥਾ 'ਚ ਖੇਡੇ ਮੱਲੇ, ਫਿਰ ਜਵਾਨੀ ਆਈ ਤੇ ਹੁਣ ਆਹ ਸਰੀਰ ਜਿਹੜਾ ਸਾਹਮਣੇ ਮੈਨੂੰ ਦਿਖਾਈ ਦੇ ਰਿਹਾ, ਮੈਨੂੰ ਤਾਂ ਇਹਦਾ ਹੀ ਪਤਾ। ਹਜ਼ੂਰ ਕਹਿਣ ਲੱਗੇ, ਨਹੀਂ ਭਾਈ ਕਲਿਆਣਾ ਜੀ ਤੁਸੀਂ ਬਦਾਮ ਵੇਖਿਆ? ਕਹਿਣ ਲੱਗਾ, ਜੀ ਹਾਂ। ਫਿਰ ਸਤਿਗੁਰੂ ਕਹਿਣ ਲੱਗੇ, ਬਦਾਮ ਦਾ ਅਸਲੀ ਰੂਪ ਜੋ ਛਿੱਕੜ ਉੱਪਰਲਾ ਫੋਗ ਦਿਸ ਰਿਹਾ ਉਹ ਨਹੀਂ। ਬਦਾਮ ਨੂੰ ਇੱਟੇ ਵੱਟੇ ਨਾਲ ਭੰਨਦੀ ਹੈ, ਵਿੱਚੋਂ ਲਾਲ ਰੰਗ ਦੀ ਗਿਰੀ ਨਿਕਲਦੀ ਹੈ। ਕਹਿਣ ਲੱਗਾ, ਜੀ ਹਾਂ ਮਹਾਰਾਜ। ਕਹਿੰਦੇ, ਉਹ ਵੀ ਬਦਾਮ ਦਾ ਰੂਪ ਨਹੀਂ ਅਸਲੀ। ਉਹਨੂੰ ਭਿਉਂ ਦਈਏ ਜਾਂ ਗਰਮ ਪਾਣੀ 'ਚ ਪਾ ਕੇ ਉੱਤੋਂ ਛਿਲਕਾ ਲਾ ਲਈਦਾ, ਫਿਰ ਵਿੱਚੋਂ ਚਿੱਟੇ ਰੰਗ ਦੀ ਗਿਰੀ ਨਿਕਲਦੀ ਹੈ, ਉਹ ਵੀ ਉਹਦਾ ਅਸਲੀ ਰੂਪ ਨਹੀਂ। ਉਹਦੇ ਵਿੱਚ ਜਿਹੜਾ ਤੇਲ ਹੈ, ਬਦਾਮ ਰੋਗਨ ਵੀ ਕਹਿ ਦਿੰਦੇ ਅਸੀਂ, ਬਦਾਮ ਦਾ ਤੇਲ, ਉਹੀ ਤਾਕਤ ਵਾਲੀ ਚੀਜ਼ ਹੈ, ਉਹ ਅਸਲੀ ਤੱਤ ਹੈ ਉਹਦਾ ਕਰਕੇ ਬਦਾਮ ਦੀ ਕੀਮਤ ਹੈ। ਇਸੇ ਪ੍ਰਕਾਰ ਹਜ਼ੂਰ ਕਹਿਣ ਲੱਗੇ, ਉੱਪਰਲਾ ਖੋਲ ਜਿਹੜਾ ਸਰੀਰ ਹੈ, ਇਹ ਤਾਂ ਮਾਤਾ ਪਿਤਾ ਰਾਹੀਂ ਜਨਮ ਹੋਇਆ ਤੇ ਇੱਕ ਦਿਨ ਖਤਮ ਹੋ ਜਾਏਗਾ। ਇਹਦੇ ਖਤਮ ਹੋਣ ਨਾਲ ਜੀਵ ਖਤਮ ਨਹੀਂ ਹੋ ਜਾਂਦਾ। ਥੱਲੇ ਸੂਖਮ ਸਰੀਰ ਵੀ ਹੈ, ਫਿਰ ਅੱਗੇ ਆਤਮਾ ਹੈ। ਉਂਝ ਤਾਂ ਵਿਦਵਾਨਾਂ ਨੇ 3 ਸਰੀਰ ਮੰਨੇ ਨੇ, ਸਥੂਲ, ਸੂਖਮ ਤੇ ਕਾਰਨ ਸਰੀਰ। ਕਾਰਨ ਸਰੀਰ ਤੋਂ ਅੱਗੇ ਆਤਮਾ ਹੈ। ਆਤਮਾ ਸ਼ੁੱਧ ਸਰੂਪ ਹੈ, ਪਰਮੇਸ਼ਰ ਵਾਹਿਗੁਰੂ ਦੀ ਅੰਸ਼ ਹੈ। ਸੋ ਇਸ ਤਰ੍ਹਾਂ ਬੰਦਗੀ ਕਰਕੇ ਉਸ ਆਤਮਿਕ ਸਰੂਪ ਤੱਕ ਜੋ ਪਹੁੰਚ ਗਿਆ ਹੈ, ਉਹਨੂੰ ਫਿਰ ਮਰਨ ਦੀ ਚਿੰਤਾ ਨਹੀਂ ਹੈ। ਕਬੀਰ ਜੀ ਨਾਮਦੇਵ ਜੀ ਨੂੰ ਮੌਤ ਦਾ ਭੈ ਦੇ ਕੇ ਡਰਾਉਣਾ ਚਾਹਿਆ, ਪਰ ਉਹ ਕਹਿਣ ਲੱਗੇ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਅੰਦਰ ਡਰਨ ਵਾਲਾ ਜੋ ਮਨ ਸੀ ਉਹ ਡਰਦਾ ਨਹੀਂ, ਉਹ ਕਿਸੇ ਹੋਰ ਅਵਸਥਾ ਵਿੱਚ ਹੈ। ਉਹਨੂੰ ਸਰੀਰ ਦੇ ਮਰਨ ਦੀ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਭੈ ਨਹੀਂ। ਇਸ ਤਰ੍ਹਾਂ ਮਰ ਜਾਣ ਦੀ, ਸਰੀਰ ਦੇ ਮਰਨ ਦੀ ਉਹਨਾਂ ਨੂੰ ਚਿੰਤਾ ਨਹੀਂ ਹੈ। ਤੇ ਜੀਵਨ ਕੀ ਨਹੀਂ ਆਸ, ਇਸ ਦੁਨੀਆ ਵਿੱਚ ਹੋਰ ਲੰਬੀ ਉਮਰ, ਲੰਬਾ ਸਮਾਂ ਜਿਉਣ ਦੀ ਉਹਨਾਂ ਆਸ ਨਹੀਂ ਰੱਖੀ, ਇੱਛਾ ਹੀ ਨਹੀਂ ਰੱਖੀ। ਜਿਤਨਾ ਸਮਾਂ ਵਿਧਾਤਾ ਜੀ ਨੇ ਜੀਵਨ ਬਖਸ਼ਿਆ ਹੈ, ਜੋ ਕਾਰਜ ਇਹਦੇ ਰਾਹੀਂ ਚੰਗੇ ਹੋ ਸਕਦੇ ਹਨ ਉਹ ਕਰਦੇ ਨੇ। ਖਾਸ ਕਰਕੇ ਵਾਹਿਗੁਰੂ ਦੀ ਬੰਦਗੀ, ਜਿਉਂਦੇ ਰਹਿਣ ਦੀ ਆਸ ਨਹੀਂ ਰੱਖਦੇ। ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਨੂੰ, ਉਹਨਾਂ ਨੇ ਜਦੋਂ ਸਰੀਰ ਤਿਆਗਣ ਦਾ ਸਮਾਂ ਸੀ ਤੇ 8 ਦਿਨ ਪਹਿਲਾਂ ਉਹਨਾਂ ਐਲਾਨ ਕਰ ਦਿੱਤਾ ਕਿ 8ਵੇਂ ਦਿਨ ਨੂੰ ਅਸੀਂ ਸਰੀਰ ਤਿਆਗ ਦੇਣਾ। ਜੋ ਵੀ ਕਿਸੇ ਪ੍ਰੇਮੀ ਨੇ ਕੋਈ ਬਚਨ ਪੁੱਛਣਾ, ਕੋਈ ਬਚਨ ਕਰਨਾ ਕਰ ਲਵੇ, ਸਾਡੀ ਤਿਆਰੀ ਹੈ। ਤਾਂ ਬਹੁਤ ਸੰਗਤਾਂ ਇਕੱਤਰ ਹੋ ਕੇ ਆ ਗਈਆਂ। ਉਹ ਫੌਜ ਵਿੱਚ ਰਹੇ ਸੀ, ਇਸ ਕਰਕੇ ਉਦੋਂ ਇੱਥੇ ਹਿੰਦੁਸਤਾਨ 'ਚ ਫਰੰਗੀਆਂ ਦਾ ਰਾਜ ਸੀ, ਅੰਗਰੇਜ਼ਾਂ ਦਾ। ਉਹ ਵੀ ਕੁਛ ਡਾਕਟਰ ਅਤੇ ਕੁਝ ਆਫਿਸਰ ਆਏ ਔਰ ਬੜੇ ਹੈਰਾਨ ਕਿ ਹੈ ਪਰਮਾਤਮਾ ਹੈ, ਗੌਡ, ਇਹਨਾਂ ਲੋਕਾਂ ਨੂੰ ਪਹਿਲਾਂ ਪਤਾ ਕਿ ਅਸੀਂ ਕਦੋਂ ਜਾਣਾ। ਅਤੇ ਫਿਰ ਕੋਈ ਸ਼ਿਕਨ ਨਹੀਂ, ਕੋਈ ਮਸਤਕ 'ਤੇ ਉਦਾਸੀ ਨਹੀਂ। ਸੰਗਤਾਂ ਇਕੱਠੀਆਂ ਹੋ ਗਏ ਅਤੇ ਕਹਿਣ ਲੱਗੀਆਂ ਵੀ ਮਹਾਂਪੁਰਸ਼ੋ, ਤੁਹਾਡੇ ਹੱਥ ਵੱਸ ਬਥੇਰਾ ਕੁਛ ਹੈ। ਤੁਸੀਂ ਜੇ ਹੋਰ ਬਹੁਤਾ ਚਿਰ ਰਹਿਣਾ ਚਾਹੋ ਤਾਂ ਰਹਿ ਸਕਦੇ ਹੋ। ਜੇ ਕਾਲਾ ਦੌੜਾ ਤੁਹਾਡਾ, ਅਜੇ ਕੋਈ ਖਾਸ ਉਮਰ ਨਹੀਂ, ਤੁਸੀਂ ਏਡੀ ਛੇਤੀ ਕਿਉਂ ਚਲੇ ਜਾਣਾ? ਹੋਰ ਸੰਸਾਰ ਦਾ ਭਲਾ ਕਰੋ। ਜ਼ਿਆਦਾ ਸੰਗਤਾਂ ਨੇ ਹੱਠ ਕੀਤਾ, ਫਿਰ ਉਹ ਕੁਝ ਸੋਚੀ ਪੈ ਗਏ। ਤਾਂ ਫਿਰ ਕਹਿਣ ਲੱਗੇ, ਇੱਕ ਤਰੀਕਾ ਹੈ, ਉਹ ਵਰਤ ਕੇ ਵੇਖ ਲੈਂਦੇ। ਉਹਨਾਂ ਦੇ ਨਾਲ ਰਹਿੰਦੇ ਸਨ ਭਾਈ ਲਾਲ ਸਿੰਘ, ਉਹ ਵੀ ਫੌਜ ਵਿੱਚ ਰਹੇ ਸੀ। ਉਹਨਾਂ ਨੂੰ ਛੋਟੇ ਸੰਤ ਜੀ ਸੰਗਤ ਕਹਿੰਦੀ ਸੀ। ਉਹਨਾਂ ਨੂੰ ਕੋਲ ਸੱਦ ਕੇ ਕਹਿਣ ਲੱਗੇ, ਭਾਈ ਲਾਲ ਸਿੰਘ ਜੀ, ਸੰਗਤਾਂ ਹੱਠ ਕਰ ਰਹੀਆਂ ਨੇ ਅਤੇ ਇਹ ਤਰੀਕਾ ਵਰਤਿਆ ਜਾ ਸਕਦਾ, ਜੇ ਤੁਹਾਨੂੰ ਮਨਜ਼ੂਰ ਹੋਏ ਤਾਂ ਸਾਡੇ ਥਾਂ ਤੁਸੀਂ ਪਹਿਲਾਂ ਚਲੇ ਜਾਓ ਅਤੇ ਤੁਹਾਡੀ 2 ਸਾਲ ਉਮਰ ਹੋਰ ਹੈ, ਉਹ ਫਿਰ ਅਸੀਂ ਹੰਢਾ ਲੈਂਦੇ ਹਾਂ ਅਤੇ 2 ਸਾਲਾਂ ਬਾਅਦ ਅਸੀਂ ਵੀ ਆ ਜਾਵਾਂਗੇ। ਉਹ ਬੜੇ ਖੁਸ਼ ਹੋਏ ਬਾਬਾ ਲਾਲ ਸਿੰਘ ਜੀ। ਕਹਿਣ ਲੱਗੇ, ਮਹਾਂਪੁਰਸ਼ੋ, ਹੋਰ ਮੈਨੂੰ ਕੀ ਚਾਹੀਦਾ? ਮੇਰੀ ਉਮਰ ਨੂੰ ਵਰਤ ਕੇ ਤੁਸੀਂ ਸੰਸਾਰ ਦਾ ਹੋਰ ਭਲਾ ਕਰੋ ਅਤੇ ਮੈਨੂੰ ਤਾਂ ਬੜੀ ਖੁਸ਼ੀ ਹੈ ਜੀ। ਫਿਰ ਉਹਨਾਂ ਦੱਸ ਦਿੱਤਾ ਕਿ ਪਰਸੋਂ, ਸ਼ਾਇਦ ਇੱਦਾਂ ਦੱਸਿਆ ਕਿ ਪਰਸੋਂ ਸ਼ਾਮਾਂ ਨੂੰ 5:15 ਵਜੇ ਤੁਸੀਂ ਸਰੀਰ ਤਿਆਗੋਗੇ।
ਤੇ ਫਿਰ ਅੰਗਰੇਜ਼ ਅਫਸਰ ਤੇ ਡਾਕਟਰ ਤੇ ਹੋਰ ਲੋਕ ਉੱਥੇ ਟਿਕੇ ਰਹੇ। ਉਹ ਤੇ ਜਿਹੜੇ ਦੂਜੇ ਮਤ ਦੇ ਸੀ, ਈਸਾਈ ਮਤ ਦੇ, ਉਹ ਇੱਥੋਂ ਤੱਕ ਪਹੁੰਚ ਨਹੀਂ ਸੀ, ਉਹਨਾਂ ਦੀ ਸੰਗਤਾਂ ਨੂੰ ਪਤਾ ਸੀ, ਤਾਂ ਉਹ ਕੁਝ ਹੈਰਾਨ ਜਿਹੇ ਸੀ ਜ਼ਿਆਦਾ। ਤੇ ਫਿਰ ਜਦੋਂ ਭਾਈ ਲਾਲ ਸਿੰਘ ਜੀ ਦੇ ਸਰੀਰ ਤਿਆਗਣ ਦਾ ਸਮਾਂ ਆਇਆ, ਉਦੋਂ ਕੁਝ ਸਮਾਂ ਪਹਿਲਾਂ ਉਹ ਲੰਗਰ ਵਿੱਚ ਸੇਵਾ ਕਰ ਰਹੇ ਸੀ, ਤੇ ਬਿਲਕੁਲ ਥੋੜ੍ਹਾ ਜਿਹਾ ਸਮਾਂ ਰਹਿੰਦਾ ਸੀ ਜਦੋਂ ਉਹ ਗੁਰੂ ਦਰਬਾਰ 'ਚ ਆਏ। ਕੋਈ ਬਿਮਾਰੀ ਨਹੀਂ, ਕੋਈ ਤੰਗੀ ਨਹੀਂ। ਆ ਕੇ ਉਹਨਾਂ ਨੇ ਨਮਸਕਾਰ ਕੀਤੀ, ਗੁਰੂ ਮਹਾਰਾਜ ਦੀਆਂ ਪ੍ਰਕਰਮਾਂ ਕੀਤੀਆਂ, ਤੇ ਮਹਾਰਾਜ ਸਾਹਿਬ ਦੇ ਤਾਬਿਆ ਬੈਠੇ ਸੀ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲੇ। ਤਾਂ ਭਾਈ ਲਾਲ ਸਿੰਘ ਜੀ ਨੇ ਉਹਨਾਂ ਦੇ ਪੱਟ 'ਤੇ ਸਿਰ ਰੱਖ ਕੇ, ਗੁਰੂ ਮਹਾਰਾਜ ਵੱਲ ਨੂੰ ਸਿਰ ਸੀ, ਦੂਜੇ ਪਾਸੇ ਨੂੰ ਲੱਤਾਂ ਪਸਾਰ ਕੇ ਬਸ 2 ਮਿੰਟ ਉਹ ਜਿਵੇਂ ਪਏ ਤੇ ਸਰੀਰ ਤਿਆਗਿਆ ਗਿਆ। ਬੜੇ ਅੰਗਰੇਜ਼ ਲੋਕ ਹੈਰਾਨ ਹੋਏ ਕਿ ਹੇ ਵਾਹਿਗੁਰੂ, ਇਹ ਗੋਡ ਦੇ ਕਿਹੋ ਜਿਹੇ ਲੋਕ ਨੇ, ਇਹਨਾਂ ਦੇ ਹੱਥ ਵਿੱਚ ਹੀ। ਫਿਰ 2 ਸਾਲਾਂ ਬਾਅਦ ਸੰਤ ਕਰਮ ਸਿੰਘ ਨੇ ਫਿਰ ਦੱਸਤਾ ਕਿ ਅਸੀਂ ਹੁਣ ਸਰੀਰ ਤਿਆਗ ਦੇਣਾ। ਫਿਰ ਸੰਗਤਾਂ ਕਹਿਣ ਲੱਗੀਆਂ ਵੀ ਨਾ ਇੰਝ ਕਰੋ, ਕਹਿਣ ਲੱਗੇ ਨਹੀਂ, ਵਾਹਿਗੁਰੂ ਦੇ ਭਾਣੇ 'ਚ ਦਖਲਅੰਦਾਜ਼ੀ ਕਰਨੀ ਨਹੀਂ ਚਾਹੀਦੀ, ਔਰ ਉਹ ਤੁਸਾਂ ਜ਼ਿਆਦਾ ਜ਼ੋਰ ਦਿੱਤਾ, ਸੰਗਤ ਦਾ ਹੁਕਮ ਅਸੀਂ ਮੰਨ ਲਿਆ, ਸਾਡੇ ਥਾਂ ਜਾਣ ਨੂੰ ਭਾਈ ਲਾਲ ਸਿੰਘ ਤਿਆਰ ਹੋ ਗਏ, ਅਤੇ ਇਸ ਕਰਕੇ ਫਿਰ ਥੋੜ੍ਹਾ ਤਬਦੀਲੀ ਹੋਈ ਸੀ। ਅਸੀਂ ਵਾਹਿਗੁਰੂ ਦੇ ਹੁਕਮ 'ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੁੰਦੇ, ਕਿਉਂਕਿ ਗੁਰਮੁਖ ਆਵੈ ਜਾਏ ਨਿਸੰਗ। ਇਹ ਤਾਂ ਸਾਨੂੰ ਸੰਸਾਰੀਆਂ ਨੂੰ ਇਸ ਦੁਨੀਆ ਤੋਂ ਜਾਣਾ ਚੰਗਾ ਨਹੀਂ, ਕਿਉਂਕਿ ਸਾਨੂੰ ਸੰਸਾਰ ਨਾਲ ਲਗਾ, ਸਰੀਰ ਨਾਲ ਵੀ, ਸੰਬੰਧੀਆਂ ਨਾਲ, ਅਤੇ ਪੈਸੇ ਧੇਲੇ, ਅਤੇ ਆ ਜਿਹੜਾ ਦ੍ਰਿਸ਼ਮਾਨ ਪ੍ਰਪੰਚ ਹੈ, ਇਹੋ ਚੰਗਾ ਲੱਗਦਾ, ਅਗਲੇ ਜਹਾਨ ਦੀ ਖਬਰ ਕੋਈ ਨਹੀਂ। ਇਸ ਲਈ ਇਹ ਇੱਥੋਂ ਮਰਨਾ ਕੋਈ ਨਹੀਂ ਚਾਹੁੰਦਾ। ਚਿੰਤਾਗ੍ਰਸਤ ਹੈ ਮਨੁੱਖ। ਚੇਤਾ ਰੱਖਣਾ ਚਾਹੀਦਾ, ਪਰ ਚਿੰਤਾ ਨਹੀਂ ਕਰਨੀ ਚਾਹੀਦੀ। ਚੇਤਾ ਜ਼ਰੂਰ ਰੱਖਣਾ ਚਾਹੀਦਾ ਸਰੀਰ ਦੇ ਅੰਤ ਦਾ, ਵੀ ਇਹ ਸਰੀਰ ਥੋੜ੍ਹ ਵਿਤਾ ਹੈ, ਥੋੜ੍ਹ ਚਿਰਾ ਹੈ, ਸਦਾ ਨਹੀਂ ਇਹ ਰਹਿ ਸਕਦਾ, ਇਹਦੀ ਕੋਈ ਪਾਇਆ ਨਹੀਂ ਹੈ। ਨਿਮਣਿਆਦੀ ਦੇਹ ਹੈ, ਨਾ ਪਾਏਦਾਰ ਜ਼ਿੰਦਗਾਨੀ ਇਹ ਦੁਨੀਆ ਇਸ ਕਦਰ, ਹਰ ਸਾਂਸ ਪਰ ਗੁਮਾ ਹੈ, ਕਹੀਂ ਆਖਰੀ ਨਾ ਹੋ। ਹਰ ਸਾਹ ਦੇ ਉੱਪਰ ਸ਼ੱਕ ਹੈ, ਕਿਉਂਕਿ ਹਮ ਆਦਮੀ ਹੈ, ਇੱਕਦਮੀ ਮੋਲਤ ਮੋਤ ਨਾ ਜਾਣਾ। ਨਾਨਕ ਬਿਨਵੈ ਤਿਸੈ ਸਿਰਿਓ। ਚਿੰਤਾ ਛੱਡ ਕੇ ਹਜ਼ੂਰ ਕਹਿੰਦੇ ਉਸ ਪ੍ਰਮਾਤਮਾ ਦਾ ਸਿਮਰਨ ਕਰੋ, ਜਾ ਕੇ ਜੀ ਪ੍ਰਾਣਾ, ਜਿਸ ਦਾ ਬਖਸ਼ਿਆ ਹੋਇਆ ਇਹ ਜੀਵਾਤਮਾ ਜਿੰਦ ਹੈ, ਅਤੇ ਪ੍ਰਾਣ ਸਵਾਸ ਅਤੇ ਸਰੀਰ ਜਿਹਦਾ ਸਭ ਕੁਝ ਬਖਸ਼ਿਆ ਹੋਇਆ, ਇਸ ਸਰੀਰ ਦੁਆਰਾ ਬਸ ਵਾਹਿਗੁਰੂ ਦਾ ਸਿਮਰਨ ਕਰ ਲੈਣਾ ਚਾਹੀਦਾ। ਭਾਈ ਸਾਹਿਬ ਡਾਕਟਰ ਵੀਰ ਸਿੰਘ ਦੇ ਇੱਕ ਧਰਮ ਦੇ ਭੈਣ ਜੀ ਸਨ, ਬੀਬੀ ਜੀ, ਅਤੇ ਉਹਨਾਂ ਦੀ ਇੱਕ ਬੱਚੀ ਸੀ। ਉਹ ਬੱਚੀ ਕੁਝ ਸਿੱਧਰੀ ਸੀ, ਅਤੇ ਉਹਨੂੰ ਡਾਕਟਰਾਂ ਨੇ ਕੁਝ ਚੈੱਕਅਪ ਕਰਕੇ ਦੱਸਿਆ ਕੋਈ ਐਸੀ ਬਿਮਾਰੀ ਕਿ ਹੁਣ ਬਹੁਤਾ ਸਮਾਂ ਜਿਉਂਦੀ ਨਹੀਂ ਰਹੇਗੀ। ਉਸ ਬੱਚੀ ਦਾ ਨਾਂ ਸੀ ਬੀਬੀ ਰੱਖਾਂ। ਅਤੇ ਉਹਦੀ ਮਾਤਾ ਨੂੰ ਬੜੀ ਚਿੰਤਾ ਹੋਈ, ਅਤੇ ਉਸਨੇ ਭਾਈ ਸਾਹਿਬ ਡਾਕਟਰ ਵੀਰ ਸਿੰਘ ਨੂੰ ਸੱਦਿਆ ਅਤੇ ਕਿਹਾ, ਭਾਈ ਸਾਹਿਬ ਜੀ, ਹੁਣ ਬੱਚੀ ਨੂੰ ਆਹ ਬਿਮਾਰੀ ਦੱਸੀ ਹੈ ਡਾਕਟਰਾਂ, ਵੀ ਇਹਨੇ ਬਹੁਤਾ ਚਿਰ ਜਿਉਂਦੀ ਨਹੀਂ ਰਹਿਣਾ, ਮੰਜੇ 'ਤੇ ਪਈ ਹੈ, ਮੇਰਾ ਹੌਸਲਾ ਨਹੀਂ ਪੈਂਦਾ, ਮੈਂ ਬੱਚੀ ਨੂੰ ਕਿਵੇਂ ਦੱਸਾਂ ਕਿ ਇਸ ਦੁਨੀਆ ਤੋਂ ਤੂੰ ਚਲੀ ਜਾਣਾ। ਮੈਂ ਚਾਹੁੰਦੀ ਹਾਂ ਕਿ ਇਹ ਸਿਮਰਨ ਕਰਦੀ ਕਰਦੀ ਜਾਏ। ਤਾਂ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਫਿਰ ਉਸ ਬੱਚੀ ਕੋਲ ਬੈਠ ਗਏ, ਕਹਿਣ ਲੱਗੇ, ਬੇਟਾ ਰੱਖਾਂ, ਮੈਂ ਅਤੇ ਤੇਰੇ ਮਾਤਾ ਜੀ ਨੇ, ਅਸੀਂ ਦੋਵਾਂ ਭੈਣ ਭਰਾਵਾਂ ਇੱਕ ਸਲਾਹ ਕੀਤੀ ਹੈ, ਅਤੇ ਬੇਟਾ ਤੈਨੂੰ ਵਲੈਤ ਭੇਜ ਦਈਏ। ਉਹ ਬੱਚੀ ਸਿੱਧਰੇ ਸੁਭਾਅ ਦੀ ਸੀ, ਸੂਦੇ ਸੁਭਾਅ ਦੀ ਸੀ। ਭਾਈ ਸਾਹਿਬ ਕਹਿਣ ਲੱਗੇ, ਅਸੀਂ ਸਲਾਹ ਕੀਤੀ, ਬੇਟਾ ਤੈਨੂੰ ਵਲੈਤ ਭੇਜ ਦਈਏ, ਪਰ ਵਲੈਤ ਅਸੀਂ ਜਾਣਾ ਸੀ ਨਹੀਂ, ਤੈਨੂੰ ਪਹਿਲਾਂ ਭੇਜ ਦਈਏ, ਤੂੰ ਜਾ ਕੇ ਘਰ ਬੂਆ ਬਣਾਏਂਗੀ, ਅਤੇ ਫਿਰ ਉੱਥੇ ਅਸੀਂ ਵੀ ਆ ਜਾਵਾਂਗੇ। ਕਹਿਣ ਲੱਗੀ ਵੀ ਮੈਂ ਘਰ ਬੂਆ ਮਾਮਾ ਜੀ ਕਿਵੇਂ ਜਾ ਕੇ ਬਣਾਵਾਂਗੇ। ਤਾਂ ਉਸ ਵੇਲੇ ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਉੱਥੇ ਵਲੈਤ ਜਾਣ ਤੋਂ ਪਹਿਲਾਂ ਤੈਨੂੰ ਇੱਕ ਕੰਮ ਕਰਨਾ ਪਏਗਾ। ਕਹਿਣ ਲੱਗੀ, ਦੱਸੋ ਜੀ। ਕਹਿਣ ਲੱਗੇ, ਤੂੰ ਆ ਥੋੜ੍ਹੀ ਬਿਮਾਰ, ਅਤੇ ਹੋਰ ਨਹੀਂ ਤੂੰ ਕੁਛ ਕਰ ਸਕਦੀ, ਵਾਹਿਗੁਰੂ 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 ਕਰੀ ਚੱਲ। ਫਿਰ ਕੁਝ ਦਿਨਾਂ ਬਾਅਦ ਤੂੰ ਵਲੈਤ ਚਲੇ ਜਾਏਂਗੀ, ਤੈਨੂੰ ਅਸੀਂ ਭੇਜ ਦਿਆਂਗੇ, ਅਤੇ ਤੇਰੇ ਮਗਰੋਂ ਅਸੀਂ ਉੱਥੇ ਆਵਾਂਗੇ। ਤਾਂ ਉਹ ਬੱਚੀ ਸੂਦੇ ਸੁਭਾਅ ਦੀ ਸੀ, ਫਿਰ ਵਾਹਿਗੁਰੂ ਵਾਹਿਗੁਰੂ ਕਰਨਾ ਉਹਨੇ ਸ਼ੁਰੂ ਕਰ ਦਿੱਤਾ। ਬਹੁਤ ਜਪਿਆ ਉਸਨੇ ਨਾਮ, ਜਿੰਨੇ ਕੁ ਦਿਨ ਉਹਦੀ ਜ਼ਿੰਦਗੀ ਸੀ, ਅਤੇ ਇਸ ਤਰ੍ਹਾਂ ਫਿਰ ਸੌਖੇ ਢੰਗ ਨਾਲ ਹੀ ਸਰੀਰ ਤਿਆਗ ਦਿੱਤਾ ਉਸਨੇ, ਚੜ੍ਹਾਈ ਕਰ ਗਈ। ਸੋ ਇਸ ਪ੍ਰਕਾਰ ਉਹ ਸਭਨਾ ਸਹੁਰਾ ਵੰਝਣਾ ਸਭ ਮੁਕਲਾਵਣ ਹਾਰ, ਹਜ਼ੂਰ ਕਹਿੰਦੇ ਨੇ। ਇਸ ਲਈ ਗੁਰਮੁਖ ਜਨਾਂ ਨੂੰ ਮਰਨ ਦੀ ਚਿੰਤਾ ਨਹੀਂ, ਅਤੇ ਲੰਬਾ ਜੀਵਨ ਜਿਉਣ ਦੀ ਕੋਈ ਆਸਾ ਇੱਛਾ ਹੁੰਦੀ ਨਹੀਂ। ਉਹ ਕੀ ਸਮਝਦਾ ਗੁਰਮੁਖ, ਤੂੰ ਸਰਬ ਜੀਆ ਪ੍ਰਤਪਾਲ ਹੀ ਲੇਖੈ ਸਾਸ ਗਰਾਸ। ਹੈ ਵਾਹਿਗੁਰੂ, ਸਾਰਿਆਂ ਜੀਆਂ ਦੀ ਤੁਸੀਂ ਪ੍ਰਤਪਾਲਾ ਕਰ ਰਹੇ ਹੋ,
ਜਿੰਨੇ ਅਸੀਂ ਸਵਾਸ ਲੈਂਦੇ ਹਾਂ, ਜਿੰਨੀਆਂ ਬੁਰਕੀਆਂ, ਜਿੰਨੇ ਨਿਵਾਲੇ ਅਸੀਂ ਖਾਂਦੇ ਹਾਂ ਨਾ ਭੋਜਨ ਦੇ, ਇਹ ਸਾਡਾ ਹਰ ਇੱਕ ਸਾਹ ਅਤੇ ਸਾਡਾ ਭੋਜਨ ਦੀਆਂ ਬੁਰਕੀਆਂ ਨਿਵਾਲੇ ਇਹ ਤੇਰੇ ਲੇਖੇ ਵਿੱਚ ਨੇ, ਭਾਵ ਤੇਰੇ ਹਿਸਾਬ ਕਿਤਾਬ ਵਿੱਚ ਨੇ। ਤੈਨੂੰ ਸਾਰਾ ਕੁਛ ਪਤਾ, ਕਿੰਨੇ ਸਵਾਸ ਦੇਣੇ, ਕਿੰਨਾ ਕੁ ਭੋਜਨ ਬਖਸ਼ਣ। ਅੰਤਰ ਗੁਰਮੁਖ ਤੂੰ ਵਸਾ ਹੈ, ਜਿਉ ਭਾਵ ਹੈ ਤਿਉ ਨਿਰਜਾਸ। ਗੁਰਾਂ ਦੇ ਸਨਮੁਖ ਜੋ ਗੁਰਮੁਖ ਹੈ, ਗੁਰਾਂ ਦੇ ਅਨੁਸਾਰੀ ਹੋ ਕੇ ਚੱਲਣ ਵਾਲਾ, ਉਹ ਕਹਿੰਦਾ ਕਿ ਮਾਰੇ ਅੰਦਰ ਤੁਸੀਂ ਵਸਦੇ ਹੋ, ਗੁਰਮੁਖਾਂ ਦੇ ਅੰਦਰ ਤੁਸੀਂ ਵਸ ਰਹੇ ਹੋ। ਜਿਉਂ ਭਾਵ ਹੈ ਤਿਉ ਨਿਰਜਾਸ। ਗੁਰਮੁਖਾਂ ਨੂੰ ਪਤਾ ਲੱਗਾ ਹੈ, ਤਾਂ ਸਾਰਿਆਂ ਨੂੰ ਦੇ ਅੰਦਰ ਵਾਹਿਗੁਰੂ ਦੀ ਜੋਤ, ਪਰ ਗੁਰਮੁਖਾਂ ਨੂੰ ਪਤਾ, ਮਨਮੁਖਾਂ ਨੂੰ ਪਤਾ ਨਹੀਂ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਪ੍ਰਾਪਤ ਤੇ ਸਾਨੂੰ ਸਾਰਿਆਂ ਨੂੰ ਹੋਇਆ। ਗੁਰਮੁਖ ਪਾਇਆ ਦਾ ਮਤਲਬ ਵੀ ਗੁਰਮੁਖਾਂ ਨੇ ਇਹ ਗਿਆਨ ਪ੍ਰਾਪਤ ਕੀਤਾ, ਇਹ ਪਾ ਲਿਆ, ਜਾਣ ਲਿਆ ਵੀ ਮਾਨਸ ਜਨਮ ਦੁਰਲੱਭ ਹੈ। ਇਸੇ ਤਰ੍ਹਾਂ ਗੁਰਮੁਖ ਨੇ ਜਾਣਿਆ ਕਿ ਅੰਦਰ ਸਭ ਦੇ ਤੁਸੀਂ ਵਸ ਰਹੇ ਹੋ। ਜੋ ਭਾਵ ਹੈ ਤੇ ਉਹ ਨਿਰਜਾਸ। ਜਿਵੇਂ ਤੁਹਾਨੂੰ ਭਾਉਂਦਾ ਚੰਗਾ ਲੱਗਦਾ, ਉਸੇ ਤਰ੍ਹਾਂ ਤੁਸੀਂ ਨਿਰਜਾਸ ਹੁੰਦਾ ਨਿਰਣਾ ਕਰਨਾ, ਚੰਗੀ ਤਰ੍ਹਾਂ ਗਹੁ ਨਾਲ ਵਾਚਣਾ ਕਿਸੇ ਗੱਲ। ਤੁਸੀਂ ਮਹਾਰਾਜ ਜਿਵੇਂ ਤੁਹਾਨੂੰ ਪਾਉਂਦਾ ਉਸੇ ਤਰ੍ਹਾਂ ਤੁਸੀਂ ਨਿਰਣਾ ਕਰ ਕਰਕੇ ਦਾਤਾਂ ਦੇ ਰਹੇ ਹੋ। ਜਿਵੇਂ ਤੁਹਾਨੂੰ ਪਾਉਂਦਾ ਉਸੇ ਤਰ੍ਹਾਂ ਤੁਸੀਂ ਵੇਖ ਸੰਭਾਲ ਕਰ ਰਹੇ ਹੋ ਸਾਰੇ ਜੀਆਂ ਦੀ। ਜੀਅਰੇ ਰਾਮ ਜਪਤ ਮਨ ਮਾਨ। ਆਪਣੀ ਜਿੰਦ ਨੂੰ ਉਪਦੇਸ਼ ਦੇਣਾ ਮਨ ਨੂੰ ਕਿ ਹੇ ਮੇਰੇ ਜੀਅੜੇ, ਜਿਵੇਂ ਕਿਹਾ ਮੇਰੇ ਜੀਅੜਿਆ ਪਰਦੇਸੀਆ ਕਿਤ ਪਵਹਿ ਜੰਜਾਲੇ ਰਾਮ। ਇੱਥੇ ਵੀ ਕਹਿੰਦੇ ਜੀਅਰੇ, ਹੇ ਮੇਰੀ ਜਿੰਦੇ, ਹੇ ਮੇਰੇ ਜੀਵੜੇ ਰਾਮ ਜਪਤ। ਰਾਮ ਪਰਮਾਤਮਾ ਦਾ ਜਾਪ ਕਰ। ਉਹਨੂੰ ਜਪਦਿਆਂ ਮਨ ਨੂੰ ਮਨਾ, ਮਨ ਨੂੰ ਗਜਾ, ਮਨ ਨੂੰ ਗੇਜ ਪਾ। ਇੰਨਾ ਜਪ ਕਿ ਮਨ ਗਿੱਝ ਜਾਏ, ਅਧੀਨ ਹੋ ਕੇ। ਜਿਵੇਂ ਹਾਲੀ ਕੱਢਿਆ ਤਾਂ ਵਹਿੜਕਾ ਅਤੇ ਫਿਰ ਵਗਣ ਲੱਗ ਪੈਂਦਾ, ਫਿਰ ਨਹੀਂ ਉਹ ਅਰਲੀਆਂ ਭੰਨਦਾ, ਨਹੀਂ ਤਾਂ ਉਹ ਸਿੱਧਾ ਹੋ ਕੇ ਵਗਦਾ ਨਹੀਂ ਪਹਿਲਾਂ, ਜਿੰਨਾ ਚਿਰ ਅਜੇ ਹਾਲੀ ਨਹੀਂ ਕੱਢਿਆ ਹੁੰਦਾ। ਇਸ ਤਰ੍ਹਾਂ ਮਨ ਨੂੰ ਮਨਾਓ, ਗਜਾਓ। ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ। ਅੰਦਰ ਜਿਹੜੀ ਲੱਗੀ ਹੋਈ ਸੀ ਤ੍ਰਿਸ਼ਨਾ ਦੀ ਅੱਗ, ਜਲ ਦਾ ਅਰਥ ਵੀ ਕੀਤਾ ਜਿਹੜੀ ਸੜਨ, ਅਤੇ ਜਲ ਲੱਲੇ ਨੂੰ ਸਿਹਾਰੀ ਹੈ, ਜਲ ਦੁਆਰਾ, ਨਾਮ ਜਲ ਦੁਆਰਾ ਅੰਦਰ ਲੱਗੀ ਹੋਈ ਤ੍ਰਿਸ਼ਨਾ ਦੀ ਅੱਗ ਬੁਝ ਗਈ ਗੁਰਮੁਖਾਂ ਦੇ ਅੰਦਰੋਂ। ਕਿਹਨਾਂ ਦੇ ਜੀ? ਪਾਇਆ ਗੁਰਮੁਖ ਗਿਆਨ। ਜਿਨ੍ਹਾਂ ਨੇ ਗੁਰੂ ਮੁਖ ਦੁਆਰਾ ਗੁਰਾਂ ਦੇ ਸਨਮੁਖ ਹੋ ਕੇ ਗਿਆਨ ਦੀ ਪ੍ਰਾਪਤੀ ਕੀਤੀ। ਜਿਹੜੀ ਪਹਿਲਾਂ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀ, ਸੜਨ ਲੱਗੀ ਹੋਈ ਸੀ, ਉਹ ਨਾਮ ਜਲ ਪ੍ਰਾਪਤ ਹੋਣ ਨਾਲ ਬੁਝ ਗਈ, ਸ਼ਾਂਤ ਹੋ ਗਈ। ਹੋਰਨਾਂ ਨੂੰ ਲੱਗੀ ਹੋਈ ਹੈ, ਗੁਰਮੁਖਾਂ ਦੇ ਅੰਦਰੋਂ ਬੁਝੀ ਹੋਈ ਹੈ। ਰਹਾਓ ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕ ਉਤਾਰ। ਹਜ਼ੂਰ ਕਹਿੰਦੇ ਨੇ ਕਿ ਅੰਦਰ ਦੀ ਗਤ ਅਵਸਥਾ ਨੂੰ ਜਾਣ ਲਈਦਾ ਹੈ, ਗੁਰ ਮਿਲੀਐ ਸੰਕ ਉਤਾਰ। ਕਿਵੇਂ ਜੀ? ਜੇ ਸਤਿਗੁਰਾਂ ਨੂੰ ਮਿਲ ਪਈਏ ਸ਼ੰਕਾ ਲਾ ਕੇ। ਸੰਕ ਉਤਾਰ ਦਾ ਮਤਲਬ ਪੂਰੀ ਸ਼ਰਧਾ ਨਾਲ, ਭਾਵਨਾ ਨਾਲ ਗੁਰਾਂ ਨੂੰ ਮਿਲ ਪਈਏ ਤਾਂ ਅੰਦਰ ਜਿਵੇਂ ਤਬਦੀਲੀ ਕਰਨੀ ਹੈ, ਜਿਵੇਂ ਉੱਪਰਲੀਆਂ ਪੌੜੀਆਂ 'ਤੇ ਚੜ੍ਹਨਾ, ਜਿਵੇਂ ਗਿਆਨ ਦੀ ਪ੍ਰਾਪਤੀ ਕਰਨੀ ਹੈ, ਉਹ ਅੰਦਰ ਦੀ ਗਤ ਅਵਸਥਾ ਨੂੰ ਜਾਣ ਲਈਦਾ ਹੈ। ਮੋਇਆ ਜਿਤ ਘਰ ਜਾਈਐ ਤਿਤ ਜੀਵਦਿਆ ਮਰ ਮਾਰ। ਸਰੀਰ ਦੇ ਮਰਨ ਤੋਂ, ਜਿਸ ਮਰ ਮੌਤ ਦੇ ਘਰ ਵਿੱਚ ਜਾਣਾ ਹੈ, ਜਿਸ ਘਰ 'ਚ ਜਾਣਾ ਨਾ ਅੰਤ ਸਮੇਂ ਮਰਨ ਤੋਂ ਬਾਅਦ, ਤਿਤ ਜੀਵਦਿਆ ਮਰ ਮਾਰ। ਉਸ ਮੌਤ ਨੂੰ, ਮਰਨ ਨੂੰ ਜਿਉਂਦਿਆਂ ਹੀ ਮਾਰ ਲਓ, ਮਤਲਬ ਮੌਤ ਦਾ ਭੈ ਕੱਟ ਲਓ। ਮੌਤ ਦਾ ਜਿਹੜਾ ਸਹਿਮ ਹੈ ਉਹ ਕੱਟ ਲਈਏ ਅਤੇ ਫਿਰ ਚਿੰਤਾ ਰਹਿੰਦੀ ਨਹੀਂ। ਜਿਨ੍ਹਾਂ ਨੂੰ ਮੌਤ ਦਾ ਭੈ, ਉਹਨਾਂ ਅੰਦਰ ਹੀ ਚਿੰਤਾ ਕਿਤੇ ਮਰ ਨਾ ਜਾਈਏ। ਔਰ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜਦੋਂ ਸਰੀਰ ਦੇ ਅੰਤ ਹੋਣ ਤੋਂ ਬਾਅਦ ਜਿਸ ਘਰ ਵਿੱਚ ਜਾਣਾ ਹੀ ਜਾਣਾ, ਸੋ ਉਸ ਅਵਸਥਾ 'ਚ ਪਹਿਲਾਂ ਹੀ ਪਹੁੰਚ ਜਾਈਏ। ਮੌਤ ਦੇ ਘਰ 'ਚ ਜਾਣਾ ਹੀ ਹੈ, ਜਿਉਂਦਿਆਂ ਹੀ ਮਰ ਮਾਰ। ਆਪਾ ਭਾਵ ਤੋਂ ਜਿਉਂਦੇ ਮਰ ਜਾਓ। ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਮਾਰ ਲਿਆ ਜਾਏ, ਹੰਕਾਰ ਨੂੰ, ਅਤੇ ਮੌਤ ਦਾ ਭੈ ਵੀ ਮਰ ਜਾਂਦਾ। ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ। ਅਨਹਦ ਹੱਦ ਤੋਂ ਰਹਿਤ ਇੱਕ ਰਸ, ਨਿਰਯਤਨ ਬਿਨਾਂ ਚੋੜ ਤੋਂ ਜਿਹੜੇ ਸ਼ਬਦ ਸੁਣਾਈ ਦਿੰਦੇ ਨੇ। ਅਨਹਦ ਸ਼ਬਦ ਸੁਹਾਵਣੇ, ਜੋ ਉਹ ਅਨਹਦ ਸ਼ਬਦ ਸੋਭਨੀਕ ਹਨ, ਸੋਭਨੀਕ ਸੁਹਾਵਣੇ ਹੋ ਜਾਂਦੇ ਨੇ ਜੀਵ ਜਿਸ ਸ਼ਬਦ ਨੂੰ ਸੁਣ ਕੇ, ਜਿਨ੍ਹਾਂ ਦੇ ਜੀਵਨ ਬੜੇ ਸੋਭਨੀਕ ਬਣ ਜਾਂਦੇ ਹਨ। ਪਾਈਆ ਗੁਰ ਵਿਚਾਰ, ਉਹ ਅਨਹਦ ਸ਼ਬਦ ਪ੍ਰਾਪਤ ਹੁੰਦੇ ਹਨ ਗੁਰਾਂ ਦੀ ਬਖਸ਼ੀ ਵਿਚਾਰ ਦੁਆਰਾ।
ਜਿਹੜੀ ਵਿਚਾਰਧਾਰਾ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਇਸ ਵਿਚਾਰ ਨੂੰ ਅੰਦਰ ਵਸਾਉਣ ਦੇ ਨਾਲ ਉਹ ਅਨਹਦ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਅਨਹਦ ਬਾਣੀ ਪਾਈਐ ਤਹ ਹਉਮੈ ਹੋਏ ਬਿਨਾਸ਼। ਜੇ ਅਨਹਦ ਹੱਦ ਤੋਂ ਰਹਿਤ ਆਹਤ ਤੋਂ ਬਗੈਰ ਨਿਰਯਤਨ ਜੋ ਬਾਣੀ ਵੱਜੀ ਚੌਂ ਜੁਗੀ ਸੱਚੋ ਸੱਚ ਸੁਣਾਏ, ਜਿਹੜਾ ਅਨਹਦ ਨਾਦ ਅਨਹਦ ਸ਼ਬਦ ਵੱਜ ਰਿਹਾ ਹੈ ਬ੍ਰਹਿਮੰਡ ਵਿੱਚ, ਉਹ ਬ੍ਰਹਿਮੰਡੀ ਕੀਰਤਨ ਉਹ ਬਾਣੀ ਪ੍ਰਾਪਤ ਕਰ ਲਈਦੀ ਹੈ ਤਾਂ ਉਸ ਹਿਰਦੇ 'ਚੋਂ ਹਉਮੈ ਦਾ ਵਿਨਾਸ਼ ਹੋ ਜਾਂਦਾ। ਜਿਸ ਹਿਰਦੇ 'ਚ ਅਨਹਦ ਨਾਦ ਸੁਣਦਾ ਹੈ, ਪੰਚੇ ਸ਼ਬਦ ਵਜੇ ਮਤ ਗੁਰਮਤ ਵਡ ਭਾਗੀ, ਅਨਹਦ ਵੱਜਿਆ ਆਨੰਦ ਰੂਪ ਮੂਲ ਸਭ ਦੇਖਿਆ, ਗੁਰ ਸ਼ਬਦੀ ਗੋਵਿੰਦ ਗੱਜਿਆ। ਇਸ ਪ੍ਰਕਾਰ ਉੱਥੇ ਹੰਗਤਾ ਨਹੀਂ ਰਹਿ ਜਾਂਦੀ। ਸਤਿਗੁਰ ਸੇਵੇ ਆਪਣਾ ਹਉ ਸਦ ਕੁਰਬਾਨੈ ਤਾਸ। ਜਿਹੜਾ ਆਪਣੇ ਸਤਿਗੁਰੂ ਦੀ ਸੇਵਾ ਕਮਾਉਂਦਾ ਹੈ, ਹੁਕਮ ਮੰਨਣ ਦੇ ਬਰਾਬਰ ਹੋਰ ਕੋਈ ਸੇਵਾ ਨਹੀਂ। ਆਗਿਆ ਸਮ ਨਹੀਂ ਸਾਹਿਬ ਸੇਵਾ। ਜਿਹੜਾ ਆਪਣੇ ਸਤਿਗੁਰੂ ਨੂੰ ਸੇਵੇ ਸਿਮਰੇ, ਜਿਹੜਾ ਸਤਿਗੁਰੂ ਦੀ ਦੱਸੀ ਸੇਵਾ ਕਰੇ ਭਾਵਨਾ ਨਾਲ, ਹਜ਼ੂਰ ਕਹਿੰਦੇ ਨੇ ਅਸੀਂ ਸਦਾ ਵਾਸਤੇ ਹਮੇਸ਼ਾ ਉਸ ਤੋਂ ਕੁਰਬਾਨ ਹਾਂ, ਬਲਿਹਾਰ ਜਾਂਦੇ ਹਾਂ। ਖੜ ਦਰਗਹਿ ਪੈ ਨਾਈਐ ਮੁਖ ਹਰ ਨਾਮ ਨਿਵਾਸ। ਖੜ ਲਿਜਾ ਕੇ ਦਰਗਾਹ ਦੇ ਵਿੱਚ ਪੈ ਨਾਈਐ ਸਨਮਾਨੇ ਜਾਂਦੇ ਹਨ ਉਹ ਜੀਵ। ਕੌਣ ਜੀ? ਮੁਖ ਹਰ ਨਾਮ ਨਿਵਾਸ, ਜਿਨ੍ਹਾਂ ਦੇ ਮੁਖ ਵਿੱਚ ਹਰੀ ਦੇ ਨਾਮ ਦਾ ਨਿਵਾਸ ਹਮੇਸ਼ਾ ਰਹਿੰਦਾ। ਨਾ ਨਿੰਦਿਆ, ਨਾ ਚੁਗਲੀ, ਨਾ ਬੁਰੇ ਬਚਨ, ਨਾ ਚੁਗਲੀ, ਨਾ ਸੰਸਾਰੀ ਗੱਲਾਂ। ਜਿਨ੍ਹਾਂ ਦੇ ਮੁਖ ਵਿੱਚ ਵਾਹਿਗੁਰੂ ਦੇ ਨਾਮ ਦਾ ਹੀ ਨਿਵਾਸ ਹੈ, ਇਹਦਾ ਫਲ ਉਹਨਾਂ ਨੂੰ ਮਿਲੇਗਾ ਜਦੋਂ ਦਰਗਾਹ ਵਿੱਚ ਲਿਜਾਇਆ ਜਾਏਗਾ ਅਤੇ ਉੱਥੇ ਪੈਨਾਈ ਹੈ ਸਨਮਾਨੇ ਜਾਣਗੇ। ਜਿਵੇਂ ਕਿ ਬਾਬਾ ਪੈਦਾ ਸੱਚਖੰਡ ਸਰੋਪੋ ਪਹਿਨਾਏ ਜਾਣਗੇ, ਸਨਮਾਨੇ ਜਾਣਗੇ। ਜਹ ਦੇਖਾਂ ਤਹ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ। ਜਿੱਧਰ ਵੀ ਅਸੀਂ ਵੇਖਦੇ ਹਾਂ ਉੱਥੇ ਹੀ ਰਵ ਰਹੇ ਵਾਹਿਗੁਰੂ ਪਰਮਾਤਮਾ ਭਰਪੂਰ ਹੋ ਰਹੇ ਹਨ। ਸ਼ਿਵ ਸ਼ਕਤੀ ਕਾ ਮੇਲ, ਕਿਉਂਕਿ ਇਹ ਸੰਸਾਰ ਸ਼ਿਵ ਕਲਿਆਣ ਸਰੂਪ ਪਰਮਾਤਮਾ, ਉਹਦੀ ਜੋਤ ਅਤੇ ਸ਼ਕਤੀ ਮਾਇਆ ਰਚਨਾ, ਇਹ ਦੋਵਾਂ ਦਾ ਮੇਲ ਹੈ ਸੰਸਾਰ। ਦੂਜਾ ਅਰਥ ਵਿਦਵਾਨਾਂ ਨੇ ਇੰਝ ਕੀਤਾ, ਜਿੱਧਰ ਵੀ ਅਸੀਂ ਦੇਖ ਰਹੇ ਹਾਂ ਤਹ ਰਵ ਰਹੇ ਸਾਰੇ ਜੀਵ ਇਸ ਸੰਸਾਰ ਵਿੱਚ ਹੀ ਰੁੱਝੇ ਹੋਏ ਨੇ। ਇਹ ਸੰਸਾਰ ਸ਼ਿਵ ਜੀਵਾਤਮਾ ਅਤੇ ਸ਼ਕਤੀ ਮਾਇਆ ਦਾ ਮੇਲ ਹੈ। ਅਤੇ ਇਹ ਸਾਰੀ ਜਿਹੜੀ ਖੇਡ ਹੈ ਸ਼ਿਵ ਸ਼ਕਤੀ ਦੀ, ਜੀਵਾਤਮਾ ਅਤੇ ਜੜ ਮਾਇਆ ਦੀ, ਇਹ ਸਾਰਾ ਤਮਾਸ਼ਾ ਜਿਹੜਾ ਇਹਦੇ ਵਿੱਚ ਸਾਰੇ ਉਲਝੇ ਹੋਏ ਨੇ। ਤ੍ਰਿਹੋ ਗੁਣ ਬੰਦੀ ਦੇਹੋਰੀ ਜੋ ਆਇਆ ਜੰਗ ਸੋ ਖੇਲ। ਮਾਇਆ ਦੇ ਜਿਹੜੇ 3 ਗੁਣ ਹਨ, 3 ਤਰ੍ਹਾਂ ਦੇ ਸੁਭਾਅ। ਤਮੋ ਗੁਣ ਕਾਲਾ ਮੰਨਿਆ। ਤਮੋ ਗੁਣੀ ਬਿਰਤੀ ਜਿੱਥੇ ਪ੍ਰਧਾਨ ਹੁੰਦੀ ਉੱਥੇ ਪਾਪ, ਅਪਰਾਧ, ਵਿਕਾਰ, ਬੁਰੇ ਕਰਮ। ਤਮੋ ਗੁਣ ਨੂੰ ਤਾਂ ਕਾਲਾ ਗਿਆ। ਰਜੋ ਗੁਣ ਰਾਜਨੀਤਿਕ ਰਾਜਸੀ ਸੁਭਾਵਨਾ, ਸੁੱਖਾਂ ਦੀ ਇੱਛਾ, ਸੰਸਾਰਕ ਸੁੱਖਾਂ ਦੀ। ਕਰਮ ਤਾਂ ਬੁਰੇ ਨਾ ਕਰਨੇ, ਪਰ ਰਾਜ ਭਾਗ ਸੰਸਾਰ ਦੇ ਜਿਹੜੇ ਸੁੱਖ ਨੇ ਇਹਨਾਂ ਵਿੱਚ ਹੀ ਰਹਿਣਾ ਖਚਤ। ਅਤੇ ਸਤੋ ਗੁਣੀ ਬਿਰਤੀ ਹੁੰਦੀ ਆ ਵੀ ਕਰਮ ਉੱਚੇ ਕਰਨੇ, ਚੰਗੇ ਭਲੇ ਦੇ, ਨੇਕੀ ਦੇ, ਪਰ ਵੱਧ ਤੋਂ ਵੱਧ ਪ੍ਰਲੋਕ ਦੇ ਸੁੱਖ ਸਹੂਲਤਾਂ ਦੀ ਇੱਛਾ, ਬੈਕੁੰਠ ਵਿੱਚ ਵਾਸੇ ਦੀ ਇੱਛਾ, ਸੁਰਗ ਵਿੱਚ ਵਸਣ ਦੀ ਇੱਛਾ, ਔਰ ਜਿਹੜਾ ਕਰਮ ਕਰ ਰਿਹਾ ਉਹਦਾ ਫਲ ਭੋਗਣ ਦੀ ਇੱਛਾ। ਇਹ ਸਤੋ ਗੁਣ। ਕਰਮ ਚੰਗਾ ਪਰ ਉਹਦੇ ਭੋਗਣ ਦੀ, ਫਲ ਲੈਣ ਦੀ ਇੱਛਾ। ਅਤੇ ਇਹਨਾਂ ਮਾਇਆ ਦੇ 3 ਗੁਣਾਂ ਵਿੱਚ ਜਿਹੜੀ ਦਿਉਰੀ, ਇਹ ਸਰੀਰ ਹੈ ਨਾ, ਸੋਹਣੀ ਦੇਹ ਕਾਇਆ, ਇਹ ਬੱਧੀ ਹੋਈ ਹੈ। ਸਾਰੇ ਜੀਆਂ ਦੀ ਦੇਹ, ਲੋਕਾਂ ਨੇ ਜਿਹੜਾ ਸਰੀਰ ਧਾਰੇ ਨੇ, ਇਹ ਦਿਉਰੀ ਲੋਕਾਂ ਨੂੰ ਜਿਹੜੀ ਦੇਹ ਮਿਲੀ ਹੈ ਜੀਆਂ ਨੂੰ, 3 ਗੁਣਾਂ 'ਚ ਹੀ ਬੱਝੀਆਂ ਹੋਈਆਂ ਦੇਹਾਂ। ਜੋ ਆਇਆ ਜਗ, ਜਿਹੜਾ ਵੀ ਇਸ ਜਗਤ ਵਿੱਚ ਆਇਆ ਹੈ ਸੋ ਖੇਲ। ਉਹ ਇਸ ਖੇਡ ਨੂੰ ਖੇਡਦਾ ਪਿਆ, ਇਸ ਖੇਡ ਵਿੱਚ ਹੀ ਪਰਚਿਆ ਹੋਇਆ। ਇਹ ਖੇਲ ਤਮਾਸ਼ੇ ਨੂੰ, ਸੰਸਾਰ ਨੂੰ ਖੇਲ ਤਮਾਸ਼ਾ ਨਾ ਮੰਨ ਕੇ ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਿਲਾਏ, ਇਹ ਨਹੀਂ ਸਮਝਿਆ। ਹਜ਼ੂਰ ਕਹਿੰਦੇ ਨੇ ਇਸ ਖੇਡ ਵਿੱਚ ਸਾਰੇ ਪਰਚੇ ਹੋਏ ਨੇ। ਜੋ ਵੀ ਜਗ ਵਿੱਚ ਆਇਆ, ਵਿਜੋਗੀ ਦੁੱਖ ਵਿਛੜੇ ਮਨਮੁਖ ਲਹਿ ਨ ਮੇਲ। ਹਜ਼ੂਰ ਕਹਿੰਦੇ ਨੇ ਜੋ ਮਨਮੁਖ ਨੇ ਉਹ ਕਦੇ ਵੀ ਵਾਹਿਗੁਰੂ ਦਾ ਵਸਲ, ਵਾਹਿਗੁਰੂ ਜੀ ਦਾ ਮੇਲ ਮਿਲਾਪ ਹਾਸਲ ਨਹੀਂ ਕਰ ਸਕਦੇ, ਕਿਉਂਕਿ ਉਹ ਪਰਮਾਤਮਾ ਤੋਂ ਵਿਛੜੇ ਹੋਏ ਜੋ ਵਿਜੋਗੀ ਨੇ, ਉਹ ਦੁੱਖਾਂ ਵਿੱਚ ਪਏ ਹੋਏ ਅਤੇ ਵਿਛੜੇ ਹੋਏ ਨੇ ਵਾਹਿਗੁਰੂ ਤੋਂ, ਸਦਾ ਦੁੱਖ ਭੋਗਦੇ ਨੇ, ਮਨ ਦੇ ਪਿੱਛੇ ਜੋ ਲੱਗੇ ਹੋਏ ਨੇ, ਗੁਰਮੁਖ ਨਹੀਂ ਬਣੇ। ਇਸ ਕਰਕੇ
ਵਿਜੋਗੀ ਬਣ ਕੇ ਦੁੱਖਾਂ ਵਿੱਚ ਪਏ ਹੋਏ ਵਿਛੋੜੇ ਵਿੱਚ ਜੀਵਨ ਗੁਜ਼ਾਰਦੇ ਕਦੇ ਵੀ ਮਿਲਾਪ ਹਾਸਲ ਨਹੀਂ ਕਰਨਗੇ। ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ। ਜਿਹੜਾ ਮਨ ਸੱਚ ਸਰੂਪ ਪਰਮਾਤਮਾ ਦੇ ਉਜਲ ਭੈ ਵਿੱਚ ਰਾਤਾ ਰੰਗਿਆ ਹੋਇਆ ਹੁੰਦਾ, ਉਹ ਸੰਸਾਰ ਤੋਂ ਬੈਰਾਗੀ ਹੋ ਕੇ, ਰਾਗ ਮੋਹ ਦਾ ਨਾਮ ਬੈਰਾਗੀ, ਮੋਹ ਤੋਂ ਰਹਿਤ ਅਵਸਥਾ, ਹਿਰਦੇ ਘਰ ਵਿੱਚ ਵਸਦਾ, ਸਰੂਪ ਰੂਪੀ ਘਰ ਵਿੱਚ ਵਸਦਾ ਹੈ ਉਹ ਮਨ ਜਿਹੜਾ ਸੱਚ ਸਰੂਪ ਵਾਹਿਗੁਰੂ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਉਜਲ ਭੈ ਵਿੱਚ ਰੰਗਿਆ ਹੋਇਆ ਹੈ। ਹੋਰ ਨੂੰ ਡਰ ਕੋਈ ਨਹੀਂ, ਪਰਮਾਤਮਾ ਦੇ ਭੈ ਵਿੱਚ ਸਦਾ ਰਹਿੰਦਾ। ਇਸ ਕਰਕੇ ਉਹ ਬੈਰਾਗੀ ਹੋ ਕੇ ਸਰੂਪ ਰੂਪੀ ਘਰ ਵਿੱਚ ਵਾਸਾ ਪ੍ਰਾਪਤ ਕਰਦਾ। ਗਿਆਨ ਮਹਾਰਸ ਭੋਗਵੈ ਬਾਹੁੜ ਭੂਖ ਨਾ ਹੋਏ। ਸੰਸਾਰ ਦੇ ਜਿੰਨੇ ਮਰਜ਼ੀ ਪਦਾਰਥ ਅਸੀਂ ਭੋਗੀਏ ਫਿਰ ਭੁੱਖ ਲੱਗਦੀ ਹੈ। ਬੜੇ ਬੜੇ ਰਸਦਾਇਕ ਭੋਜਨ ਖਾ ਕੇ ਜਿੱਥੇ ਕਿਹਾ ਜਾਂਦਾ ਬੜਾ ਰਸ ਆਇਆ, ਬੜਾ ਆਨੰਦ ਆਇਆ, ਭੁੱਖ ਫਿਰ ਲੱਗਦੀ ਹੈ। ਈਵਨ ਸ਼ਰਾਬ ਆਦਿਕ ਜਿਹੜੇ ਨਸ਼ੇ ਦੁਖਦਾਈ ਨੇ, ਔਰ ਸਵਾਦ ਵੀ ਕੌੜਾ ਸ਼ਰਾਬ ਦਾ ਕਹਿੰਦੇ ਨੇ, ਫਿਰ ਵੀ ਬਾਰ-ਬਾਰ ਉਹ ਮਨੁੱਖ ਪੀਂਦਾ। ਕੋਈ ਇੱਕ ਵਾਰੀ ਪੀਤਿਆਂ ਐਸਾ ਨਸ਼ਾ ਤਾਂ ਚੜ੍ਹ ਨਹੀਂ ਜਾਂਦਾ ਕਿ ਦੁਬਾਰਾ ਨਾ ਉਹਨੂੰ ਪੀਣਾ ਖਾਣਾ ਪਏ ਵਸਤੂ ਨੂੰ। ਬਾਕੀ ਸਾਰੇ ਭੋਜਨ ਖਾਣ ਦੇ ਨਾਲ ਫਿਰ ਭੁੱਖ ਲੱਗਦੀ ਹੈ, ਪਰ ਹਜ਼ੂਰ ਕਹਿੰਦੇ ਨੇ ਗਿਆਨ ਦਾ ਮਹਾਨ ਰਸ ਜੋ ਭੋਗਦਾ ਹੈ, ਜਿਹੜਾ ਆਤਮ ਗਿਆਨ ਦਾ, ਅੱਖਰਾਂ ਦਾ ਗਿਆਨ ਬਾਹਰੀ ਨਹੀਂ, ਜਿਹੜਾ ਅੰਤਰੀਵ ਪਰੋਖ ਗਿਆਨ, ਬ੍ਰਹਮ ਗਿਆਨ, ਸਤਿਗੁਰ ਸ਼ਬਦੋ ਯਾਰੋ ਦੀਪਾ, ਸੋ ਉਸ ਦੇ ਮਹਾਨ ਰਸ ਨੂੰ ਜਿਹੜਾ ਭੋਗਦਾ ਹੈ, ਬਾਹੁੜ ਭੂਖ ਨਾ ਹੋਏ। ਬੋੜੋ ਦੁਬਾਰਾ ਫਿਰ ਉਹਨੂੰ ਕੋਈ ਭੁੱਖ ਜਾਂ ਨਹੀਂ, ਤ੍ਰਿਸ਼ਨਾ ਨਹੀਂ ਰਹਿ ਜਾਂਦੀ। ਸਰੀਰਕ ਭੁੱਖ ਤੇ ਇਸ ਵਾਸਤੇ ਉਹ ਪੂਰੀ ਕਰਦੇ ਨੇ, ਛਕਦੇ ਨੇ ਵੀ ਸਰੀਰ ਦੁਆਰਾ ਕੰਮ ਲੈਣਾ, ਰੱਬ ਦੀ ਰਜ਼ਾ ਵਿੱਚ ਰਹਿਣਾ। ਕਿਉਂਕਿ ਜਦੋਂ ਤੱਕ ਸਰੀਰ ਬਣਿਆ ਹੋਇਆ ਉਦੋਂ ਤੱਕ ਭੋਜਨ ਛਕਣਾ ਕੋਈ ਬੁਰੀ ਬਾਤ ਨਹੀਂ, ਪਰ ਰਸ ਨਹੀਂ ਲੈਂਦੇ ਉਹ ਭੋਜਨਾਂ ਦਾ, ਰੁਚੀ ਕੋਈ ਨਹੀਂ, ਸਵਾਦ ਕੋਈ ਨਹੀਂ। ਸਰੀਰ ਨੂੰ ਚੱਲਦਾ ਫਿਰਦਾ ਰੱਖਣ ਲਈ ਜੀਵਨ ਬਤੀਤ ਕਰਦੇ ਹਾਂ, ਭੋਜਨ ਛਕਦੇ ਨੇ, ਪਰ ਮਨ ਵਿੱਚ ਭੁੱਖ ਤ੍ਰਿਸ਼ਨਾ ਨਹੀਂ ਰਹਿ ਜਾਂਦੀ। ਨਾ ਬਹੁਤੇ ਬਸਤਰ ਸੁੰਦਰ ਹੰਡਾਉਣ ਦੀ, ਨਾ ਸਵਰਨ ਸੁਵਰਨੇ 36 ਪ੍ਰਕਾਰ ਦੇ ਭੋਜਨ ਖਾਣ ਦੀ, ਨਾ ਹੋਰ ਸੰਸਾਰ ਦੇ ਸੁੱਖਾਂ ਦੀ। ਜਿਹੜਾ ਉਸ ਮਹਾਨ ਰਸ ਨੂੰ ਭੋਗ ਲੈਂਦਾ ਉਹਨੂੰ ਬੋੜੋ ਦੁਬਾਰਾ ਫਿਰ ਭੁੱਖ ਨਹੀਂ ਹੁੰਦੀ। ਨਾਨਕ ਇਹੋ ਮਨ ਮਾਰ ਮਿਲ ਵੀ ਫਿਰ ਦੁੱਖ ਨਾ ਹੋਏ। ਸਤਿਗੁਰੂ ਕਹਿੰਦੇ ਜੇ ਦੁੱਖਾਂ ਤੋਂ ਸਦਾ ਲਈ ਛੁਟਕਾਰਾ ਚਾਹੁੰਦਾ ਤਾਂ ਇਹ ਜਿਹੜਾ ਮਨ ਹੈ ਨਾ, ਇਹਨੂੰ ਮਾਰ ਲੈ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਮਨ ਮਰੇ ਤਾਂ ਹੀ ਧਾਤ ਮਾਇਆ ਦਾ ਪ੍ਰਭਾਵ ਖਤਮ ਹੁੰਦਾ, ਦੌੜ ਭੱਜ ਤਾਂ ਹੀ ਖਤਮ ਹੁੰਦੀ ਹੈ। ਔਰ ਬਿਨਾਂ ਮਨ ਦੇ ਮਰਨ ਤੋਂ ਕਿਸ ਤਰ੍ਹਾਂ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ। ਇੱਥੇ ਵੀ ਹਜ਼ੂਰ ਕਹਿ ਰਹੇ ਨੇ ਇਹ ਜਿਹੜਾ ਮਨ ਹੈ ਇਹੀ ਪੁਆੜੇ ਪਾ ਕੇ ਰੱਖੇ ਉਸਨੇ, ਇਹਨੇ ਦੁੱਖ ਦਿੱਤਾ ਤੈਨੂੰ, ਇਹਨੂੰ ਮਾਰ ਕੇ ਤੇ ਮਿਲ ਪਓ ਵਾਹਿਗੁਰੂ ਪਰਮਾਤਮਾ ਨੂੰ, ਇਹਦੇ ਪਿੱਛੇ ਨਾ ਲੱਗ। ਇਹ ਮਨੂਆ ਖਿਨ ਊਬ ਪਿਆਲੀ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਭਈ ਇਹ ਜਿਹੜਾ ਮਨ ਹੈ ਇਹਦੇ 'ਤੇ ਲੋਕ ਬੜਾ ਯਕੀਨ ਕਰਕੇ ਇਹਦੇ 'ਚ ਫਸਦੇ ਨੇ, ਪਰ ਅਸੀਂ ਨਹੀਂ ਇੱਥੇ ਯਕੀਨ ਕਰਦੇ। ਕਵਨ ਕਵਨ ਨੇ ਪਤਰਿਆ ਤੁਮਰੀ ਪ੍ਰਤੀਤ, ਇਹ ਮਨਾ ਤੇਰੀ ਪ੍ਰਤੀਤੀ, ਤੇਰੇ ਭਰੋਸੇ, ਤੇਰੇ ਵਿੱਚ ਵਿਸ਼ਵਾਸ ਕਰਕੇ ਕਿਹੜਾ ਨਹੀਂ ਡਿੱਗਾ। ਕਵਨ ਕਵਨ ਨੇ ਪਤਰਿਆ ਤੁਮਰੀ ਪ੍ਰਤੀਤ, ਮਹਾ ਮੋਹਨੀ ਮੋਹਿਆ ਨਰਕ ਕੀ ਰੀਤ। ਤੂੰ ਤਾਂ ਆਪ ਮੋਹਣੀ ਮਾਇਆ 'ਚ ਮੋਹਿਆ ਹੋਇਆ, ਮੈਂ ਤੇਰੇ ਪਿੱਛੇ ਲੱਗਾ, ਤੇ ਤੂੰ ਤਾਂ ਫੜੀ ਹੈ ਨਰਕਾਂ ਨੂੰ ਜਾਣ ਵਾਲੀ ਰੀਤੀ। ਤੇਰੀ ਰੋਹ ਰੀਤ, ਤੇਰੀ ਮਰਜ਼ਾਦਾ ਨਰਕਾਂ ਨੂੰ ਜਾਣ ਵਾਲੀ ਹੈ। ਮਨ ਨੂੰ ਕਹਿ ਰਹੇ ਨੇ ਕਵਨ ਕਵਨ ਨੇ ਪਤਰਿਆ ਤੁਮਰੀ ਪ੍ਰਤੀਤ, ਮਹਾ ਮੋਹਨੀ ਮੋਹਿਆ ਨਰਕ ਕੀ ਰੀਤ। ਮਨ ਖੁਟਹਰ, ਉਹ ਖੋਟਿਆ ਮਨਾ, ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾਦਾ, ਤੂੰ ਤਾਂ ਬੜਾ ਸ਼ਰਾਬੀ ਹੈ, ਤੇਰੇ ਤੇ ਮੈਂ ਨਹੀਂ ਵਿਸ਼ਵਾਸ ਕਰਦਾ। ਖਰ ਕਾ ਪੈਂਖਰ ਤੋਂ ਛੁੱਟਾ ਜੋ ਉੱਪਰ ਲੱਦਾ, ਖੋਤੇ ਦੀਆਂ ਲੱਤਾਂ ਨੂੰ ਪੈਂਖੜ ਪਾਇਆ ਹੁੰਦਾ ਰੱਸਾ, ਉਹਦੇ 'ਤੇ ਵਜਨ ਲੱਦਣ ਵਾਸਤੇ, ਨਹੀਂ ਤਾਂ ਉਹਦੇ ਲੱਤੇ ਮਾਰਦਾ। ਇਸ ਤਰ੍ਹਾਂ ਦਾ ਤੂੰ ਹੈ। ਤੂੰ ਗੁਰੂ ਦਾ ਸ਼ਬਦ ਨਹੀਂ ਜਿਹੜਾ ਉਹ ਨਹੀਂ ਧਾਰਨ ਕਰਨ ਦਿੰਦਾ, ਅਤੇ ਜਦੋਂ ਤੱਕ ਤੇਰੇ 'ਤੇ ਸਾਧਨਾ ਕਰਕੇ ਭਗਤੀ ਸਿਮਰਨ ਸੇਵਾ ਦੁਆਰਾ ਭਾਰ ਨਾ ਪਾ ਲਈਏ, ਤੇਰਾ ਪੈਂਖੜ ਕਿਵੇਂ ਖੋਲ੍ਹੀਏ, ਤੈਨੂੰ ਖੁੱਲ੍ਹਾ ਕਿਵੇਂ ਛੱਡ ਦਈਏ। ਕੁਝ ਐਸੇ ਲੋਕ ਹੋਏ ਨੇ ਜਿਹੜੇ ਇਸ ਮਨ ਦੇ ਸਤਾਏ ਇਹ ਗੱਲ ਕਰਨ ਲੱਗ ਪਏ ਵੀ ਮਨ ਨੂੰ ਪਹਿਲਾਂ ਖੁੱਲ੍ਹਾ ਛੱਡੋ ਅਤੇ ਜੋ ਇੱਕ ਚਾਹੁੰਦਾ ਉਹ ਕਰਨ ਦਿਓ, ਉਹਨੂੰ ਜੋ ਵੀ ਮਨ ਚਾਹੁੰਦਾ ਉਸੇ ਤਰ੍ਹਾਂ ਸਰੀਰਕ ਤੌਰ 'ਤੇ ਵੀ ਕਰੀ ਚੱਲੋ, ਫਿਰ ਹਾਰ ਹੰਭ ਕੇ ਟਿਕੇਗਾ। ਇਹ ਇਸ ਤਰ੍ਹਾਂ ਓਸ਼ੋ ਰਜਨੀਸ਼ ਦੀ ਇਹ ਵਿਚਾਰਧਾਰਾ।
ਪਰ ਸਤਿਗੁਰੂ ਦੀ ਇਹ ਵਿਚਾਰਧਾਰਾ ਨਹੀਂ। ਇਸ ਮਨ ਨੂੰ ਖੁੱਲ੍ਹਾ ਨਹੀਂ ਛੱਡਣਾ, ਗੁਰੂ ਦੇ ਸ਼ਬਦ ਦੁਆਰਾ ਘੇਰ ਘੇਰ ਕੇ ਸਮਝਾ ਕੇ ਲਿਆਉਣਾ ਇਹਨੂੰ ਟਿਕਾਣੇ। ਫਿਰ ਇਹਦਾ ਸੁਭਾਅ ਬੁਰੇ ਜਿਹੜੇ ਹਨ ਹਟ ਜਾਣਗੇ। ਮਤ ਸਮਝੋ ਵੀ ਮਾੜੇ ਕਰਮਾਂ ਵੱਲ ਪ੍ਰਵਿਰਤਾ ਤੇ ਮਾੜੇ ਕਰਮ ਕਰੀ ਜਾਓ ਤੇ ਫਿਰ ਇਹ ਹਾਰ ਥੱਕ ਕੇ ਫਿਰ ਸਿੱਧੇ ਪਾਸੇ ਹੋ ਜਾਏਗਾ। ਨਹੀਂ, ਐਸਾ ਨਹੀਂ ਹੈ। ਇਹ ਨਹੀਂ ਹਟਦਾ ਇੰਝ। ਜਿੰਨੇ ਬੁਰੇ ਕਰਮ ਕਰਾਂਗੇ ਸਰੀਰਕ ਤੌਰ 'ਤੇ ਉਨਾ ਹੋਰ ਮੈਲਾ ਹੁੰਦਾ ਜਾਂਦਾ। ਇਹ ਸਤਿਗੁਰੂ ਦਾ ਸਿਧਾਂਤ ਹੈ। ਇਸ ਮਨ ਨੂੰ ਮਾਰਨਾ ਪਏਗਾ ਗੁਰੂ ਦੇ ਸ਼ਬਦ ਦੁਆਰਾ। ਨਾਨਕ ਇਹੋ ਮਨ ਮਾਰ ਮਿਲ, ਭੀ ਫਿਰ ਦੁੱਖ ਨਾ। ਭੀ ਬੌੜੋ ਫਿਰ ਦੁਬਾਰਾ ਦੁੱਖ ਨਹੀਂ ਹੋਵੇਗਾ ਵਿਛੋੜੇ ਦਾ। ਜੋ ਪ੍ਰਮਾਤਮਾ ਤੋਂ ਵਿਛੜ ਕੇ ਜੰਮਣ ਮਰਨ ਦੇ ਚੱਕਰ 'ਚ ਪਿਆ ਰਹੇ ਹਾਂ, ਇਹ ਦੁੱਖ ਇੱਕ ਵਾਰੀ ਜੇ ਮਿਟ ਗਿਆ ਫਿਰ ਨਹੀਂ ਦੁਬਾਰਾ ਹੋਵੇਗਾ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅਗਲਾ ਸ਼ਬਦ ਉਚਾਰਦੇ ਹਨ। ਇਹੋ ਮਨੋ ਮੂਰਖ ਲੋਭੀਆ, ਲੋਭੇ ਲੱਗਾ ਲੁਭਾਨ। ਹੇ ਮਨਾ, ਤੂੰ ਬੜਾ ਮੂਰਖ ਹੈ ਔਰ ਤੂੰ ਲੋਭੀ ਲਾਲਚੀ ਵੀ ਹੈ। ਤੇ ਲੋਭੇ ਲੱਗਾ ਲੁਭਾਨ, ਲੁਭਾਏ ਮਨ ਹੋ ਕੇ ਲੋਭ ਵਿੱਚ ਲੱਗਾ ਹੋਇਆ ਹੋਰ ਲੁਭਾਈ ਜਾਂਦਾ। ਉਹ ਵੀ ਚੀਜ਼ ਮਿਲ ਜਾਏ, ਉਹ ਵੀ ਚੀਜ਼ ਮਿਲ ਜਾਏ, ਹੋਰ ਲਾਲਚ ਕਰੀ ਜਾਂਦਾ। ਸ਼ਬਦ ਨਾ ਭੀਜੈ ਸਾਕਤਾ ਦੁਰਮਤਿ ਆਵਨ ਜਾਨ। ਇਸ ਮਨ ਦੇ ਲੋਭ ਬਾਰੇ ਹਜ਼ੂਰ ਨੇ ਕਿਹਾ ਹੈ, ਜਿਉ ਕੂਕਰ ਹਰਕਾਇਆ ਧਾਵੈ ਦਹਿ ਦਸ ਜਾਏ। ਲੋਭੀ ਜੰਤ ਨਾ ਜਾਣੇ ਭਖ ਸਭ ਖਾਏ। ਸੋ ਇਸ ਪ੍ਰਕਾਰ ਇਹ ਹਲਕੇ ਕੁੱਤੇ ਵਰਗਾ ਲੋਭ ਤੇ ਮਨ ਨੂੰ ਉੱਦਾਂ ਦਾ ਹੀ ਬਣਾ ਲੈਂਦਾ ਹੈ। ਜਿਸ ਮਨੁੱਖ ਦੇ ਅੰਦਰ ਲੋਭ ਪ੍ਰਧਾਨ ਹੈ, ਉਹ ਜਿਵੇਂ ਹਲਕਾ ਕੁੱਤਾ ਹਰ ਇੱਕ ਨੂੰ ਵੱਢਦਾ, ਪੂਛ ਸਿੱਧੀ ਹੋ ਜਾਂਦੀ ਆ, ਇੱਕੋ ਪਾਸੇ ਦੌੜਿਆ ਜਾਂਦਾ ਔਰ ਮੂੰਹ 'ਚੋਂ ਝੱਗ ਡਿੱਗਦੀ ਆ, ਪਾਣੀ ਦੇ ਨੇੜੇ ਨਹੀਂ ਜਾ ਸਕਦਾ। ਇਹ 4-5 ਨਿਸ਼ਾਨੀਆਂ ਹਲਕੇ ਕੁੱਤੇ ਦੀਆਂ ਨੇ। ਅਤੇ ਸਤਿਗੁਰੂ ਮਹਾਰਾਜ ਨੇ ਇਸ ਮਨ ਨੂੰ ਤਸ਼ਬੀਹ ਦਿੱਤੀ ਹਲਕੇ ਕੁੱਤੇ ਨਾਲ। ਇਹ ਨਿੰਦਿਆ ਰੂਪੀ ਝੱਗ ਸੁੱਟਦਾ, ਹਰ ਇੱਕ ਨੂੰ ਆਪਣੇ ਬਗਾਨੇ ਸਭ ਨੂੰ ਵੱਢਦਾ। ਬਿਰਤੀ ਰੂਪੀ ਪੂਛ ਸਿੱਧੀ ਸਿਰਫ ਪਦਾਰਥਾਂ ਵੱਲ ਨੂੰ ਹੈ ਵੀ ਲੋਭ ਵੱਲ ਕਿਵੇਂ ਕੁਝ ਇਕੱਠਾ ਕੀਤਾ ਜਾ ਸਕੇ। ਹਰ ਇੱਕ ਨਾਲ ਠੱਗੀ ਮਾਰਨੀ ਔਰ ਸਤਸੰਗਤ ਰੂਪੀ ਪਾਣੀ ਦੇ ਘਾਟ ਕਿਨਾਰੇ ਨਹੀਂ ਜਾ ਸਕਦਾ। ਇਸ ਤਰ੍ਹਾਂ ਦਾ ਅਮੋੜ ਹੋ ਜਾਂਦਾ ਇਹ ਮਨ। ਲੋਭ ਜਿੰਨਾ ਵੱਧ ਵਧਾ ਲਿਆ ਅਤੇ ਲੋਭ ਦੇ ਅਧੀਨ ਕਰ ਲਿਆ ਮਨ, ਅਤੇ ਫਿਰ ਰੱਜਦਾ ਹੀ ਨਹੀਂ। ਹੇ ਮਨਾ, ਤੂੰ ਮੂਰਖ ਹੈ ਤੇ ਲੋਭੀ ਆ ਲਾਲਚੀ ਹੈ। ਲੋਭ 'ਚ ਲੱਗਾ ਹੋਇਆ ਹੋਰ ਪਦਾਰਥਾਂ ਪਿੱਛੇ ਲੁਭਾਏ ਮਨ ਹੋਈ ਜਾਂਦਾ। ਲੁਭਾਉਣਾ, ਲੁਭਾਨ ਮੈਂ ਲੁਭਾਉਂਦਾ, ਭਾਵ ਲਲਚਾਉਣਾ ਹੈ। ਸ਼ਬਦ ਨਾ ਭੀਜੈ ਸਾਕਤਾ। ਸਾਕਤ ਸ਼ਕਤੀ ਮਾਇਆ ਦਾ ਉਪਾਸ਼ਕ। ਸਾਕਤਾ ਰੱਬ ਤੋਂ ਬੇਮੁਖ ਜਾਂਦੀ। ਹੇ ਸਾਕਤਾ, ਮਾਇਆ ਦੇ ਪੁਜਾਰੀਆ, ਗੁਰੂ ਦੇ ਸ਼ਬਦ ਦੁਆਰਾ ਵਾਹਿਗੁਰੂ ਪਰਮਾਤਮਾ 'ਤੇ ਪਤੀਜਦਾ ਹੀ ਨਹੀਂ। ਸ਼ਬਦ ਵਿੱਚ ਤੂੰ ਭਿੱਜਦਾ ਹੀ ਨਹੀਂ। ਸ਼ਬਦ ਸੁਣਨਾ ਪਸੰਦ ਹੀ ਨਹੀਂ ਆਉਂਦਾ। ਸਾਕਤ ਜੀਵ ਹਿਰਦਾ ਜਿਹੜਾ ਹੋ ਗਿਆ ਸਾਕਤ, ਇਹਨੂੰ ਸ਼ਬਦ ਨਹੀਂ ਚੰਗਾ ਲੱਗਦਾ। ਇਹ ਸ਼ਬਦ ਵਿੱਚ ਨਹੀਂ ਭਿੱਜਦਾ, ਕੋਈ ਅਸਰ ਨਹੀਂ ਇੱਥੇ ਪੈਂਦਾ। ਜਿਵੇਂ ਪੱਥਰ ਹੈ, ਪਾਥਰ ਕੋ ਬੋ ਨੀਰ ਪਵਾਇਆ, ਨਾ ਭੀਗੈ ਅਧਿਕ ਸੁਕਾਇਆ। ਪੱਥਰ ਨੂੰ ਹਜ਼ਾਰਾਂ ਸਾਲ ਪਾਣੀ ਸੁੱਟ ਛੱਡੀਏ, ਬਾਹਰ ਕੱਢ ਕੇ ਭੰਨੀਏ ਤੇ ਫਿਰ ਉਸੇ ਤਰ੍ਹਾਂ ਦਾ ਖੁਸ਼ਕ ਨਿਕਲੇਗਾ, ਕਿਉਂਕਿ ਪੱਥਰ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ, ਦੁਰਮਤ ਆਵਨ ਜਾਨ। ਹੇ ਲੋਭੀਆ ਸਾਕਤਾ ਮਨਾ, ਤੂੰ ਖੋਟੀ ਮਤ ਐਸੀ ਧਾਰਨ ਕੀਤੀ ਆ, ਇਸ ਕਰਕੇ ਆਉਣਾ ਜਾਣਾ ਗਲ ਪਿਆ ਹੋਇਆ। ਆਉਣ ਜਾਣਾ ਨਹੀਂ ਮੁੱਕੇਗਾ। ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ। ਸਤਿਗੁਰੂ ਤੋਂ ਵੱਡਾ ਸਾਧੂ ਹੋਰ ਕੋਈ ਨਹੀਂ। ਓੰ ਸਾਧ ਸਤਿਗੁਰ ਨਮਸਕਾਰੰ। ਸੋ ਐਸੇ ਜਿਹੜੇ ਸਾਧੂ ਸਤਿਗੁਰੂ ਹਨ, ਵਾਹਿਗੁਰੂ ਦਾ ਸਰੂਪ ਸਾਧ ਰੂਪ ਆਪਣਾ ਤਨ ਧਾਰਿਆ, ਜੇ ਸਤਿਗੁਰੂ ਸਾਧੂ ਰੂਪ ਮਿਲ ਪੈਣ ਤਾਂ ਪਾਈਐ ਗੁਣੀ ਨਿਧਾਨ, ਤਾਂ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ। ਮਨ ਰੇ ਹਉਮੈ ਛੋੜ ਗੁਮਾਨ। ਹੇ ਮੇਰੇ ਮਨਾ, ਜਿਹੜੀ ਹਉਮੈ ਤੂੰ ਧਾਰਨ ਕੀਤੀ, ਮੈਂ ਵੱਡਾ ਬਣ ਜਾਵਾਂ, ਇਹ ਵੀ ਤੇ ਗੁਮਾਨ, ਤਕੱਬਰ, ਹੰਕਾਰ ਜਿਹੜਾ ਹਿਰਦੇ ਤੇਰੇ ਬੈਠਾ ਹੋਇਆ ਨਾ, ਮੈਂ ਬਹੁਤ ਵੱਡਾ ਹਾਂ, ਮੇਰੇ ਕੋਲ ਬਹੁਤ ਕੁਛ ਹੈ, ਮੈਂ ਹਾਂ ਕੁਝ। ਇਹ ਹੰਗਤਾ ਮਮਤਾ ਗੁਮਾਨ ਹੰਕਾਰ ਛੱਡ ਦੇ। ਹਰ ਗੁਰ ਸਰਵਰ ਸੇਵ, ਤੂੰ ਪਾਵਹਿ ਦਰਗਹਿ ਮਾਨ। ਹਰੀ ਦਾ ਸਰੂਪ ਹਨ ਸਤਿਗੁਰੂ ਮਹਾਰਾਜ। ਅਤੇ ਸਤਿਗੁਰੂ ਜੀ ਇੰਝ ਨੇ ਜਿਵੇਂ ਕੋਈ ਬਹੁਤ ਵੱਡਾ ਸਰੋਵਰ ਹੁੰਦਾ। ਗੁਰ ਸਤਿਗੁਰ ਮਾਨ ਸਰੋਵਰ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਜੀ ਸਾਗਰ ਰੂਪ ਰਤਨਾਂ ਨਾਲ ਭਰਪੂਰ। ਸਰਵਰ ਜਿਵੇਂ ਸਰੋਵਰ ਦੇ ਜਲ ਨਾਲ ਮੈਲ ਉਤਾਰੀ ਦੀ ਹੈ,
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਤੇਰੇ ਮਨ ਦੀ ਮੈਲ ਉਤਾਰਨ ਦੀ ਸਮਰੱਥਾ ਰੱਖਦੇ ਨੇ। ਰਤਨ ਜਵੇਹਰ ਆਦਿਕ ਉਹਨਾਂ ਦੇ ਵਿੱਚ ਭਰਪੂਰ ਨੇ ਸ਼ੁਭ ਗੁਣ। ਸੋ ਗਿਆਨ ਵਿਰਾਗ ਨਾਮ ਸਭ ਕੁਝ ਸਤਿਗੁਰਾਂ ਦੇ ਕੋਲ ਹੈ। ਐਸੇ ਸਤਿਗੁਰੂ ਨੂੰ ਸੇਵਾ ਕਰ, ਸਿਮਰਨ ਕਰ, ਉਹਨਾਂ ਦੀ ਦੱਸੀ ਸੇਵਾ ਭਗਤੀ ਕਰ, ਪਾਵਹਿ ਦਰਗਹਿ ਮਾਨ। ਵਾਹਿਗੁਰੂ ਦੀ ਦਰਗਾਹ ਦੇ ਅੰਦਰ, ਵਾਹਿਗੁਰੂ ਦੇ ਦਰ 'ਤੇ, ਪਰਮਾਤਮਾ ਦੇ ਦਰਬਾਰ ਵਿੱਚ ਤੂੰ ਮਾਣ ਪ੍ਰਾਪਤ ਕਰੇਂਗਾ। ਰਹਾਓ। ਰਾਮ ਨਾਮ ਜਪ ਦਿਨ ਸਰਾਤ। ਕਿੰਨਾ ਕੁ ਚਿਰ ਨਾਮ ਜਪੀਏ ਜੀ? ਸਵਾਲ ਉੱਠਦਾ ਹੈ। ਤਾਂ ਹਜ਼ੂਰ ਕਹਿੰਦੇ ਨੇ ਦਿਨੇ ਰਾਤ। ਸੋ ਇਸ ਪ੍ਰਕਾਰ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੇ ਜੰਤ। ਜਿਨ੍ਹਾਂ ਗੱਲਾਂ ਬਾਤਾਂ ਰੌਲੇ ਰੱਪੇ 'ਚ ਸਾਡਾ ਮਨ ਖਚਤ ਹੈ, ਉਧਰੋਂ ਕੱਢਣਾ ਪਏਗਾ। ਹਜ਼ੂਰ ਕਹਿੰਦੇ ਨੇ ਰਮਿਆ ਹੋਇਆ ਜਿਹੜਾ ਵਿਆਪਕ ਰਾਮ ਹੈ, ਉਸ ਦੇ ਨਾਮ ਨੂੰ ਜਪਿਆ ਕਰ ਦਿਨੇ ਰਾਤ। ਗੁਰਮੁਖ ਹਰ ਧਨ ਜਾਣ। ਗੁਰਾਂ ਦੇ ਸਨਮੁਖ ਹੋ ਕੇ ਹਰੀ ਦੇ ਨਾਮ ਧਨ ਨੂੰ ਜਾਣ ਲੈ, ਯਾਨੀ ਕਿ ਅਹਿਮੀਅਤ ਨੂੰ ਸਮਝ ਲੈ। ਵਾਹਿਗੁਰੂ ਦੇ ਨਾਮ ਧਨ ਦੀ ਮਹਾਨਤਾ ਨੂੰ ਸਮਝ ਲੈ। ਕਬੀਰ ਜੀ ਨੂੰ ਇੱਕ ਸ਼ਾਹੂਕਾਰ ਕਹਿਣ ਲੱਗਾ, ਕਬੀਰਾ ਮੈਨੂੰ ਤੇਰੇ 'ਤੇ ਬੜਾ ਤਰਸ ਆਉਂਦਾ ਹੈ, ਤੂੰ ਰੱਬ ਦਾ ਭਗਤ, ਪਰ ਤੇਰੇ ਘਰ ਗਰੀਬੀ ਆ। ਤੂੰ ਇੰਝ ਕਰ, ਆਪਣਾ ਪਰਿਵਾਰ ਲੈ ਕੇ ਮੇਰੇ ਹੀ ਪੁਰਾਣੇ ਮਕਾਨ ਪਏ ਉੱਥੇ ਆ ਰਹਿ, ਰੋਟੀ ਪਾਣੀ ਸਾਡੇ ਘਰੋਂ ਹੀ ਮਿਲੇਗਾ, ਕੱਪੜਾ ਲੱਤਾ ਵੀ ਅਸੀਂ ਦੇ ਦਿਆ ਕਰਾਂਗੇ। ਤਾਂ ਕਬੀਰ ਜੀ ਕਹਿਣ ਲੱਗੇ ਵੀ ਸ਼ਾਹੂਕਾਰਾ, ਇੱਕ ਸ਼ਾਹੂਕਾਰ ਦੂਜੇ ਸ਼ਾਹੂਕਾਰ ਦੇ ਮੁਥਾਜ ਹੁੰਦਾ, ਫੱਬਦਾ ਨਹੀਂ। ਜੇ ਤਾਂ ਮੈਂ ਹੋਵਾਂ ਮੁਫਲਸ ਦਾ ਮਾਰਿਆ ਗਰੀਬੀ ਦਾ, ਤੇ ਫਿਰ ਤਾਂ ਸ਼ਾਹੂਕਾਰਾ ਤੇਰੇ ਅਧੀਨ ਹੋ ਕੇ ਰਵਾਂ, ਮੈਂ ਤਾਂ ਆਪ ਸ਼ਾਹੂਕਾਰ ਹਾਂ। ਤਾਂ ਉਹ ਕਹਿਣ ਲੱਗਾ ਵੀ ਕਬੀਰਾ ਕੀ ਜਿਵੇਂ ਸਮਾਨ ਦੇ ਕਲਾਪੇ ਮਿਲ ਜਾਣ, ਕਿੱਥੇ ਤੂੰ ਤੇ ਕਿੱਥੇ ਮੈਂ? ਕੀ ਹੈ ਤੇਰੇ ਪਾਸ? ਕੋਈ ਮਹਿਲ ਮਾੜੀਆਂ ਨਹੀਂ, ਕੋਈ ਹੁਕਮ ਨਹੀਂ ਚੱਲਦਾ, ਕੋਈ ਰਾਜ ਭਾਗ ਨਹੀਂ, ਕੋਈ ਖਜ਼ਾਨਾ ਨਹੀਂ। ਮੇਰੇ ਘਰ ਤਾਂ ਸਾਰਾ ਕੁਛ ਹੈ, ਲੋਕਾਂ ਨੂੰ ਦਿਸਦਾ। ਵੀਰ ਜੀ ਕਹਿਣ ਲੱਗੇ ਜਿਹੜਾ ਧਨ ਸਾਡੇ ਪਾਸ ਹੈ ਉਹ ਇੰਝ ਨਹੀਂ ਦਿਖਾਈ ਦਿੰਦਾ, ਪਰ ਤੇਰੇ ਧਨ ਵਿੱਚ ਤੇ ਸਾਡੇ ਧਨ 'ਚ ਫਰਕ ਬੜਾ। ਔਰ ਉਹ ਕਹਿਣ ਲੱਗਾ ਉਹ ਕਿਹੜਾ ਧਨ ਹੈ? ਕਬੀਰ ਜੀ ਕਹਿਣ ਲੱਗੇ ਜਿਹੜਾ ਸਾਡੇ ਪਾਸ ਧਨ ਹੈ, ਇਹ ਰਾਮ ਨਾਮ ਧਨ ਕਰ ਸੰਚਾਉਨੀ, ਸੋ ਧਨ ਕਤ ਹੀ ਨਾ ਜਾਵੇ। ਰਾਮ ਦੇ ਨਾਮ ਦਾ ਧਨ ਜੇ ਸੋਲੇ ਤੇਰੇ ਭਾਗ ਤੇ ਤੂੰ ਵੀ ਇਕੱਠਾ ਕਰ ਲਾ, ਉਹ ਧਨ ਸਾਥ ਛੱਡ ਕੇ ਕਿਤੇ ਜਾਂਦਾ ਨਹੀਂ। ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰ, ਇਹ ਸਾਰ ਧਨ ਕਹੀ ਹੈ। ਮਾਧਵ ਮਾਧਵ ਪਰਮੇਸ਼ਰ ਦਾ ਨਾਮ ਉਚਾਰਨਾ, ਗੋਬਿੰਦ ਗੋਬਿੰਦ, ਧਰਣੀ ਧਰ ਧਰਣੀ ਧਰ। ਇਹ ਜਿਹੜੇ ਅਸੀਂ ਨਾਮ ਉਚਾਰਦੇ ਹਾਂ, ਇਹ ਧਨ ਅਸੀਂ ਇਕੱਠਾ ਕੀਤਾ, ਇਹ ਸ੍ਰੇਸ਼ਟ ਧਨ ਕਹੀਦਾ ਹੈ। ਤੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਜਿਹੜਾ ਸੁਖ ਪ੍ਰਭੂ ਗੋਬਿੰਦ ਪ੍ਰਮਾਤਮਾ ਦੇ ਸਿਮਰਨ ਭਗਤੀ ਵਿੱਚੋਂ ਮਿਲਦਾ ਹੈ, ਐਸਾ ਸੁਖ ਰਾਜ ਭਾਗ ਪ੍ਰਾਪਤ ਹੋ ਕੇ ਵੀ ਨਹੀਂ ਪ੍ਰਾਪਤ ਹੁੰਦਾ। ਸੋ ਸੁਖ ਰਾਜ ਨਾ ਲਹੀ ਹੈ। ਸੋ ਜਿਵੇਂ ਸਤਿਗੁਰਾਂ ਨੇ ਕਿਹਾ, ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ, ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ। ਇਸ ਧਨ ਕੋ ਚੱਕਾ ਨੇੜ ਨਾ ਆਵੇ, ਜਮ ਜਾਗਾਤੀ ਡੰਡ ਨਾ ਲਗਾਈ। ਚੋਰ ਚੱਕਾ ਨੇੜੇ ਨਹੀਂ ਆ ਸਕਦਾ, ਨਾ ਪਾਣੀ ਅਗਨ ਨਾ ਦਹੈ। ਵੀਰ ਜੀ ਕਹਿੰਦੇ ਅੱਗ ਨਹੀਂ ਸਾੜ ਸਕਦੀ, ਪਵਨ ਨਹੀਂ ਮਗਨ, ਪਵਨ ਹਵਾ ਨਹੀਂ ਹਿਲਾ ਸਕਦੀ, ਉਡਾ ਕੇ ਨਹੀਂ ਲਿਜਾ ਸਕਦੀ। ਤਸਕਰ ਨੇੜ ਨਾ ਆਵੇ, ਚੋਰ ਇਹਦੇ ਨੇੜੇ ਨਹੀਂ ਆ ਸਕਦਾ। ਹਜ਼ੂਰ ਨੇ ਕਿਹਾ ਇਹ ਧਨ ਜੀਐ ਸੇਤੀ ਰਵ ਰਹਿਆ, ਜੀਐ ਨਾ ਲੈ ਜਾਏ। ਇਹਦੀ ਅਹਿਮੀਅਤ ਨੂੰ ਨਹੀਂ ਜਾਣਿਆ ਸੰਸਾਰ ਨੇ, ਪਰ ਗੁਰੂ ਦੁਆਰਾ ਜਿਹਨੇ ਗੁਰਾਂ ਦੇ ਬਚਨ ਤੇ ਉਪਦੇਸ਼ ਤੇ ਵਿਸ਼ਵਾਸ ਕਰ ਲਿਆ, ਉਹਨੇ ਇਸ ਧਨ ਨੂੰ ਮਹਾਨ ਜਾਣਿਆ ਤੇ ਇਸ ਨਾਮ ਧਨ ਨੂੰ ਇਕੱਠਾ ਕੀਤਾ। ਤੇ ਫਿਰ ਬਾਅਦ ਵਿੱਚ ਗਿਆਨ ਹੋਣ ਤੇ ਪਤਾ ਲੱਗਾ ਕਿ ਇਹ ਕਿੱਡਾ ਕੁ ਮਹਾਨ ਧਨ ਹੈ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ, ਹਮ ਤਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ। ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵਹਿ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸਵੇਤ ਖਜ਼ਾਨਾ ਲਿਆ ਰਲਾਏ। ਜਿਸ ਦੇ ਮਸਤਕ 'ਤੇ ਲੇਖ ਲਿਖੇ ਹੋਣ ਵਾਹਿਗੁਰੂ ਵੱਲੋਂ, ਉਹ ਇਸ ਖਜ਼ਾਨੇ ਦਾ ਭਾਗੀ ਬਣਦਾ। ਸੋ ਇਉਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਗੁਰਾਂ ਦੇ ਸਨਮੁਖ ਹੋ ਕੇ, ਗੁਰਮੁਖ ਬਣ ਕੇ ਵਾਹਿਗੁਰੂ ਦੇ ਨਾਮ ਧਨ ਨੂੰ ਜਾਣ ਲਾ, ਸਮਝ ਲੈ ਬਹੁਤ ਵੱਡਾ। ਤੇ ਫਿਰ ਜਪ ਦਿਨੇ ਰਾਤ ਵਾਹਿਗੁਰੂ ਦੇ ਨਾਮ ਨੂੰ, ਸਭ ਸੁੱਖ ਹਰ ਰਸ ਭੋਗਣੇ।
ਸੰਤ ਸਭਾ ਮਿਲ ਗਿਆਨ। ਜਿਨ੍ਹਾਂ ਸੰਤਾਂ ਦੇ ਹਿਰਦੇ ਘਰ 'ਚ ਇਹ ਨਾਮ ਧਨ ਹੈ ਨਾ, ਉਹਨਾਂ ਸੰਤਾਂ ਦੀ ਸਭਾ ਵਿੱਚ ਮਿਲ ਕੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਭਾ, ਗੁਰ ਸਭਾ, ਸਿੱਖ ਸਭਾ, ਜਿਨ੍ਹਾਂ ਦਾ ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਸਿੱਖ ਸਭਾ ਦੀਖਿਆ ਕਾ ਭਾਉ, ਸੋ ਸਿੱਧ ਸਭਾ ਕਰਾ ਸੁਣ ਬੈਠੇ ਸੰਤ ਸਭਾ ਜੈਕਾਰੋ। ਇਸ ਪ੍ਰਕਾਰ ਇਉਂ ਗੁਰੂ ਸਭਾ, ਸੰਤ ਸਭਾ, ਸਿੱਖ ਸਭਾ, ਸਿੱਧ ਸਭਾ ਆਦਿ ਨਾਮ ਆਏ ਹਨ। ਸਭਾ ਸਤਸੰਗਤ, ਗੁਰਮੁਖ ਪਿਆਰੇ ਸੰਤ ਜਨਾਂ ਦੀ ਸੋਭਤ ਵਿੱਚ ਮਿਲ ਕੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਭ ਸੁੱਖ ਹਰ ਰਸ ਭੋਗਣੇ। ਜਿਨ੍ਹਾਂ ਨੇ ਹਰੀ ਪ੍ਰਮਾਤਮਾ ਦੇ ਰਸ ਨੂੰ ਭੋਗਿਆ ਹੈ, ਉਹਨਾਂ ਸਾਰੇ ਸੁੱਖ ਭੋਗ ਲਏ। ਸਾਰੇ ਸੁੱਖ ਵਾਹਿਗੁਰੂ ਦੇ ਨਾਮ ਵਿੱਚ ਜੁੜ ਕੇ ਭੋਗਣ ਨੂੰ ਪ੍ਰਾਪਤ ਹੁੰਦੇ ਨੇ। ਆਤਮਕ ਅਸਲੀ ਸੁੱਖ ਮਿਲਦੇ ਨੇ। ਨਿਤ ਅਹਨਿਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਜਿਨ੍ਹਾਂ ਨੂੰ ਸਤਿਗੁਰਾਂ ਨੇ ਨਾਮ ਦੀ ਦਾਤ ਬਖਸ਼ ਦਿੱਤੀ ਹੈ, ਉਹਨਾਂ ਨਿਤ ਹੀ ਰਾਤ ਦਿਨ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ। ਸੇਵਿਆ ਮਤਲਬ ਸਿਮਰਿਆ ਹੈ ਵਾਹਿਗੁਰੂ ਜੀ ਨੂੰ, ਜਿਨ੍ਹਾਂ ਨੇ ਸਤਿਗੁਰਾਂ ਦੇ ਪਾਸੋਂ ਨਾਮ ਦੀ ਦਾਤ ਲੈ ਲਈ ਹੈ। ਕੂਕਰ ਕੂੜ ਕਮਾਈਐ, ਗੁਰ ਨਿੰਦਾ ਪਚੈ ਪਛਾਨ। ਹਜ਼ੂਰ ਕਹਿੰਦੇ ਨੇ ਜਿਹੜੇ ਜੀਵ ਕੂੜ ਝੂਠ ਦੀ ਕਮਾਈ ਕਰਦੇ ਜੀਵਨ ਬਤੀਤ ਕਰਦੇ ਨੇ, ਝੂਠ ਹੀ ਕਮਾ ਰਹੇ ਨੇ, ਝੂਠੇ ਪਦਾਰਥਾਂ ਵਾਸਤੇ ਝੂਠ ਵੀ ਬੋਲਦੇ ਨੇ, ਠੱਗੀਆਂ ਵੀ, ਮਾੜੇ ਕਰਮ ਵੀ ਕਰਦੇ ਨੇ। ਉਹ ਇੰਝ ਹੈ ਜਿਵੇਂ ਕੂਕਰ ਬਾਰ-ਬਾਰ ਦਰਵਾਜ਼ਿਆਂ 'ਤੇ ਦਰਾਂ ਦੇ ਮੂਹਰੇ ਭੱਜਾ ਫਿਰਦਾ, ਟੁੱਕਰ ਪ੍ਰਾਪਤ ਕਰਨ ਲਈ, ਬੁਰਕੀਆਂ ਲੈਣ ਲਈ। ਇਸ ਪ੍ਰਕਾਰ ਦਾ ਜੀਵਨ ਹੈ। ਗੁਰ ਨਿੰਦਾ ਪਚੈ ਪਛਾਨ। ਜਿਹੜਾ ਮਨੁੱਖ ਝੂਠ ਬੋਲਦਾ, ਝੂਠ ਦੀ ਕਮਾਈ ਕਰਦਾ, ਗੁਰਾਂ ਦੀ ਨਿੰਦਾ ਵਿੱਚ ਵੀ ਪਚਾ ਖੁਆਰ ਹੁੰਦਾ ਅਤੇ ਹੋਰਨਾਂ ਨੂੰ ਵੀ ਖੁਆਰ ਕਰਦਾ। ਜਿਵੇਂ ਉਹ ਭਾਈ ਹਰਭਜਨ ਸਿੰਘ ਜੋਗੀ ਜੀ ਨੇ ਆਪਣੀ ਹੱਡਬੀਤੀ ਸੁਣਾਈ ਸੀ ਵੀ ਇੱਕ ਸੂਰ ਦੀ ਜੂਨ 'ਚ ਪਿਆ ਹੈ ਵਿਅਕਤੀ, ਇਹਨੂੰ ਚੰਡਾਲਾਂ ਨੇ ਮਾਰਿਆ ਅਤੇ ਮੇਰੇ ਦਾਦਾ ਜੀ ਨੇ ਦੱਸਿਆ ਸੀ ਕਿ ਇਹਨੇ ਪਿਛਲੇ ਜਨਮ 'ਚ ਆਪ ਗੁਰਾਂ ਤੋਂ ਬੇਮੁਖ ਹੋਇਆ ਅਤੇ ਜਿੰਨੇ ਚੰਡਾਲ ਦੁਆਲੇ ਸਨ ਇਹ ਸਾਰੇ ਵਰਗਲਾਏ ਸੀ, ਸਿੱਖੀ ਤੋਂ ਮੁਨਕਰ ਕਰਤੇ, ਬੇਮੁਖ ਕਰਤੇ ਗੁਰਾਂ ਤੋਂ। ਤਾਂ ਇਹ ਆਪ ਸੂਰ ਦੀ ਜੂਨ 'ਚ ਪਿਆ ਅਤੇ ਇਹ ਜਿਹੜੇ ਚੰਡਾਲ ਨੇ ਇਹ ਇਸ ਜਨਮ 'ਚ ਪੈ ਕੇ ਇਹਨਾਂ ਦੇ ਇੱਥੋਂ ਦੀ ਮੌਤ ਹੋਈ। ਇਸ ਪ੍ਰਕਾਰ ਆਪ ਗੁਰ ਨਿੰਦਾ ਪਚੈ, ਗੁਰਾਂ ਦੇ ਨਿੰਦਾ 'ਚ ਆਪ ਖੁਆਰ ਹੁੰਦਾ ਅਤੇ ਹੋਰਨਾਂ ਨੂੰ ਪਛਾਣ ਖੁਆਰ ਕਰਦਾ। ਭਰਮੇ ਭੂਲਾ ਦੁੱਖ ਘਣੋ, ਭਰਮ ਕਰਕੇ ਭੁੱਲਿਆ ਹੋਇਆ। 5 ਪ੍ਰਕਾਰ ਦਾ ਭਰਮ ਹੈ। ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ। ਮਾਧ ਵੇਖਿਆ ਕਹੀਏ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਸੰਸਾਰ ਨੂੰ ਜੋ ਅਸੀਂ ਮੰਨਿਆ ਇਸ ਤਰ੍ਹਾਂ ਦਾ ਹੈ ਨਹੀਂ, ਯਾਨੀ ਆਤਮਾ ਜੋਤ ਪਰਮਾਤਮਾ ਦੀ, ਉਹਨੂੰ ਅਸੀਂ ਜਾਣਿਆ ਨਹੀਂ ਅਤੇ ਵੱਖਰਾ ਵੱਖਰਾ ਉਹ ਮੇਰਾ ਮਿੱਤਰ, ਉਹ ਦੁਸ਼ਮਣ, ਉਹ ਆਪਣਾ, ਉਹ ਬੇਗਾਨਾ ਇਤਿਆਦਿਕ। ਇਉਂ ਭਰਮ 'ਚ ਭੁੱਲਾ ਹੋਇਆ ਜੀਵ ਅਤੇ ਬਹੁਤ ਜ਼ਿਆਦਾ ਘਣੇ ਦੁੱਖ ਇਸ ਨੂੰ ਪ੍ਰਾਪਤ ਹੋਇਆ, ਬਹੁਤਾ ਘਣਾ ਦੁੱਖ। ਜਮ ਮਾਰ ਕਰੈ ਖੁਲਹਾਨ। ਖੁਲਹਾਨ ਸ਼ਬਦ ਦਾ 2-3 ਤਰੀਕਿਆਂ ਨਾਲ ਅਰਥ ਕੀਤਾ ਜਾਂਦਾ ਕਿ ਜਮ ਅੰਤ ਨੂੰ ਮਾਰ ਕੇ ਅਤੇ ਖੁਲਹਾਨ ਖੁੱਲਣਾ, ਬਹੁਤ ਜ਼ਿਆਦਾ ਬੇਰਹਿਮੀ ਨਾਲ ਕੁੱਟਣਾ ਮਾਰਨਾ। ਅਤੇ ਇਸੇ ਤਰ੍ਹਾਂ ਕੁੱਟ ਕੇ ਖੁਲਹਾਨ ਭੋਗ ਕਰ ਦਿੰਦਾ। ਜਿਵੇਂ ਗਾਹ ਪਾਇਆ ਜਾਂਦਾ ਨਾ ਕਿਸੇ ਫਸਲ ਦੇ ਵਿੱਚੋਂ ਦਾਣੇ ਕੱਢਣ ਲਈ, ਕਣਕ ਵੱਢ ਕੇ ਸੁਕਾ ਕੇ ਚੰਗੀ ਤਰ੍ਹਾਂ ਫਿਰ ਉਹਦਾ ਗਾਹ ਪਾ ਕੇ ਕੁੱਟ ਕੇ ਉਹਨੂੰ ਭੋਗ ਬਣਾ ਕੇ ਉਹਦੇ ਵਿੱਚੋਂ ਫਿਰ ਅੜਾ ਕੇ ਦਾਣੇ ਕੱਢੇ ਜਾਂਦੇ ਨੇ। ਇਸ ਪ੍ਰਕਾਰ ਦੀ ਕਹਿੰਦੇ ਕੁੱਟ ਮਾਰ ਕਰੇਗਾ ਜਮ, ਮਾਰ ਕੇ ਭੋਗ ਕਰ ਸੁੱਟੇਗਾ। ਮਨਮੁਖ ਸੁਖ ਨਾ ਪਾਈਐ, ਗੁਰਮੁਖ ਸੁਖ ਸੁਭਾਨ। ਮਨ ਦੇ ਪਿੱਛੇ ਲੱਗਣ ਕਰਕੇ ਵਿਅਕਤੀ ਮਨਮੁਖਤਾਈ ਕਰਕੇ ਆਤਮਿਕ ਸੁੱਖ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਗੁਰਮੁਖ ਗੁਰਾਂ ਦੇ ਸਨਮੁਖ ਜੋ ਹੋ ਕੇ ਚੱਲਦਾ ਉਹ ਸੁਭਾਨ ਅਸਚਰਜ ਸੁੱਖਾਂ ਦੀ ਪ੍ਰਾਪਤੀ ਕਰਦਾ, ਅਸਚਰਜ ਸੁੱਖ ਉਹਨੂੰ ਪ੍ਰਾਪਤ ਹੁੰਦਾ। ਸੁੱਖ ਪ੍ਰਾਪਤ ਕਰਕੇ ਸੁਭਾਨ ਬਹੁਤ ਸ਼ੋਭਨੀਕ ਬਣ ਜਾਂਦਾ ਅਤੇ ਸੁਭਾਨ ਉਹਦੇ ਅੰਦਰ ਗਿਆਨ ਦਾ ਭਾਨ ਸੂਰਜ ਚੜ੍ਹ ਜਾਂਦਾ ਹੈ। ਸੋ ਇਸ ਪ੍ਰਕਾਰ ਸੁਭਾਏਮਨ ਹੋ ਜਾਂਦਾ ਉਹ ਗੁਰਮੁਖ ਪਿਆਰਾ ਆਤਮਿਕ ਸੁੱਖ ਦੀ ਪ੍ਰਾਪਤੀ ਕਰਕੇ ਜੋ ਗੁਰਮੁਖ ਹੈ। ਇੱਥੇ ਧੰਦ ਪਿਟਾਈਐ, ਸੱਚ ਲਿਖਤ ਪ੍ਰਵਾਨ। ਇੱਥੇ ਸੰਸਾਰ ਦੇ ਵਿੱਚ ਧੰਦਾ ਪਿੱਟਦਿਆਂ ਜੀਵਨ ਗੁਜ਼ਾਰ ਜਾਈਦਾ। ਇੱਥੇ ਜੋ ਕੁਝ ਸੰਸਾਰ ਦੇ ਕਾਰ ਵਿਹਾਰ ਹਨ, ਜੰਜਾਲ ਹਨ, ਇਹ ਧੰਦਾ ਪਿੱਟਣਾ ਹੈ। ਧੰਦਾ ਪਿੱਟਣਾ ਦਾ ਵਿਅਰਥ ਕੰਮ ਕਰਨਾ। ਸੱਚ ਲਿਖਤ ਪ੍ਰਵਾਨ, ਅੱਗੇ ਵਾਹਿਗੁਰੂ ਦੇ ਦਰ 'ਤੇ ਜਿਹੜੀ ਸੱਚ ਦੀ ਲਿਖਤ ਹੈ ਉਹ ਪ੍ਰਵਾਨਿਕ ਹੈ।
ਸੱਚ ਸਰੂਪ ਪਰਮਾਤਮਾ ਦੇ ਨਾਮ ਦੀ ਲਿਖਤ ਜਿਹਨਾਂ ਲਿਖੀ ਹੈ ਨਾ ਆਪਣੇ ਹਿਰਦੇ 'ਚ, ਉਹ ਪ੍ਰਵਾਨ ਚੜ੍ਹਨਗੇ। ਉੱਥੇ ਸੱਚ ਹੀ ਪ੍ਰਵਾਨ ਹੈ। ਉੱਥੇ ਸੱਚਾ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜੇ ਜਮਾਲੇ। ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ। ਸਤਿਗੁਰੂ ਕਹਿੰਦੇ ਨੇ ਗੁਰੂ ਐਸਾ ਹੈ ਜੋ ਹਰੀ ਸੱਜਣ ਨੂੰ ਸੇਵਦਾ ਭਾਵ ਸਿਮਰਦਾ ਹੈ ਤੇ ਗੁਰੂ ਵਾਲੀ ਕੀਤੀ ਕਰਨੀ ਹੀ ਉਸ ਦਰ ਤੇ ਪ੍ਰਧਾਨ ਹੈ। ਮਤਲਬ ਹੈ ਕਿ ਗੁਰੂ ਮਹਾਰਾਜ ਦੇ ਆਸ਼ੇ ਅਨੁਸਾਰ ਗੁਰਾਂ ਦੇ ਪਿੱਛੇ ਲੱਗ ਕੇ ਤੁਸੀਂ ਵੀ ਵਾਹਿਗੁਰੂ ਪਰਮਾਤਮਾ ਨੂੰ ਸੇਵੋ, ਹਰੀ ਨੂੰ ਆਪਣਾ ਸੱਜਣ ਬਣਾ ਕੇ ਸਿਮਰੋ ਤੇ ਗੁਰੂ ਦੀ ਦੱਸੀ ਕਰਨੀ ਹੀ ਉੱਥੇ ਦਰਗਾਹ ਵਿੱਚ ਪ੍ਰਧਾਨ ਹੋਵੇਗੀ। ਉਹਨੂੰ ਸਤਿਕਾਰ ਤੇ ਵਡਿਆਈ ਮਿਲੇਗੀ। ਨਾਨਕ ਨਾਮ ਨਾ ਵੀਸਰੈ ਕਰਮ ਸੱਚੈ ਨਿਸ਼ਾਨ। ਅਕਾਲ ਪੁਰਖ ਜੋ ਸੱਚ ਸਰੂਪ ਹੈ, ਉਸ ਦੇ ਕਰਮ ਬਖਸ਼ਿਸ਼ ਦੁਆਰਾ ਜਿਨ੍ਹਾਂ ਦੇ ਮਸਤਕ ਤੇ ਨਿਸ਼ਾਨ ਲੇਖ ਲਿਖਿਆ ਗਿਆ ਹੈ, ਉਸ ਗੁਰਮੁਖ ਨੂੰ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ। ਜਿਹਦੇ ਮਸਤਕ ਤੇ ਵਾਹਿਗੁਰੂ ਦੀ ਸੱਚੀ ਬਖਸ਼ਿਸ਼ ਦੁਆਰਾ ਸੱਚੇ ਨਾਮ ਦਾ ਲੇਖ ਲਿਖਿਆ ਗਿਆ, ਉਸ ਨੂੰ ਇਸ ਦੁਨੀਆ 'ਚ ਆ ਕੇ ਵਾਹਿਗੁਰੂ ਜੀ ਦਾ ਨਾਮ ਨਹੀਂ ਵਿਸਰਦਾ, ਭੁੱਲਦਾ ਨਹੀਂ। ਜਿਵੇਂ ਸੰਤ ਅਤਰ ਸਿੰਘ ਸਾਹਿਬ ਜੀ ਨੇ ਬਚਨ ਦੱਸਿਆ ਸੀ ਆਪਣੇ ਬਾਰੇ ਕਿ ਬਚਪਨ ਤੋਂ ਛੋਟੀ ਜਿਹੀ ਅਵਸਥਾ ਤੋਂ ਹੀ, ਛੋਟੀ ਜਿਹੀ ਉਮਰ ਤੋਂ ਹੀ ਸਾਡੇ ਮਨ ਦੀ ਇਹ ਅਵਸਥਾ ਸੀ ਵੀ ਜਿੱਥੇ ਬੈਠੇ ਇੱਥੇ ਸਮਾਧੀ ਲੱਗੀ ਰਹੇ, ਇਸ ਤਰ੍ਹਾਂ ਹੀ ਨਾਮ ਜੁੜੇ ਰਹੀਏ, ਸਾਨੂੰ ਕੋਈ ਹਿਲਾਏ ਨਾ। ਇਹ ਪੂਰਬਲੇ ਜਨਮਾਂ ਦੀ ਕਮਾਈ ਦਾ ਹੀ ਲੇਖ ਹੈ ਨਾ, ਐਸੀ ਬਖਸ਼ਿਸ਼ ਉਹਨਾਂ 'ਤੇ ਹੁੰਦੀ ਆ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਅਗਲਾ ਸ਼ਬਦ ਉਚਾਰਦੇ ਹਨ। ਇੱਕ ਤਿਲ ਪਿਆਰਾ ਵੀਸਰੈ ਰੋਗ ਵੱਡਾ ਮਨ ਮਾਹੇ। ਅਸੀਂ ਸਰੀਰਕ ਰੋਗਾਂ ਨੂੰ ਰੋਗ ਤਾਂ ਮੰਨਦੇ ਹਾਂ, ਪਰ ਜਿਹੜੇ ਅੰਤਰੀਵ ਰੋਗ ਲੱਗੇ ਹੋਏ ਨੇ ਉਹਨਾਂ ਦੀ ਕਦੇ ਪਰਵਾਹ ਨਹੀਂ ਕੀਤੀ, ਉਹਨਾਂ ਦੇ ਇਲਾਜ ਵਾਸਤੇ ਕਦੇ ਨਹੀਂ ਸੋਚਿਆ। ਪਹਿਲੀ ਗੱਲ ਤਾਂ ਰੋਗ ਬਾਰੇ ਪਤਾ ਹੋਵੇ। ਸਾਨੂੰ ਜਦੋਂ ਸਰੀਰ ਨੂੰ ਕੋਈ ਰੋਗ ਲੱਗਦਾ ਫਿਰ ਅਸੀਂ ਇਲਾਜ ਕਰਦੇ ਹਾਂ ਕਿਉਂਕਿ ਦੁੱਖ ਦਿੰਦਾ ਹੈ, ਅਤੇ ਅਸੀਂ ਪਰਮਾਤਮਾ ਦੇ ਵਿਛੋੜੇ ਦਾ ਵੱਡਾ ਰੋਗ ਹੰਢਾ ਰਹੇ ਹਾਂ। ਉੱਥੋਂ ਅੱਗੇ ਅਨੇਕਾਂ ਰੋਗਾਂ ਨੇ ਜਨਮ ਲਿਆ ਹੈ, ਪਰ ਕਿਉਂਕਿ ਗਿਆਨ ਨਹੀਂ ਹੈ, ਇਸ ਸਰੀਰ ਨੂੰ, ਇਸ ਜਨਮ ਨੂੰ, ਜੀਵਨ ਨੂੰ ਸੱਚਾ ਮੰਨ ਲਿਆ, ਅਤੇ ਇਸ ਕਰਕੇ ਅਸੀਂ ਇਲਾਜ ਵੀ ਨਹੀਂ ਲੱਭਦੇ। ਸਤਿਗੁਰੂ ਕਹਿੰਦੇ ਨੇ ਹਉਮੈ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਜਿਹਵਾ ਰੋਗ ਮੀਨ ਗ੍ਰਸਿਆਨੋ, ਬਾਸਨ ਰੋਗ ਭਵਰ ਬਿਨਸਾਨੋ, ਹੇਤ ਰੋਗ ਕਾ ਸਗਲ ਸੰਸਾਰਾ, ਤ੍ਰਿਵਿਧ ਰੋਗ ਮੈਂ ਬੱਧੇ ਵਿਕਾਰਾ, ਰੋਗੇ ਮਰਤਾ ਰੋਗੇ ਜਨਮੈ, ਰੋਗੇ ਫਿਰ ਫਿਰ ਜੋਨੀ ਭਰਮੈ, ਰੋਗ ਬੰਧ ਰਹਿਣ ਰਤੀ ਨਾ ਪਾਵੈ, ਬਿਨ ਸਤਿਗੁਰ ਰੋਗ ਕਤਹਿ ਨਾ ਜਾਵੈ, ਪਾਰ ਬ੍ਰਹਮ ਜਿਸ ਕੀਨੀ ਦਇਆ, ਬਾਹਾਂ ਪਕੜ ਰੋਗੋਂ ਕੱਢ ਲਿਆ, ਟੂਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਗੁਰ ਰੋਗ ਮਿਟਾਇਆ। ਇਹ ਰੋਗ ਸਾਨੂੰ ਚੰਬੜੇ ਹੋਏ ਨੇ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਇੱਕ ਤਿਲ ਮਾਤਰ ਵੀ ਵਾਹਿਗੁਰੂ ਪਰਮਾਤਮਾ ਵਿਸਰ ਜਾਂਦਾ ਤੇ ਇੰਝ ਪ੍ਰਤੀਤ ਹੁੰਦਾ ਕਿ ਮਨ ਹੀ ਮਨ ਦੇ ਅੰਦਰ ਬਹੁਤ ਵੱਡਾ ਰੋਗ ਚੰਬੜ ਗਿਆ। ਇੱਥੋਂ ਬਾਕੀ ਰੋਗਾਂ ਦਾ ਜਨਮ ਹੋਇਆ, ਅਤੇ ਇਸ ਰੋਗ ਨੂੰ ਜਿਨ੍ਹਾਂ ਨੇ ਪਛਾਣ ਲਿਆ ਉਹ ਫਿਰ ਕਿਉਂ ਵਾਹਿਗੁਰੂ ਨੂੰ ਵਿਸਾਰਨਗੇ। ਜਿਨ੍ਹਾਂ ਦੇ ਅੰਦਰ ਇਹ ਗਿਆਨ ਹੈ ਕਿ ਇੱਕ ਮਿੰਟ ਸਕਿੰਟ ਤਿਲ ਮਾਤਰ ਵੀ ਵਾਹਿਗੁਰੂ ਜੀ ਵਿਸਰਦੇ ਨੇ ਤਾਂ ਇਹ ਮੌਤ ਹੈ, ਇਹ ਰੋਗ ਹੈ, ਇਹ ਬਹੁਤ ਭਾਰੀ ਕਸ਼ਟਦਾਇਕ ਰੋਗ ਹੈ, ਦੁਖਦਾਈ ਰੋਗ ਹੈ। ਹਜ਼ੂਰ ਕਹਿੰਦੇ ਨੇ ਇੱਕ ਤਿਲ ਪਿਆਰਾ ਵੀਸਰੈ ਰੋਗ ਵੱਡਾ ਮਨ ਮਾਹੇ। ਵੱਡਾ ਰੋਗ ਮਨ ਵਿੱਚ ਲੱਗਿਆ ਹੈ, ਵਸ ਗਿਆ ਹੈ। ਕਿਉਂ ਦਰਗਹਿ ਪਤ ਪਾਈ ਹੈ, ਜਾਂ ਹਰ ਨਾ ਵਸੈ ਮਨ ਮਾਹੇ। ਜਾਂ ਜਦੋਂ ਹਰੀ ਪਰਮਾਤਮਾ ਮਨ ਵਿੱਚ ਨਹੀਂ ਵਸਦਾ ਅਤੇ ਫਿਰ ਸਰੀਰ ਤਿਆਗਣ ਤੋਂ ਬਾਅਦ ਵਾਹਿਗੁਰੂ ਦੀ ਦਰਗਾਹ 'ਚ, ਦਰਬਾਰ 'ਚ ਕਿਸ ਤਰ੍ਹਾਂ ਪਤ ਇੱਜ਼ਤ ਪ੍ਰਾਪਤ ਹੋ ਸਕਦੀ? ਮਤਲਬ ਨਹੀਂ ਹੋ ਸਕਦੀ। ਜੇ ਵਾਹਿਗੁਰੂ ਮਨ ਵਿੱਚ ਨਹੀਂ ਵਸਦਾ, ਮਨ 'ਚ ਹੋਰ ਹੀ ਬੜਾ ਕੁਛ ਵਸਿਆ ਹੋਇਆ, ਕਾਮ ਕ੍ਰੋਧ ਮੋਹ ਲੋਭ ਹੰਕਾਰ ਦੇ ਫੁਰਨੇ ਖਿਆਲ ਸੰਸਾਰ ਦੇ ਹੀ, ਅਤੇ ਫਿਰ ਕਿਵੇਂ ਦਰਗਾਹ ਵਿੱਚ ਪਤ ਇੱਜ਼ਤ ਪਾਈਏ। ਗੁਰ ਮਿਲਿਆ ਸੁਖ ਪਾਈਐ, ਅਗਨ ਮਰੈ ਗੁਣ ਮਾਹੇ। ਹਜ਼ੂਰ ਕਹਿੰਦੇ ਪੂਰੇ ਸਤਿਗੁਰੂ ਨੂੰ ਅੰਦਰੋਂ ਮਾਨਸਿਕ ਤੌਰ 'ਤੇ ਭਾਵਨਾ ਸਹਿਤ ਮਿਲ ਪਈਏ ਅਤੇ ਗੁਰਾਂ ਨੂੰ ਮਿਲਣ ਕਰਕੇ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਅਗਨ ਮਰੈ ਗੁਣ ਮਾਹੇ, ਜੋ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਗੁਣ ਹਨ। ਜਿਵੇਂ ਬਚਨ ਨਾਨਕ ਮਨ ਹੀ ਕੋ ਮਨ ਮਾਰਸੀ, ਇਉਂ ਗੁਣ ਮਾਹੇ। ਗੁਣ ਅੰਦਰ ਵਸ ਜਾਣ ਅਤੇ ਉਹਨਾਂ ਗੁਣਾਂ ਦੇ ਵਿੱਚ ਹੀ ਤ੍ਰਿਸ਼ਨਾ ਦੀ ਅੱਗ ਮਰ ਜਾਂਦੀ ਹੈ। ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਜਿਹੜੇ ਗੁਣ ਹਨ, ਜਾਂ ਵਾਹਿਗੁਰੂ ਦੇ ਗੁਣਾਨਵਾਦ ਨੂੰ ਜੋ ਗਾਉਣਾ, ਜੇ ਵਾਹਿਗੁਰੂ ਦੇ ਗੁਣ ਅੰਦਰ ਹਿਰਦੇ 'ਚ ਵਸਣ, ਸਿਫਤ ਸਲਾਹ ਵਸੇ, ਤਾਂ ਅਗਨੀ ਜੋ ਤ੍ਰਿਸ਼ਨਾ ਵਿਕਾਰਾਂ ਦੀ ਅੱਗ ਹੈ ਇਹ ਮਰ ਜਾਂਦੀ ਹੈ। ਮਨ ਰੇ
ਐਹਨਿਸ ਹਰ ਗੁਣ ਸਾਰ। ਹੇ ਮਨਾ, ਹੇ ਪਿਆਰੇ ਮਨ, ਦਿਨ ਤੇ ਰਾਤ ਹਰੀ ਪ੍ਰਮਾਤਮਾ ਦੇ ਜਿਹੜੇ ਗੁਣ ਹਨ, ਗੁਣਾਨਵਾਦ ਹੈ, ਵਾਹਿਗੁਰੂ ਦੀਆਂ ਸਿਫਤਾਂ ਹਨ, ਉਹਨਾਂ ਦੀ ਸਾਰ ਲੈ, ਭਾਵ ਧਿਆਨ ਕਰ, ਉਹਨਾਂ ਗੁਣਾਂ ਨੂੰ ਸੰਭਾਲ, ਚੇਤੇ ਕਰ ਵਾਹਿਗੁਰੂ ਦੇ ਗੁਣਾਂ ਨੂੰ। ਜਿਨ ਖਿਨ ਪਲ ਨਾਮ ਨਾ ਵੀਸਰੈ, ਜਿਨ੍ਹਾਂ ਨੂੰ ਇੱਕ ਖਿਨ ਪਤ, ਛਿਨ ਪਾਤਰ ਵੀ, ਪਲ ਮਾਤਰ ਵੀ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ ਹੈ, ਤੇ ਜਨ ਵਿਰਲੇ ਸੰਸਾਰ। ਬਹੁਵਚਨ ਹੈ। ਉਹ ਜਨ ਸੰਸਾਰ ਦੇ ਵਿੱਚ ਹੈਨ ਤਾਂ ਸਹੀ, ਪਰ ਵਿਰਲੇ ਵਿਰਲੇ ਹੈਨ, ਵਿਰਲੇ ਨਾਹੀ ਕਣੇ, ਫੈਲ ਫਕੜ ਸੰਸਾਰ। ਵਿਰਲੇ ਕੇਈ ਕੇ ਜਗ ਮੈਂ ਉੱਤਮ ਕੱਢੀਐ, ਵਿਰਲੇ ਕੇ ਵਿਰਲੇ ਵਿਰਲੇ ਕੋਈ ਕੋਈ ਹਨ। ਸੋ ਜਿਨ੍ਹਾਂ ਨੂੰ ਪ੍ਰਮਾਤਮਾ ਖਿਨ ਮਾਤਰ ਵੀ, ਪਲ ਮਾਤਰ ਵੀ ਨਹੀਂ ਵਿਸਰਦਾ ਵਾਹਿਗੁਰੂ ਜੀ ਦਾ ਨਾਮ। ਜਿਵੇਂ ਕਬੀਰ ਜੀ ਕਹਿੰਦੇ ਸੀ, ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਰਹਾਓ ਜੋਤੀ ਜੋਤ ਮਿਲਾਈਐ, ਸੁਰਤੀ ਸੁਰਤ ਸੰਜੋਗ। ਜੋਤੀ ਸਰੂਪ ਪਰਮਾਤਮਾ, ਜੋਤ ਸਾਡੀ ਆਤਮਾ। ਕਹਿੰਦੇ ਉਸ ਜੋਤੀ ਸਰੂਪ ਪਰਮਾਤਮਾ 'ਚ ਆਪਣੀ ਜੋਤ ਆਤਮਾ ਨੂੰ ਮਿਲਾ ਦੀ। ਕਿਵੇਂ ਜੀ? ਸੁਰਤੀ ਸੁਰਤ ਸੰਜੋਗ। ਜਿਹੜਾ ਸੁਰਤ ਦਾ ਮਾਲਕ ਹੈ ਵਾਹਿਗੁਰੂ, ਉਹਦੇ ਵਿੱਚ ਸਾਡੀ ਸੁਰਤ ਦਾ ਸੰਜੋਗ ਹੋ ਜਾਏ। ਇਸ ਸੁਰਤ ਨੂੰ ਨਾਮ ਸਿਮਰਨ ਦੁਆਰਾ ਵਾਹਿਗੁਰੂ ਵਿੱਚ ਮਿਲਾ ਦਈਏ, ਸੁਰਤੀ ਪਰਮਾਤਮਾ ਨਾਲ ਦਾ ਸੰਜੋਗ ਕਰਾ ਦਈਏ, ਤੇ ਫਿਰ ਸਾਡੀ ਜਿਹੜੀ ਆਤਮਿਕ ਜੋਤ ਹੈ, ਇਹ ਜੋਤੀ ਸਰੂਪ ਪਰਮਾਤਮਾ 'ਚ ਮਿਲੇਗੀ। ਹਿੰਸਾ ਹੋ ਮੈਂ ਗਤ ਗਏ, ਨਾ ਹੀ ਸਹਿਸਾ ਸੋਗ। ਜਿਹੜੇ ਇਸ ਮਾਰਗ 'ਤੇ ਚੱਲੇ, ਇੱਥੋਂ ਤੱਕ ਪਹੁੰਚ ਗਏ, ਉਹਨਾਂ ਦੇ ਅੰਦਰੋਂ ਹਿੰਸਾ, ਨਿਰਦਇਤਾ, ਕਠੋਰਤਾ, ਹਉਮੈ, ਹੰਗਤਾ, ਮਮਤਾ ਗਤ ਗਏ। ਗਤ ਮੈਨੇ ਨਾਸ ਹੋ ਗਏ, ਚਲੇ ਗਏ। ਇਸ ਤਰ੍ਹਾਂ ਦੀ ਨਿਰਦਇਤਾ ਵਾਲੀ, ਕਠੋਰਤਾ ਵਾਲੀ ਬਿਰਤੀ ਨਹੀਂ ਰਹੀ, ਨਾ ਹੰਗਤਾ ਰਹੀ, ਨਿਰਮਾਣਤਾ ਆ ਗਈ। ਨਾ ਹੀ ਸਹਿਸਾ ਸੋਗ, ਨਾ ਸਹਿਮ ਰਿਹਾ ਅੰਦਰ ਮੌਤ ਦਾ, ਤੌਖਲਾ ਕੋਈ ਨਹੀਂ ਸੰਸਾਰ ਦਾ, ਤੇ ਨਾ ਹੀ ਕਿਸੇ ਚੀਜ਼ ਦੇ ਵਿਛੜਨ ਕਰਕੇ ਜਿਹੜਾ ਸੋਗ ਹੁੰਦਾ ਉਹ ਸੋਗ ਰਿਹਾ। ਆਏ ਹਰਖ ਨਾ ਗਏ ਸੋਗ, ਸੰਤੁਸ਼ਟਤਾ ਹਮੇਸ਼ਾ ਆਨੰਦ ਹੈ। ਨਾ ਕੁਛ ਆਉਣ ਦੀ ਖੁਸ਼ੀ, ਨਾ ਕੁਛ ਚਲੇ ਜਾਣ ਦੀ ਗਮੀ। ਗੁਰਮੁਖ ਜਿਸ ਹਰ ਮਨ ਵਸੈ, ਤਿਸ ਮੇਲੇ ਗੁਰ ਸੰਜੋਗ। ਜਿਹੜਾ ਗੁਰਾਂ ਦੇ ਸਨਮੁਖ ਹੋ ਗਿਆ, ਤੇ ਉਸ ਦੇ ਗੁਰਮੁਖ ਬਣਨ ਕਰਕੇ ਜਿਸ ਦੇ ਮਨ ਵਿੱਚ ਹਰੀ ਪ੍ਰਮਾਤਮਾ ਵਸ ਜਾਂਦਾ, ਤਿਸ ਮੇਲੇ ਗੁਰ ਸੰਜੋਗ। ਉਹਨੂੰ ਸਤਿਗੁਰੂ ਮਹਾਰਾਜ ਜੀ ਸੰਜੋਗ ਸੱਤਾ ਦੁਆਰਾ ਮਿਲਾ ਲੈਂਦੇ ਹਨ। ਤਿਸ ਮੇਲੇ ਗੁਰ ਸੰਜੋਗ, ਉਹਦਾ ਜੋ ਸੰਜੋਗ ਲਿਖਿਆ ਹੋਇਆ, ਉਹਦੇ ਦੁਆਰਾ ਗੁਰੂ ਮਹਾਰਾਜ ਨਾਲ, ਅਕਾਲ ਪੁਰਖ ਨਾਲ, ਕਿਉਂਕਿ ਦੋਵੇਂ ਇੱਕੋ ਰੂਪ ਹਨ, ਉਹਨੂੰ ਸਤਿਗੁਰੂ ਜੀ ਮਿਲਾ ਲੈਂਦੇ ਹਨ, ਆਪਣੇ ਸੰਜੋਗ ਵਿੱਚ, ਮਿਲਾਪ ਵਿੱਚ ਮਿਲਾ ਲੈਂਦੇ ਹਨ। ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ। ਜਿਸ ਤਰ੍ਹਾਂ ਕਾਮਣ ਇਸਤਰੀ ਪਤੀ ਦੇ ਸੰਜੋਗ ਵਾਸਤੇ ਇੱਛਾ ਰੱਖਦੀ ਹੈ, ਇਸੇ ਤਰ੍ਹਾਂ ਹਜ਼ੂਰ ਕਹਿੰਦੇ ਇਸ ਕਾਇਆ ਨੂੰ ਸਵਾਰ ਲਈਏ, ਕਾਮਣੀ ਇਸਤਰੀ ਬਣਾ ਲਈਏ, ਤਾਂ ਭੋਗਣਹਾਰ ਪਰਮਾਤਮਾ ਫਿਰ ਇਸ ਨੂੰ ਭੋਗਦਾ। ਗਿਆਨ ਰਾਓ ਜਬ ਸੇਜਾ ਆਵੈ, ਤਾਂ ਨਾਨਕ ਭੋਗ ਕਰੇਈ। ਸੋ ਇਸ ਪ੍ਰਕਾਰ ਉਹ ਗਿਆਨ ਰਾਓ, ਗਿਆਨ ਰਾਜਾ ਜਦੋਂ ਹਿਰਦੇ ਛੇਜ 'ਤੇ ਆਉਂਦਾ, ਤਾਂ ਫਿਰ ਇਸ ਨੂੰ ਆਨੰਦ ਦੀ ਪ੍ਰਾਪਤੀ ਉਹ ਬਖਸ਼ਦਾ ਹੋ ਜਾਂਦੀ ਹੈ ਜੀਵ ਰੂਪ ਇਸਤਰੀ ਨੂੰ। ਤਿਸਿਉ ਨੇਹੋ ਨਾ ਕੀਜਈ, ਜੋ ਦੀਸੈ ਚੱਲਣਹਾਰ। ਹਜ਼ੂਰ ਕਹਿੰਦੇ ਨੇ ਜਿਸ ਵਸਤੂ ਨੇ, ਜਿਸ ਸੰਬੰਧੀ, ਜਿਸ ਸਰੀਰ ਨੇ ਚਲੇ ਜਾਣਾ ਹੈ, ਜਿਵੇਂ ਕੋਈ ਪ੍ਰਾਹੁਣਾ ਘਰ 'ਚ ਆ ਜਾਏ ਤੇ ਪਤਾ ਹੋਏ ਵੀ ਇਹਨੇ ਚਲੇ ਹੀ ਜਾਣਾ, ਉਹਦੇ ਨਾਲ ਨੇਹ ਲਾਇਆ ਦੁਖਦਾ ਹੀ ਹੋਵੇਗਾ ਨਾ। ਜਦੋਂ ਗਿਆ ਵਿਛੋੜੇ ਕਰਕੇ ਰੋਣਾ ਧੋਣਾ ਪੈ ਜਾਏਗਾ, ਹਿਰਦੇ ਨੂੰ ਖੋਭ ਹੋਵੇਗਾ। ਇਸ ਲਈ ਜੋ ਚੱਲਣਹਾਰ ਹੈ, ਜਿਸ ਨੇ ਚਲੇ ਜਾਣਾ, ਚਾਹੇ ਕੋਈ ਸਰੀਰ ਸੰਬੰਧੀ, ਚਾਹੇ ਕੋਈ ਪਦਾਰਥ ਹੈ, ਉਹਦੇ ਨਾਲ ਹਜ਼ੂਰ ਕਹਿੰਦੇ ਨੇਹ ਨਹੀਂ ਲਾਉਣਾ ਚਾਹੀਦਾ। ਬਟਾਊ ਸਿਉ ਜੋ ਲਾਵੈ ਨੇਹ, ਤਾਕੋ ਹੱਥ ਨਾ ਆਵੈ ਕਿ। ਬਟਾਊ ਰਾਹੀ ਨਾਲ ਜਿਹੜਾ ਨੇਹ ਲਾ ਲੇ, ਉਹਦੇ ਹੱਥ ਕੁਛ ਆਏਗਾ, ਕਿਉਂਕਿ ਰਾਹੀ ਨੇ ਤਾਂ ਅੱਗੇ ਚਲੇ ਜਾਣਾ ਨਾ। ਇਸ ਤਰ੍ਹਾਂ ਜੋ ਚੱਲਣਹਾਰ ਹੈ, ਚਲਾਏਮਾਨ ਹੈ, ਉਸ ਨਾਲ ਨੇਹ ਪ੍ਰੇਮ ਮੋਹ ਨਹੀਂ ਲਾਉਣਾ ਚਾਹੀਦਾ। ਗੁਰਮੁਖ ਰਵਹਿ ਸੁਹਾਗਣੀ, ਸੋ ਪ੍ਰਭ ਸੇਜ ਪਤਾਰ। ਹਜ਼ੂਰ ਕਹਿੰਦੇ ਨੇ ਜੋ ਗੁਰਮੁਖ ਹੈ, ਗੁਰਾਂ ਦੇ ਸਨਮੁਖ ਹੋ ਕੇ ਚੱਲਦਾ, ਗੁਰਮੁਖ ਤੋਂ ਉਪਦੇਸ਼ ਲੈ ਕੇ ਉਸ ਨੂੰ ਕਮਾਉਂਦਾ। ਗੁਰਮੁਖ ਰਵਹਿ ਸੁਹਾਗਣੀ, ਉਹ ਸੁਹਾਗਵੰਤੀਆਂ ਦੀ ਨਿਆਈ। ਰਵਹਿ ਮੈਨੇ ਉਚਾਰਦੇ ਹਨ ਵਾਹਿਗੁਰੂ ਦੇ ਨਾਮ ਨੂੰ, ਭੋਗਦੇ ਹਨ ਵਾਹਿਗੁਰੂ ਜੀ ਨੂੰ, ਆਨੰਦ ਨੂੰ, ਮਿਲਾਪ ਨੂੰ। ਸੋ ਪ੍ਰਭ ਸੇਜ ਪਤਾਰ, ਉਹ ਜਿਹੜਾ ਪਤਾਰ ਪਤੀ ਆ ਨਾ ਵਾਹਿਗੁਰੂ ਅਕਾਲ ਪੁਰਖ, ਉਹ ਉਹਨਾਂ ਦੇ ਹਿਰਦੇ ਦੀ ਛੇਜ 'ਤੇ ਬਿਰਾਜਮਾਨ ਹੈ। ਚਾਰੇ ਅਗਨ ਨਿਵਾਰ ਮਰ,
ਗੁਰਮੁਖ ਹਰ ਜਲ ਪਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਗੁਰਾਂ ਦੇ ਸਨਮੁਖ ਹੋ ਕੇ ਹਰੀ ਦੇ ਨਾਮ ਰੂਪੀ ਜਲ ਨੂੰ ਪ੍ਰਾਪਤ ਕਰ ਹੈ ਜੀਵ, ਤੇ ਤੇਰੇ ਅੰਦਰ 4 ਅੱਗਾਂ ਬਲ ਰਹੀਆਂ ਨੇ, ਉਹਨਾਂ ਨੂੰ ਨਿਵਾਰ ਕੇ ਜੀਵਤ ਭਾਵ ਤੋਂ ਮਰ ਜਾ। ਸੋ ਭਾਵ ਹੰਕਾਰ ਵੱਲੋਂ ਮਰ ਜਾ। ਕਿਹੜੀਆਂ 4 ਅੱਗਾਂ ਹਨ? ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹੰਸ ਨਿਰਦਾਇਤਾ ਕਠੋਰਤਾ, ਦਇਆ ਨਾ ਹੋਣੀ, ਚਿੱਤ ਬਹੁਤ ਕਠੋਰ ਹੋਣਾ, ਹਿੰਸਾ, ਜੀਆਂ ਨੂੰ ਕਤਲੇਆਮ ਕਰਨ ਦੀ ਇੱਛਾ। ਸੋ ਹੰਸ ਹੇਤ ਮੋਹ, ਤੇ ਲੋਭ ਤੇ ਕੋਪ ਕ੍ਰੋਧ, ਇਹ 4 ਅੱਗਾਂ ਸਾਡੇ ਅੰਦਰ ਬਲ ਰਹੀਆਂ। ਇਹ 4 ਅੱਗਾਂ ਨੂੰ ਮਹਾਰਾਜ ਕਹਿੰਦੇ ਨਿਵਾਰ ਲੈ, ਪਰ ਗੁਰਾਂ ਦੇ ਸਨਮੁਖ ਹੋ ਕੇ ਹਰੀ ਦੇ ਨਾਮ ਜਲ ਨਾਲ ਹੀ ਇਹ ਮਰਨਗੀਆਂ, ਅੱਗਾਂ ਨਿਵਾਰੀਆਂ ਜਾਣਗੀਆਂ, ਬੁਝਣਗੀਆਂ। ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਕਮਲ, ਹਿਰਦਾ ਕਮਲ ਦੀ ਨਹੀਂ ਮੁੱਦਾ, ਪਰ ਉਹ ਪ੍ਰਕਾਸ਼ਿਆ ਨਹੀਂ, ਖੁੱਲ੍ਹਾ ਨਹੀਂ, ਉੱਪਰ ਨੂੰ ਨਹੀਂ ਹੋਇਆ, ਪਰਮਾਤਮਾ ਵਾਲੇ ਪਾਸੇ ਨੂੰ ਨਹੀਂ ਲੱਗਿਆ। ਹਿਰਦਾ ਕਮਲ ਹੈ ਪਰ ਮੁੱਦਾ ਹੈ। ਸੋ ਇਸ ਪ੍ਰਕਾਰ ਕੁੰਡਲ ਨੇ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ, ਐਸੇ ਬਚਨ ਹਨ। ਉਹਨਾਂ ਦਾ ਹਿਰਦਾ ਕਮਲ ਅੰਦਰੋਂ ਪ੍ਰਕਾਸ਼ਿਆ, ਖਿੜ ਆਇਆ ਹੈ, ਅੰਮ੍ਰਿਤ ਭਰਿਆ ਅਗਾਏ, ਤੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਭਰਿਆ ਹੋਇਆ ਅਗਾਏ ਰੱਜ ਚੁੱਕਾ ਹੈ, ਤ੍ਰਿਪਤ ਹੋ ਗਿਆ ਹੈ। ਹੋਰ ਹੁਣ ਪਦਾਰਥਾਂ ਦੀ ਲਾਲਸਾ ਨਹੀਂ ਰਹੀ। ਨਾਨਕ ਸਤਿਗੁਰ ਮੀਤ ਕਰ ਸੱਚ ਪਾਵਹਿ ਦਰਗਹ ਜਾਏ। ਹਜ਼ੂਰ ਕਹਿੰਦੇ ਨੇ ਭਾਈ ਸਤਿਗੁਰਾਂ ਨੂੰ ਆਪਣਾ ਮਿੱਤਰ ਬਣਾ। ਲੋਕ ਪ੍ਰਲੋਕ ਦੇ ਸਹਾਇਕ ਸਤਿਗੁਰੂ ਜੀ ਅਸਲੀ ਮਿੱਤਰ ਹਨ, ਤੇ ਸਤਿਗੁਰਾਂ ਦੇ ਕੋਲੋਂ ਸੱਚ ਦੀ ਪ੍ਰਾਪਤੀ ਕਰ ਲੈ, ਸੱਚ ਪਾ ਲਵੇਂਗਾ ਤੇ ਵਾਹਿਗੁਰੂ ਦੇ ਦਰ ਤੇ ਜਾਏਗਾ ਸਤਿਕਾਰ ਨਾਲ। ਸੱਚ ਪਾਵਹਿ ਦਰਗਹ ਜਾਏ, ਸੱਚ ਸਰੂਪ ਵਾਹਿਗੁਰੂ ਦੇ ਦਰ ਤੋਂ ਸੱਚੀ ਇੱਜ਼ਤ ਪ੍ਰਾਪਤ ਕਰੇਗਾ ਉਹਦੀ ਦਰਗਾਹ ਵਿੱਚ ਜਾ ਕੇ। ਅਗਲਾ ਸ਼ਬਦ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਫਰਮਾਉਂਦੇ ਹਨ। ਹਰ ਹਰ ਜਪੋ ਪਿਆਰਿਆ, ਗੁਰਮਤਿ ਲੈ ਹਰ ਬੋਲ। ਪਿਆਰਿਆ ਗੁਰਸਿੱਖ ਨੂੰ, ਜਗਿਆਸੂ ਨੂੰ, ਸਤਸੰਗੀ ਨੂੰ, ਅਥਵਾ ਸਾਡੇ ਮਨ ਨੂੰ ਉਪਦੇਸ਼ ਹੈ ਵੀ ਆਪਣੇ ਮਨ ਨੂੰ ਸਮਝਾਓ, ਹੈ ਪਿਆਰੇ ਮਨ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਾ ਤੂੰ ਵੀ। ਗੁਰਮਤਿ ਲੈ ਹਰ ਬੋਲ, ਗੁਰਾਂ ਦੀ ਮੱਤ ਸਿੱਖਿਆ ਲੈ ਲੈ, ਧਾਰਨ ਕਰ ਤੇ ਉਹਦੇ ਅਨੁਸਾਰ ਹਰੀ ਦਾ ਨਾਮ ਬੋਲ। ਮਨ ਸੱਚ ਕਸਵੱਟੀ ਲਾਈਐ, ਤੁਲੀਐ ਪੂਰੈ ਤੋਲ। ਇੱਕ ਕਸਵੱਟੀ ਹੈ ਜਿੱਥੇ ਮਨ ਤੋਲਿਆ ਜਾਂਦਾ ਵੀ ਕਿੰਨੇ ਕੁ ਵਜਨ ਦਾ ਹੈ। ਹਜ਼ੂਰ ਕਹਿੰਦੇ ਨੇ ਜੇ ਇਹ ਵਾਹਿਗੁਰੂ ਦਾ ਨਾਮ ਤੇਰੇ ਪਾਸ ਹੋਵੇਗਾ, ਫਿਰ ਸੱਚ ਦੀ ਕਸਵੱਟੀ ਤੇ, ਜਿਵੇਂ ਸੁਨਿਆਰਿਆਂ ਕੋਲ ਕਸਵੱਟੀ ਹੁੰਦੀ, ਕਸਵੱਟੀ ਵੀ ਕਹਿ ਦਿੰਦੇ ਨੂੰ, ਉੱਤੇ ਰਗੜ ਕੇ ਵੇਖਦੇ ਨੇ ਸੋਨਾ ਖਰਾ ਕੇ ਵਿੱਚ ਮਿਲਾਵਟ ਹੈ। ਇਸ ਤਰ੍ਹਾਂ ਵਾਹਿਗੁਰੂ ਦੀ ਸੱਚੀ ਕਸਵੱਟੀ ਤੇ ਜਦੋਂ ਲਾਇਆ ਜਾਏਗਾ ਮਨ, ਤੇ ਵਾਹਿਗੁਰੂ ਦਾ ਨਾਮ ਤੇਰੇ ਪਾਸ ਹੋਵੇਗਾ ਤੇ ਤੋਲ ਵਿੱਚ ਪੂਰਾ ਤੋਲਿਆ ਜਾਏਗਾ। ਸਮਝਿਆ ਜਾਏਗਾ ਕਿ ਇਹ ਪੂਰਾ ਹੈ ਵਜਨ ਵਿੱਚ। ਕੀਮਤ ਕਿਨੈ ਨਾ ਪਾਈਐ, ਰਿਦ ਮਾਣਕ ਮੋਲ ਅਮੋਲ। ਹਿਰਦੇ 'ਚ ਜੋ ਜੀਵ ਆਤਮਾ ਹੈ, ਇਹ ਮੁੱਲ ਤੋਂ ਅਮੋਲਕ ਵਸਤੂ ਹੈ। ਹਿਰਦਾ, ਮਾਣਕ ਹਿਰਦਾ ਮੁੱਲ ਤੋਂ ਅਮੁੱਲ ਹੈ, ਇਹਦੀ ਕੀਮਤ ਨਹੀਂ ਪਾਈ ਜਾਂਦੀ। ਫਰੀਦ ਨੇ ਵੀ ਕਿਹਾ ਹੈ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹਿ ਠਾਹੇ ਮਾਣਕ ਸਭ ਅਮੁੱਲ ਵੇ। ਇਹ ਜੀਵਨ ਧਾਰਾ ਬੜੀ ਅਮੋਲਕ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਇਹਦੀ ਕੀਮਤ ਨਹੀਂ ਪਾਈ ਜਾਂਦੀ ਜਿੱਥੇ, ਪਰ ਜਿਸ ਹਿਰਦੇ 'ਚ ਪਰਮਾਤਮਾ ਦਾ ਨਾਮ ਹੋਵੇ, ਜਿਸ ਹਿਰਦੇ 'ਚ ਮਾਣਕ ਮੋਤੀ ਨਾਮ ਪ੍ਰਭ, ਇਹ ਮੁੱਲ ਤੋਂ ਅਮੋਲ ਹੈ, ਇਹਦੀ ਕੀਮਤ ਕੌਣ ਪਾ ਸਕਦਾ। ਭਾਈ ਰੇ ਹਰ ਹੀਰਾ ਗੁਰ ਮਾਹੇ। ਭਾਈ ਹੈ ਗੁਰਸਿੱਖ ਮਿੱਤਰੋ, ਹੈ ਜੀਵ ਦੀ ਪਰਮਾਤਮਾ ਦੀ ਅੰਸ਼ ਹੋਣ ਕਰਕੇ ਸਾਰੇ ਜੀਵ ਭਾਈ ਰਹੇ ਭਰਾ ਜੀ। ਹਰੀ ਪਰਮਾਤਮਾ ਬਹੁਤ ਅਮੋਲਕ ਹੀਰਾ ਹੈ। ਜਿਵੇਂ ਹੀਰਾ ਅਮੋਲਕ ਹੁੰਦਾ, ਪਰ ਇਹ ਨਾਮ ਹਰੀ ਦਾ ਹੀਰਾ ਗੁਰੂ ਦੇ ਪਾਸ ਹੈ। ਸਤਸੰਗਤ ਸਤਿਗੁਰ ਪਾਈਐ, ਅਹਨਿਸ ਸ਼ਬਦ ਸਲਾਹੇ। ਸਤਿਗੁਰਾਂ ਦੇ ਪਾਸ ਸਤਸੰਗਤ ਵਿੱਚ ਜਾ ਕੇ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ। ਸਤਸੰਗਤ ਵਿੱਚੋਂ ਹੀ ਸਤਿਗੁਰੂ ਪਾਇਆ ਜਾਂਦਾ ਹੈ, ਸਤਿਗੁਰੂ ਨੂੰ ਪ੍ਰਾਪਤ ਕਰ ਲਈਦਾ। ਤੇ ਫਿਰ ਅਹਨਿਸ ਦਿਨ ਤੇ ਰਾਤ ਸ਼ਬਦ ਸਲਾਹ, ਸ਼ਬਦ ਦੁਆਰਾ, ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੀ ਸਲਾਹਤਾ ਕਰਨੀ ਚਾਹੀਦੀ।
ਦਿਨ ਰਾਤ ਗੁਰੂ ਸ਼ਬਦ ਦੁਆਰਾ ਪ੍ਰਮਾਤਮਾ ਨੂੰ ਸਲਾਹੁਣਾ, ਭਾਵ ਕੀਰਤਨ ਕਰਨਾ ਚਾਹੀਦਾ, ਜਸ ਗਾਉਣਾ ਚਾਹੀਦਾ ਵਾਹਿਗੁਰੂ ਜੀ ਦਾ। ਰਹਾਓ ਸੱਚ ਵਖਰ ਧਨ ਰਾਸ ਹੈ, ਲੈ ਪਾਈਐ ਗੁਰ ਪ੍ਰਗਾਸ। ਹਜ਼ੂਰ ਕਹਿੰਦੇ ਨੇ ਕਿ ਗੁਰਾਂ ਦੇ ਬਖਸ਼ੇ ਪ੍ਰਕਾਸ਼ ਚਾਨਣ ਦੁਆਰਾ, ਜਿਹੜਾ ਸਤਿਗੁਰੂ ਸੋਝੀ ਬਖਸ਼ਦੇ, ਚਾਨਣ ਬਖਸ਼ਦੇ ਨੇ, ਉਹਦੇ ਦੁਆਰਾ ਸੱਚ ਸਰੂਪ ਪਰਮਾਤਮਾ ਦੇ ਨਾਮ ਧਨ ਦਾ ਵੱਖਰ ਸੌਦਾ, ਇਹ ਰਾਸ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ, ਜੋ ਸਤਿਗੁਰੂ ਦੇ ਬਖਸ਼ੇ ਪ੍ਰਕਾਸ਼ ਦੁਆਰਾ ਹੀ, ਚਾਨਣ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਅਤੇ ਸਤਿਗੁਰੂ ਤੋਂ ਭਾਵ ਪ੍ਰਕਾਸ਼ ਚਾਨਣ ਲੈ ਕੇ ਗਿਆਨ ਦਾ, ਅਤੇ ਵਾਹਿਗੁਰੂ ਦੇ ਸੱਚੇ ਨਾਮ ਦਾ ਧਨ, ਇਹ ਰਾਸ ਪੂੰਜੀ, ਇਹ ਵੱਖਰ ਸੌਦਾ ਵਿਆਜ ਲੈਣਾ ਚਾਹੀਦਾ, ਖਰੀਦ ਲੈਣਾ ਚਾਹੀਦਾ, ਪ੍ਰਾਪਤ ਕਰ ਲੈਣਾ ਚਾਹੀਦਾ। ਜਿਸ ਵੱਖਰ ਕਉ ਲੈਣ ਤੋਂ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਜਿਉ ਅਗਨ ਮਰੈ ਜਲ ਪਾਇਆ, ਤਿਉ ਤ੍ਰਿਸ਼ਨਾ ਦਾ ਸੰਦਾਸ। ਜਿਸ ਤਰ੍ਹਾਂ ਅੱਗ ਮੱਚਦੀ ਬਲਦੀ ਹੋਵੇ ਅਤੇ ਜਲ ਉੱਤੇ ਪਾ ਦਈਏ ਪਾਣੀ, ਅਤੇ ਅੱਗ ਬੁੱਝ ਜਾਂਦੀ, ਮਰ ਜਾਂਦੀ, ਅੱਗ ਨਹੀਂ ਫਿਰ ਦਿਸਦੀ। ਇਸੇ ਤਰ੍ਹਾਂ ਜੋ ਤ੍ਰਿਸ਼ਨਾ ਹੈ ਕਿਵੇਂ ਮਰਦੀ ਹੈ, ਦਾਸਨ ਦਾਸ। ਦਾਸਨ ਦਾਸ ਹੋਵੇ ਤਾਂ ਹਰ ਪਾਏ, ਹਜ਼ੂਰ ਨੇ ਕਿਹਾ। ਦਾਸਾਂ ਦੇ ਦਾਸ ਬਣ ਕੇ, ਨਿਮਰਤਾ ਧਾਰਨ ਕਰਕੇ, ਗਰੀਬੀ ਧਾਰਨ ਕਰਕੇ ਇਹ ਤ੍ਰਿਸ਼ਨਾ ਮਰਦੀ ਹੈ। ਹੰਕਾਰ ਹਉਮੈ ਧਾਰ ਕੇ ਤ੍ਰਿਸ਼ਨਾ ਨੂੰ ਕੋਈ ਨਹੀਂ ਮਾਰ ਸਕਦਾ। ਜਮ ਜੰਦਾਰ ਨਾ ਲੱਗਈ, ਇਉ ਭੌਜਲ ਤਰੈ ਤਰਾਸ। ਜਿੰਦ ਦਾ ਵੈਰੀ, ਜੰਦਾਰ ਦਾ ਅਰਥ ਕੀਤਾ ਜਿੰਦ ਦਾ ਵੈਰੀ। ਦੂਜਾ ਅਰਥ ਹੈ ਅਵੈੜਾ। ਜਿਹੜਾ ਜਮ ਬੜਾ ਅਵੈੜਾ ਹੈ, ਅਮੋੜ ਹੈ, ਉਹ ਇਉਂ ਨਹੀਂ ਲੱਗਦਾ, ਭਾਵ ਉਹ ਸਾਡੇ 'ਤੇ ਲਾਗੂ ਨਹੀਂ ਹੋ ਸਕਦਾ। ਜਮ ਦਾ ਡੰਡਾ ਸਾਨੂੰ ਨਹੀਂ ਵੱਜ ਸਕਦਾ ਜੇ ਇੰਜ ਕਰੀਏ ਤਾਂ। ਜੇ ਤ੍ਰਿਸ਼ਨਾ ਨੂੰ ਮਾਰ ਲਈਏ ਦਾਸਾਂ ਦੇ ਦਾਸ ਬਣ ਕੇ, ਵਾਹਿਗੁਰੂ ਦੇ ਨਾਮ ਨਾਲ ਜੁੜ ਕੇ, ਤਾਂ ਜਮ ਜੋ ਅਵੈੜਾ ਹੈ, ਅਮੋੜ ਹੈ, ਉਹਦਾ ਜਿਹੜਾ ਵਿਧਾਨ ਹੈ ਸਾਡੇ 'ਤੇ ਲਾਗੂ ਨਹੀਂ ਹੋਵੇਗਾ। ਇਸ ਤਰ੍ਹਾਂ ਭਉ ਜਲ, ਜਿੱਥੇ ਭਉ ਦਾ ਜਲ ਪਾਣੀ ਭਰਿਆ ਹੋਇਆ ਹੈ, ਸੰਸਾਰ ਸਮੁੰਦਰ, ਇੱਥੋਂ ਜੀਵ ਤਰ ਜਾਂਦਾ ਅਤੇ ਤਰਾਸ ਹੋਰਨਾਂ ਨੂੰ ਵੀ ਤਾਰ ਲੈਂਦਾ, ਜਿਹੜਾ ਦਾਸਾਂ ਦਾ ਦਾਸ ਬਣ ਜਾਏ। ਗੁਰਮੁਖ ਕੂੜ ਨਾ ਭਾਵਈ, ਸੱਚ ਰਤੇ ਸੱਚ ਪਾਏ। ਜੋ ਗੁਰਮੁਖ ਰਾਹ 'ਤੇ ਚੱਲਦਾ ਹੈ, ਗੁਰਾਂ ਦੇ ਦੱਸੇ ਮਾਰਗ 'ਤੇ, ਉਹਨੂੰ ਕੂੜ ਝੂਠ, ਕੂੜ ਕੀ ਹੈ, ਸਾਰਾ ਸੰਸਾਰ ਹੀ ਜੋ ਦ੍ਰਿਸ਼ਮਾਨ ਪ੍ਰਪੰਚ ਹੈ, ਨਿੰਦਿਆ ਚੁਗਲੀ ਸੰਸਾਰ ਦੀਆਂ ਸਭ ਗੱਲਾਂ, ਗੁਰਮੁਖ ਪਿਆਰਿਆਂ ਨੂੰ ਇਹ ਕੂੜ ਝੂਠ ਨਹੀਂ ਸੱਚਾ ਲੱਗਦਾ। ਸੱਚ ਰਤੇ ਸੱਚ ਪਾਏ, ਕਿਉਂਕਿ ਸੱਚ ਸਰੂਪ ਪਰਮਾਤਮਾ ਦੇ ਸੱਚੇ ਨਾਮ 'ਚ ਹੀ ਰੰਗੇ ਹੋਏ ਨੇ, ਅਤੇ ਉਹਨਾਂ ਦੇ ਅੰਦਰ ਜਿਹੜੀ ਭਾਵਨਾ, ਜੋ ਪ੍ਰੇਮ ਹੈ, ਉਹ ਵੀ ਸੱਚ ਦੇ ਨਾਲ ਹੈ। ਝੂਠ ਸੰਸਾਰ ਦੇ ਨਾਲ ਲਗਾਓ ਭਾਏ, ਭਾਵਨਾ ਪ੍ਰੇਮ ਹੈ ਨਹੀਂ। ਅਤੇ ਸਾਖਤ ਸੱਚ ਨਾ ਭਾਵੇ। ਹੁਣ ਸਤਿਗੁਰੂ ਮਹਾਰਾਜ ਦੱਸ ਰਹੇ, ਜਿਹੜੇ ਮਨਮੁਖ ਨੇ, ਮਾਇਆ ਦੇ ਉਪਾਸ਼ਕ, ਰੱਬ ਤੋਂ ਬੇਮੁਖ ਸਾਖਤ ਲੋਕ, ਉਹਨਾਂ ਨੂੰ, ਉਸ ਨੂੰ ਸੱਚ ਨਹੀਂ ਚੰਗਾ ਲੱਗਦਾ। ਕੂੜਾ ਹੈ ਕੂੜੀ ਪਾਏ, ਕੂੜਿਆਂ ਦੀ ਕੂੜੀ ਸਮਰੱਥਾ, ਕੂੜਾ ਹੀ ਬਲ, ਕੂੜੀ ਪਾਏ, ਕੂੜੀ ਇੱਜ਼ਤ ਹੁੰਦੀ ਹੈ, ਝੂਠੀ ਇੱਜ਼ਤ। ਝੂਠਿਆਂ ਨੂੰ ਝੂਠ ਦੁਆਰਾ ਝੂਠੀ ਪਾਇਆ ਹੀ ਪ੍ਰਾਪਤ ਹੁੰਦੀ ਹੈ, ਪਾਇਆ ਤਾਕਤ ਬਲ ਔਕਾਤ। ਸੱਚ ਰਤੇ ਗੁਰ ਮੇਲਿਆ, ਸੱਚੇ ਸੱਚ ਸਮਾਏ। ਸਤਿਗੁਰੂ ਦੇ ਮਿਲਾਪ ਕਰਕੇ ਉਹ ਗੁਰਮੁਖ ਜੋ ਸੱਚ ਵਿੱਚ ਰੰਗੇ ਹੋਏ ਨੇ, ਸੱਚੇ ਸੱਚ ਸਮਾਏ। ਸੱਚ ਦੇ ਚੱਚੇ ਨੂੰ ਸਿਹਾਰੀ, ਸੱਚ ਦੁਆਰਾ ਭਾਵ ਸੱਚੇ ਨਾਮ ਦੁਆਰਾ, ਸੱਚੇ ਵਾਹਿਗੁਰੂ ਵਿੱਚ ਹੀ ਸਮਾਏ ਰਹਿੰਦੇ ਹਨ। ਮਨ ਮਹਿ ਮਾਣਕ ਲਾਲ ਨਾਮ, ਰਤਨ ਪਦਾਰਥ ਹੀਰ। ਉਹਨਾਂ ਗੁਰਮੁਖਾਂ ਦੇ ਮਨ ਦੇ ਅੰਦਰ ਮਾਣਕ ਵਰਗਾ, ਲਾਲ ਵਰਗਾ, ਰਤਨ ਵਰਗਾ, ਹੀਰੇ ਵਰਗਾ ਪਦਾਰਥ ਵਾਹਿਗੁਰੂ ਜੀ ਦਾ ਨਾਮ ਹੈ। ਮਨ ਮਾਣਕ ਜਨ ਪਰਖਿਆ, ਗੁਰਸਬਦੀ ਵਿਚਾਰ, ਤੇ ਨਰ ਵਿਰਲੇ ਜਾਣੀਏ। ਕਲਯੁਗ ਵਿੱਚ ਸੰਸਾਰ ਮਨ ਮਾਣਕ, ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ। ਨਾਮ ਮਾਣਕ ਹੈ, ਨਾਮ ਨਾਲ ਜੁੜ ਕੇ ਮਨ ਵੀ ਮਾਣਕ ਵਰਗਾ ਬਣ ਜਾਂਦਾ। ਜਿਸ ਮਨ ਦੇ ਅੰਦਰ ਮਾਣਕ ਮੋਤੀ ਨਾਮ ਪ੍ਰਭ, ਮਾਣਕ ਲਾਲ ਰਤਨ ਹੀਰਾ, ਇਹ ਸਭ ਕੁਛ ਹੀ ਹੈ ਵਾਹਿਗੁਰੂ ਦਾ ਨਾਮ। ਇਸ ਨਾਮ ਦੇ ਵਿੱਚੋਂ ਵਿਰਾਗ, ਗਿਆਨ ਸਭ ਕੁਛ ਪੈਦਾ ਹੁੰਦਾ। ਇਹ ਉਹਨਾਂ ਦੇ ਮਨ ਵਿੱਚ ਵਸਿਆ ਹੈ। ਸੱਚ ਵੱਖਰ ਧਨ ਨਾਮ ਹੈ, ਘਟ ਘਟ ਗਹਿਰ ਗੰਭੀਰ। ਸੱਚਾ ਵੱਖਰ ਸੌਦਾ ਧਨ ਪਰਮਾਤਮਾ ਦਾ ਨਾਮ ਹੈ। ਹਿਰਦੇ ਹਿਰਦੇ ਅੰਦਰ ਵਾਹਿਗੁਰੂ ਜੀ ਸਮਾਏ ਨੇ, ਗੈਰ ਅਥਾਹ ਤੇ ਗੰਭੀਰ ਨਿਰਹੱਲ ਪਹਾੜਾਂ ਵਰਗੇ।
ਗੈਰ ਸਮੁੰਦਰ ਹੁੰਦਾ, ਸਮੁੰਦਰ ਵਰਗੀ ਡੂੰਘਾਈ, ਪਰ ਸਮੁੰਦਰ ਦੀ ਡੂੰਘਾਈ ਤੇ ਮੁੱਕ ਸਕਦੀ ਹੈ। ਵਾਹਿਗੁਰੂ ਬਹੁਤ ਗਹਿਰਾ ਹੈ, ਬਹੁਤ ਗਹਿਰਾ, ਅਥਾਹ ਡੂੰਘਾ ਹੈ। ਪਹਾੜਾਂ ਦੀ ਗੰਭੀਰਤਾ, ਨਿਰਹਲਤਾ ਤਾਂ ਪਹਾੜ ਹਿੱਲ ਸਕਦੇ ਨੇ ਸ਼ਾਇਦ, ਪਰ ਵਾਹਿਗੁਰੂ ਨੂੰ ਕੋਈ ਹਿਲਾਉਣ ਵਾਲਾ ਨਹੀਂ। ਗੰਭੀਰ ਨਾਨਕ ਗੁਰਮੁਖ ਪਾਈਐ, ਦਇਆ ਕਰੇ ਹਰ ਹੀਰ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਹਰੀ ਪਰਮਾਤਮਾ ਜੋ ਹੀਰੇ ਤੁਲ ਹੈ, ਹੀਰੇ ਮਤਲਬ ਆ ਦੁਨਿਆਵੀ ਹੀਰਿਆਂ ਦੇ ਤੁਲ ਨਹੀਂ, ਅਸਲ ਹੀਰਾ ਵਾਹਿਗੁਰੂ ਜੋ ਹੀਰਾ ਹੈ, ਉਹ ਜੇ ਹਰੀ ਹੀਰਾ ਪਰਮਾਤਮਾ ਦਇਆ ਕਰੇ ਤਾਂ ਗੁਰਾਂ ਦੇ ਸਨਮੁਖ ਹੋ ਕੇ ਇਹ ਦਾਤ ਪਾਈ ਜਾਂਦੀ ਹੈ। ਵਾਹਿਗੁਰੂ ਜੀ ਨਾਮ ਦੀ, ਨਾਮ ਦੁਆਰਾ ਵਾਹਿਗੁਰੂ ਜੀ ਦੇ ਗਿਆਨ ਦੀ, ਪਰਮਾਤਮਾ ਦੇ ਮਿਲਾਪ ਦੀ, ਤਾਂ ਇਹ ਦਾਤ ਪਾਈ ਜਾਂਦੀ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਅਗਲਾ ਸ਼ਬਦ ਹਜ਼ੂਰ ਉਚਾਰਨ ਕਰਦੇ ਹਨ। ਭਰਮੇ ਭਾਹੇ ਨਾ ਵਿਝਵੈ, ਜੇ ਭਵੈ ਦਸੰਤਰ ਦੇਸ। ਮਹਾਰਾਜ ਕਹਿੰਦੇ ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਬੁਝ ਰਹੀ ਹੈ, ਅੱਗ ਲੱਗੀ ਹੋਈ ਹੈ, ਬਲ ਰਹੀ ਹੈ, ਇਹਨੂੰ ਜੇ ਕੋਈ ਬੁਝਾਉਣਾ ਚਾਹੇ ਵੀ ਮੈਂ ਸੰਨਿਆਸੀ ਬਣ ਕੇ ਦੇਸਾਂ ਦਸੰਤਰਾਂ 'ਚ ਭੌਂ ਲਵਾਂ, ਘੁੰਮ ਫਿਰ ਲਵਾਂ, ਭਰਮ ਭਟਕ ਲਵਾਂ, ਤੇ ਇੰਜ ਬੁੱਝੇਗੀ, ਇੰਜ ਨਹੀਂ ਬੁੱਝ ਸਕਦੀ। ਭਰਮ ਦੇ ਵਿੱਚ ਪਿਆ ਹੋਇਆਂ ਤੇ ਦੇਸਾਂ ਦਸੰਤਰਾਂ ਵਿੱਚ ਭੌਂਦਿਆਂ ਘੁੰਮਦਿਆਂ ਭਾਹੇ ਨਾ ਵਿਝਵੈ। ਇਹ ਜਿਹੜੀ ਭਾਹੇ ਅੱਗ ਹੈ ਨਾ ਤ੍ਰਿਸ਼ਨਾ ਦੀ ਤੇ ਵਿਕਾਰਾਂ ਦੀ, ਇਹ ਨਹੀਂ ਬੁਝਦੀ ਹੈ। ਅੰਤਰ ਮੈਲ ਨਾ ਉਤਰੈ, ਤ੍ਰਿਗ ਜੀਵਨ ਤ੍ਰਿਗ ਵੇਸ। ਹਜ਼ੂਰ ਕਹਿੰਦੇ ਮੈਲ ਤਾਂ ਅੰਦਰ ਚੰਬੜੀ ਹੋਈ ਹੈ, ਤੇ ਜਿਹੜਾ ਇਹ ਭਰਮਣ ਭਟਕਣ ਵਾਲਾ ਜੀਵਨ ਹੈ ਤੇ ਲਿਬਾਸ ਬਾਲਣ ਸੰਨਿਆਸੀਆਂ ਜੋਗੀਆਂ ਵਾਲਾ, ਜਿਸ ਮਨੁੱਖ ਦੇ ਅੰਦਰ ਮੈਲ ਹੈ ਤੇ ਮੈਲ ਥੋੜ੍ਹੀ ਬਹੁਤੀ ਉਤਰਦੀ ਨਹੀਂ ਜਿਸ ਸਾਧਨ ਕਰਨ ਨਾਲ, ਉਹ ਵੇਸ ਵੀ ਤ੍ਰਿਗਾਕਾਰ ਹੈ, ਉਹ ਲਿਬਾਸ ਵੀ ਤ੍ਰਿਗ ਹੈ, ਫਟਕਾਰਯੋਗ, ਲਾਹਣਤਯੋਗ, ਤੇ ਉਹੋ ਜਿਹਾ ਜੀਵਨ ਵੀ ਲਾਹਣਤਯੋਗ ਹੈ। ਕਿਉਂਕਿ ਸੰਤ ਅਤਰ ਸਿੰਘ ਜੀ ਕਹਿੰਦੇ ਭਈ ਉਹ ਪਰਮਾਰਥ ਦਾ ਕਾਰਜ ਹੈ ਜਿਹਦੇ ਦੁਆਰਾ ਮਨ ਦੀ ਮੈਲ ਉਤਰੇ ਤੇ ਜੀਵ ਪਰਮਾਤਮਾ ਦੇ ਨੇੜੇ ਹੁੰਦਾ ਜਾਏ। ਤੇ ਜਿਸ ਕਰਮ ਨਾਲ ਮਨ ਦੀ ਮੈਲ ਨਹੀਂ ਉਤਰਨੀ, ਉਹ ਵਿਖਾਵੇ ਦਾ ਧਰਮ ਦਾ ਕਰਮ ਹੈ। ਲੋਕ ਸਮਝਦੇ ਨੇ ਵੀ ਇੰਨਾ ਕੁ ਦਾਨ ਕਰ ਲਿਆ, ਬੜਾ ਵੱਡਾ ਧਰਮ ਦਾ ਕੰਮ ਕਰ ਲਿਆ, ਤੀਰਥ 'ਤੇ ਨਹਾਏ, ਆਹ ਕਰ ਲਿਆ, ਇਹ ਕਰ ਲਿਆ, ਪਰ ਜੇ ਮਨ ਦੀ ਅਵਸਥਾ ਵਿੱਚ ਫਰਕ ਨਹੀਂ ਪਿਆ ਤੇ ਉਹ ਧਾਰਮਿਕ ਕੰਮ ਨਹੀਂ, ਉਹ ਅਧਿਆਤਮਿਕ ਪਰਮਾਰਥਕ ਕਾਰਜ ਨਹੀਂ ਹੈ। ਇਸ ਲਈ ਹਜ਼ੂਰ ਇੱਥੇ ਕਹਿ ਰਹੇ ਨੇ ਵੀ ਉਹੋ ਜਿਹਾ ਲਿਬਾਸ ਤੇ ਉਹੋ ਜਿਹਾ ਜੀਵਨ ਦੋਵੇਂ ਤ੍ਰਿਗ ਨੇ। ਜੇ ਅੰਦਰ ਦੀ ਮੈਲ ਉਤਰਦੀ ਨਹੀਂ ਤੇ ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼। ਕਿਤੇ ਹੋਰ ਥਾਂ, ਹੋਰ ਕੋਈ ਥਾਂ ਹੀ ਨਹੀਂ ਜਿੱਥੇ ਭਗਤੀ ਹੋ ਸਕੇ ਬਿਨਾਂ ਸਤਿਗੁਰੂ ਦੇ ਉਪਦੇਸ਼ ਤੋਂ। ਕਿਉਂਕਿ ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਜੋਗ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਸਤਿਗੁਰੂ ਦੇ ਉਪਦੇਸ਼ ਤੋਂ ਬਗੈਰ ਹੋਰ ਕਿਧਰੇ ਵੀ ਕੋਈ ਭਗਤੀ ਨਹੀਂ ਹੋ ਸਕਦੀ ਹੈ ਸਫਲੀ। ਜਾਨੀ ਭਗਤੀ ਸਮਝ ਲੈਂਦੇ ਹਾਂ ਵੀ ਕੋਈ ਭਗਤੀ ਕਰ ਰਿਹਾ, ਪਰ ਜੋ ਸਫਲੀ ਭਗਤੀ ਹੈ, ਜੋ ਵਾਹਿਗੁਰੂ ਨੂੰ ਪ੍ਰਵਾਨ ਚੜ੍ਹਨ ਵਾਲੀ, ਸਤਿਗੁਰੂ ਦੇ ਉਪਦੇਸ਼ ਦੀ ਕਮਾਈ ਤੋਂ ਬਗੈਰ ਉਹ ਭਗਤੀ ਨਹੀਂ ਹੋ ਸਕਦੀ। ਮਨ ਰੇ ਗੁਰਮੁਖ ਅਗਨ ਨਿਵਾਰ। ਸਤਿਗੁਰੂ ਜੀ ਫਿਰ ਇੱਥੇ ਮਨ ਨੂੰ ਸਮਝਾਉਣ ਲਈ ਉਪਦੇਸ਼ ਦੇ ਰਹੇ ਨੇ ਕਿ ਸਮਝਾਓ ਹੋ ਮੇਰੇ ਮਨਾ, ਗੁਰਾਂ ਦੇ ਸਨਮੁਖ ਹੋ ਕੇ ਆਪਣੇ ਅੰਦਰੋਂ ਅੱਗ ਨੂੰ ਦੂਰ ਕਰ। ਜਿਹੜੀ ਅੱਗ ਬਲ ਰਹੀ ਹੈ ਨਾ ਅੰਦਰ, ਤ੍ਰਿਸ਼ਨਾ ਦੀ, ਪਦਾਰਥਾਂ ਦੀ ਤ੍ਰਿਸ਼ਨਾ ਤੇ ਵਿਕਾਰਾਂ ਦੀ ਅੱਗ, ਇਸ ਨੂੰ ਨਿਵਾਰ ਗੁਰਾਂ ਦੇ ਉਪਦੇਸ਼ ਰਾਹੀਂ। ਗੁਰ ਕਾ ਕਹਿਆ ਮਨ ਵਸੈ, ਹਉਮੈ ਤ੍ਰਿਸ਼ਨਾ ਮਾਰ। ਗੁਰੂ ਦਾ ਕਿਹਾ ਬਚਨ ਹੈ ਜੀਵ ਤੇਰੇ ਮਨ ਵਿੱਚ ਵਸਣਾ ਚਾਹੀਦਾ। ਜੇ ਮਨ ਵਿੱਚ ਵਸ ਜਾਂਦਾ ਗੁਰਾਂ ਦਾ ਕਿਹਾ ਉਪਦੇਸ਼, ਤਾਂ ਇਹਦੇ ਰਾਹੀਂ ਹਉਮੈ, ਹੰਕਾਰ, ਮੈਂ ਵੱਡਾ ਹੋ ਜਾਵਾਂ ਤੇ ਤ੍ਰਿਸ਼ਨਾ ਪਦਾਰਥਾਂ ਦੇ ਵਾਸਤੇ ਮਨ ਦੀ ਦੌੜ ਭੱਜ, ਇਹਨੂੰ ਮਾਰ ਲਾ। ਜੋ ਕੁਛ ਪ੍ਰਮਾਤਮਾ ਨੇ ਤੇਰੀ ਪ੍ਰਾਰੰਭ 'ਚ ਲਿਖਿਆ ਉਹ ਦੇ ਦੇਣਾ, ਤੇ ਇੰਜ ਹੰਗਤਾ ਮਮਤਾ ਤੇ ਤ੍ਰਿਸ਼ਨਾ ਨੂੰ ਮਾਰ ਲਾ। ਰਹਾਓ ਮਨ ਮਾਣਕ ਨਿਰਮੋਲ ਹੈ, ਰਾਮ ਨਾਮ ਪਤ ਪਾਏ। ਹਜ਼ੂਰ ਕਹਿੰਦੇ ਨੇ ਇਹ ਮਨ ਹੀ ਨਿਰਮੋਲਕ ਮੋਤੀ ਮਾਣਕ ਬਣ ਜਾਏਗਾ, ਰਾਮ ਨਾਮ ਪਤ ਪਾਏ। ਰਾਮ ਦੇ ਨਾਮ ਨਾਲ ਜੁੜ ਕੇ ਇਹ ਐਸੀ ਪਤ ਇੱਜ਼ਤ ਪ੍ਰਾਪਤ ਕਰ ਲੈਂਦਾ ਕਿ ਇਹ ਮਨ ਮਾਣਕ ਵਰਗਾ ਨਿਰਮੋਲਕ ਬਣ ਜਾਏਗਾ। ਜਿਵੇਂ ਮਾਣਕ ਮੋਤੀ ਹੀਰੇ ਨਿਰਮੋਲਕ ਹੁੰਦੇ ਨੇ, ਇਹ ਮਨ ਹੀ ਸੁਧਰ ਜਾਏ ਤੇ ਨਿਰਮੋਲ ਹੈ। ਜਿਵੇਂ ਬਚਨ ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ। ਫਿਰ ਕਬੀਰ ਜੀ ਕਹਿੰਦੇ ਇਹ ਮਨ ਲੈ ਜੋ ਮਨ ਰਹਿ ਤੋ ਤੀਨ ਲੋਕ ਕੀ ਬਾਤਾਂ ਕਹੈ। ਜਿਵੇਂ ਹਜ਼ੂਰ ਨੇ ਕਿਹਾ ਹੈ, ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਾਵਾਰ। ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ।
ਜੇ ਸੁਧਰ ਜਾਏ, ਗਿਆਨ ਦੀ ਪ੍ਰਾਪਤੀ ਵਾਲਾ ਹੋ ਜਾਏ, ਤੇ ਫਿਰ ਇਹ ਗੁਰੂ ਕਰਤਾਰ ਦਾ ਸਰੂਪ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਨੇ ਮਿਲ ਸਤ ਸੰਗਤ ਹਰ ਪਾਈ ਹੈ, ਗੁਰਮੁਖ ਹਰ ਲਿਵ ਲਾਏ। ਸਤ ਸੰਗਤ ਵਿੱਚ ਮਿਲ ਕੇ ਮਨ ਨੂੰ ਸਵਾਰਨਾ ਚਾਹੀਦਾ, ਨਿਰਮੋਲਕ ਬਣਾਉਣ ਲਈ। ਸਤ ਸੰਗਤ ਵਿੱਚ ਮਿਲ ਕੇ ਹਰੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਈਦਾ। ਜਿਵੇਂ ਜੇ ਗੁਰਮੁਖ ਹਰ ਲਿਵ ਲਾਏ, ਜੋ ਗੁਰਾਂ ਦੇ ਸਨਮੁਖ ਹੋ ਚੱਲਦਾ ਹੈ, ਉਹ ਵਾਹਿਗੁਰੂ ਵਿੱਚ ਸੁਰਤ ਨੂੰ ਜੋੜ ਲੈਂਦਾ, ਵਾਹਿਗੁਰੂ ਦੇ ਨਾਮ ਵਿੱਚ ਲਿਵ ਲਾ ਲੈਂਦਾ। ਲਿਵ ਹੁੰਦੀ ਹੈ ਜਿਵੇਂ ਤੇਲ ਦੀ ਧਾਰਾ ਵਗਦੀ, ਇਸ ਤਰ੍ਹਾਂ ਬਿਰਤੀ ਦਾ ਪ੍ਰਵਾਹ ਵਾਹਿਗੁਰੂ ਵੱਲ ਲੱਗਾ ਰਹਿਣਾ। ਆਪ ਗਿਆ ਸੁਖ ਪਾਇਆ, ਮਿਲ ਸਲਲੈ ਸਲਲ ਸਮਾਏ। ਜਿਹਦੇ ਅੰਦਰੋਂ ਆਪਾ ਭਾਵ ਹੰਕਾਰ ਚਲਿਆ ਗਿਆ, ਉਹਨੇ ਆਤਮਿਕ ਸੁਖ ਪ੍ਰਾਪਤ ਕਰ ਲਿਆ। ਇੰਝ ਹੋ ਗਿਆ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ, ਸਲਲ ਪਾਣੀ, ਮਿਲ ਸਲਲੈ ਸਲਲ ਸਮਾਏ। ਜਿਵੇਂ ਪਾਣੀ ਵਿੱਚ ਜਲ ਮਿਲ ਗਿਆ, ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ। ਵਾਹਿਗੁਰੂ ਸੁਖ ਸਰੂਪ ਹੈ, ਅਤੇ ਜੋ ਵਾਹਿਗੁਰੂ ਵਿੱਚ ਮਿਲ ਗਿਆ, ਉਹਨੇ ਸਦਾ ਦਾ ਸੁਖ ਪਾ ਲਿਆ। ਜਿਨ ਹਰ ਹਰ ਨਾਮ ਨਾ ਚੇਤਿਓ, ਸੋ ਔਗਣ ਆਵੈ ਜਾਏ। ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਨਹੀਂ ਚੇਤੇ ਕੀਤਾ, ਉਹ ਔਗਣਾਂ ਵਿੱਚ ਬੱਝੇ ਹੋਏ ਨੇ। ਔਗਣ ਨਾਣੇ ਨੂੰ ਸਿਹਾਰੀ ਹੈ। ਔਗਣ ਅੰਦਰ ਹੋਣ ਕਰਕੇ ਉਹ ਜੀਵ ਆਉਂਦਾ ਅਤੇ ਜਾਂਦਾ ਰਹੇਗਾ। ਜਿਹਨੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਇਸ ਜੀਵਨ ਵਿੱਚ ਚੇਤੇ ਨਹੀਂ ਕੀਤਾ, ਉਹਦੇ ਅੰਦਰੋਂ ਔਗਣ ਨਹੀਂ ਦੂਰ ਹੋਣਗੇ। ਉਹਨਾਂ ਔਗਣਾਂ ਕਰਕੇ ਉਹ ਆਉਂਦਾ ਅਤੇ ਜਾਂਦਾ ਹੈ। ਜਿਸ ਸਤਿਗੁਰ ਪੁਰਖ ਨਾ ਭੇਟਿਓ, ਸੋ ਭੌਜਲ ਪਚੈ ਪਚਾਏ। ਜਿਸ ਜੀਵ ਨੇ ਸਤਿਗੁਰੂ ਪੁਰਖ ਨੂੰ ਭੇਟਿਆ, ਭਾਵ ਮਿਲਾਪ ਨਹੀਂ ਹਾਸਲ ਕੀਤਾ, ਸਤਿਗੁਰੂ ਪ੍ਰਤੀ ਸੱਚੀ ਸ਼ਰਧਾ ਲੈ ਕੇ ਨਹੀਂ ਮਿਲੇ, ਉਹ ਭੌਜਲ ਸੰਸਾਰ ਵਿੱਚ ਜੀਵ ਪਚੈ ਖੁਆਰ ਹੁੰਦਾ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਪਚੈ ਪਚਾਏ, ਖੁਆਰ ਹੀ ਖੁਆਰ ਹੁੰਦਾ ਰਹਿੰਦਾ। ਹੋਰਨਾਂ ਨੂੰ ਵੀ ਖੁਆਰ ਕਰਨ ਦਾ ਕਾਰਨ ਬਣਦਾ ਉਹਦੀ ਸੰਗਤ, ਉਹਦੇ ਮਿਲਾਪ ਰਾਹੀਂ ਹੋਰ ਵੀ ਲੋਕ ਖੁਆਰ ਹੁੰਦੇ ਨੇ। ਇਹੋ ਮਾਣਕ ਜੀਓ ਨਿਰਮੋਲ ਹੈ, ਇਉਂ ਕੌਡੀ ਬਦਲਿਆ ਜਾਏ। ਹਜੂਰ ਕਹਿੰਦੇ ਮਨੁੱਖਾ ਦੇਹੀ ਦੇ ਅੰਦਰ ਇਹ ਜਿਹੜੀ ਜੀਵ ਆਤਮਾ ਪਾਈ ਹੈ, ਇਹ ਬੜੀ ਨਿਰਮੋਲਕ ਵਸਤੂ ਹੈ। ਇਹ ਮਾਣਕ ਜੀਓ ਨਿਰਮੋਲ ਹੈ, ਜਿੰਦ ਇਹ ਨਿਰਮੋਲਕ ਹੈ। ਪਰ ਇੰਝ ਵਾਹਿਗੁਰੂ ਤੋਂ ਬੇਮੁਖ ਹੋ ਕੇ, ਸਤਿਗੁਰੂ ਤੋਂ ਬੇਮੁਖ ਹੋ ਕੇ ਜਿਹੜੇ ਸੰਸਾਰ ਦੇ ਸੁੱਖ ਕੌਡੀਆਂ ਵਰਗੇ ਨੇ, ਇਸ ਕੌਡੀ ਬਦਲੇ ਵਿਅਰਥ ਚਲਿਆ ਜਾਂਦਾ ਇਹ ਜੀਵਨ। ਇਹ ਜੀਵ ਆਤਮਾ ਨੂੰ ਮਿਲਿਆ ਜਾਮਾ ਸਰੀਰ, ਕੌਡੀ ਪਿੱਛੇ ਕੌਡੀ ਦੇ ਬਦਲੇ 'ਚ ਹੀ ਵਿਅਰਥ ਚਲਾ ਗਿਆ। ਜਿਨ੍ਹਾਂ ਸਤਿਗੁਰ ਰਸ ਮਿਲਿਆ, ਸੇ ਪੂਰੇ ਪੁਰਖ ਸੁਜਾਨ। ਹਜੂਰ ਕਹਿੰਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ, ਕਿਵੇਂ? ਰਸ ਪ੍ਰੇਮ ਦੁਆਰਾ। ਇੱਥੇ ਰਸ ਦਾ ਅਰਥ ਹੈ ਪ੍ਰੇਮ। ਜਿਨ੍ਹਾਂ ਨੂੰ ਸਤਿਗੁਰੂ ਪ੍ਰੇਮ ਕਾਰਨ ਮਿਲ ਪੈਂਦੇ ਹਨ, ਸੇ ਪੂਰੇ ਪੁਰਖ ਸੁਜਾਨ। ਉਹ ਪੂਰਨ ਪੁਰਖ ਹਨ। ਸੁਜਾਨ ਦਾਨੇ ਸਿਆਣੇ ਪ੍ਰਧਾਨ ਹਨ। ਉਹਨਾਂ ਵਰਗਾ ਹੋਰ ਕੋਈ ਸਿਆਣਾ ਨਹੀਂ, ਜਿਨ੍ਹਾਂ ਨੂੰ ਸਤਿਗੁਰੂ ਦੇ ਨਾਲ ਪ੍ਰੇਮ ਪੈਦਾ ਹੋਇਆ। ਜਿਵੇਂ ਮਾਈ ਦੇਸਾਂ ਸੀ, ਚੱਕ ਫਤਿਹ ਸਿੰਘ ਵਾਲਾ ਪਿੰਡ, ਜ਼ਿਲ੍ਹਾ ਬਠਿੰਡਾ 'ਚ, ਜਿਵੇਂ ਸੀਗਾ ਸੈਦਾ ਮਲਾਹ, ਇਤਿਆਦ ਕਿਹੋ ਜਿਹੇ ਗੁਰਮੁਖ ਜਿਹੜੇ ਹੋਏ ਨੇ, ਪ੍ਰੇਮ ਜਿਹਨਾਂ ਅੰਦਰ ਪੈਦਾ ਹੋਇਆ, ਉਹਨਾਂ ਨੂੰ ਸਤਿਗੁਰੂ ਐਸੇ ਉਹਨਾਂ ਦੀ ਭਾਵਨਾ ਕਰਕੇ ਮਿਲੇ ਕਿ ਬੇੜੇ ਪਾਰ ਕਰ ਦਿੱਤੇ। ਉਹ ਹੀ ਹਜ਼ੂਰ ਕਹਿੰਦੇ ਪੂਰਨ ਪੁਰਖ ਹਨ, ਸੁਜਾਨ ਦਾਨੇ ਪ੍ਰਧਾਨੇ ਸਿਆਣੇ ਸਮਝਦਾਰ। ਗੁਰਮਿਲ ਭੌਜਲ ਲੰਘੀਐ, ਦਰਗਹਿ ਪਤ ਪ੍ਰਵਾਨ। ਸਤਿਗੁਰੂ ਨੂੰ ਅੰਦਰੋਂ ਮਾਨਸਿਕ ਭਾਵਨਾ ਕਰਕੇ ਮਿਲੀਏ ਅਤੇ ਫਿਰ ਭੌਜਲ ਸੰਸਾਰ ਤੋਂ ਲੰਘ ਜਾਈਦਾ, ਪਾਰ ਹੋ ਜਾਈਦਾ, ਅਤੇ ਦਰਗਾਹ ਦੇ ਵਿੱਚ ਉਹ ਜੀਵ ਪਤ ਦੇ ਸਹਿਤ ਪ੍ਰਵਾਣੀਕ ਹੁੰਦੇ ਨੇ। ਪ੍ਰਵਾਨ ਕਬੂਲ ਪੈਂਦੇ ਹਨ। ਰੱਬ ਦੀ ਦਰਗਾਹ ਵਿੱਚ ਪਤ ਇੱਜ਼ਤ ਦੇ ਸਹਿਤ ਕਬੂਲ ਪੈਂਦਾ ਉਹ ਜੀਵ, ਜਿਹੜਾ ਗੁਰੂ ਨੂੰ ਮਿਲ ਕੇ ਭੌਜਲ ਸੰਸਾਰ ਤੋਂ ਪਾਰ ਲੰਘ ਜਾਂਦਾ। ਨਾਨਕ ਤੇ ਮੁਖ ਉਜਲੇ, ਧੁਨ ਉਪਜੈ ਸ਼ਬਦ ਨਿਸ਼ਾਨ। ਸਤਿਗੁਰੂ ਕਹਿੰਦੇ ਹਨ ਉਹ ਮੁਖ ਦਰਗਾਹ ਵਿੱਚ ਸੁਰਖਰੂ ਹੋਏ ਨੇ। ਕਿਹੜੇ ਜੀ? ਜਿਨ੍ਹਾਂ ਦੇ ਹਿਰਦੇ 'ਚ ਗੁਰੂ ਦੇ ਸ਼ਬਦ ਦਾ ਧੌਂਸਾ ਵੱਜਦਾ, ਇਹ ਧੁਨ ਆਵਾਜ਼ ਪੈਦਾ ਹੁੰਦੀ ਹੈ। ਸੋ ਇਸ ਪ੍ਰਕਾਰ ਵਡਭਾਗੀ ਅਨਹਦ ਵੱਜਿਆ, ਜਿਨ੍ਹਾਂ ਦੇ ਹਿਰਦੇ 'ਚ ਗੁਰੂ ਦੇ ਸ਼ਬਦ ਦਾ ਧੌਂਸਾ ਖੜਕਦਾ, ਇਹ ਨਾਮ ਦੀ ਧੁਨ ਉਪਜੀ ਹੈ। ਉਹ ਦਰਗਾਹ ਦੇ ਵਿੱਚ ਮੁਖ ਉਜਲੇ ਹੋਏ ਹਨ, ਸੁਰਖਰੂ ਹੋਏ ਹਨ, ਸਤਿਕਾਰੇ ਗਏ ਹਨ, ਸਨਮਾਨੇ ਗਏ ਹਨ। ਇੱਥੋਂ ਤੱਕ ਆਪ ਸੰਗਤ ਨੇ ਅੱਜ ਵਿਚਾਰ ਸਰਵਣ ਕੀਤੀ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ
ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਇੱਥੋਂ ਤੱਕ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੇ ਚਾਰੇ 22 ਸ਼ਬਦਾਂ ਦੀ ਵਿਚਾਰ ਹੋ ਚੁੱਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।